ਸਾਰੀਆਂ ਸੰਗਤਾਂ ਦੋਏ ਹੱਥ ਜੋੜ ਸਾਵਧਾਨ ਇਕਾਗਰਿਤ ਹੋ ਕੇ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਸਰੂਪ ਦਾ ਧਿਆਨ ਧਰਦੇ ਹੋਏ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬਖਸ਼ਿਸ਼ ਕੀਤੇ ਹੋਏ ਮੰਤਰ ਆਪਣੀਆਂ ਰੂਹਾਂ ਦੇ ਭਲੇ ਲਈ, ਪ੍ਰਲੋਕ ਸੁਧਾਰ ਚੁੱਕੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ, ਬੱਚੇ ਬੱਚੀਆਂ ਦੇ ਉੱਚੇ ਸੁੱਚੇ ਉਜਲੇ ਭਵਿੱਖ ਲਈ, ਪਿੰਡ ਸਮੁੱਚਾ ਸਮਾਜ ਅਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ, ਭਾਰਤ ਦੇਸ਼ ਦੀ ਤਰੱਕੀ, ਸਾਰੇ ਸੰਸਾਰ ਵਿੱਚ ਸ਼ਾਂਤੀ ਦੀ ਸਥਾਪਨਾ ਲਈ ਇਹਨਾਂ ਮੰਤਰਾਂ ਦੇ ਜਾਪ ਜਪੀਏ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਵਾਹਿਗੁਰੂ 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 ਵਾਹਿਗੁਰੂ। ਧੰਨ ਧੰਨ ਛਤਰ ਚਬਰ ਤਖਤ ਦੇ ਮਾਲਕ ਬਾਣੀ ਕੇ ਬੋਹਿਤ ਸਾਰੀ ਮਨੁੱਖਤਾ ਦੇ ਸਾਂਝੇ ਗਿਆਨ ਦਾਤਾ ਪਤਿਤ ਪਾਵਨ ਭਗਤ ਵਸ਼ਲ ਅੰਤਰਜਾਮੀ ਗਰੀਬ ਨਵਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਜੀ ਕੀ ਸਾਜੀ ਨਵਾਜੀ ਇਲਾਕਾ ਨਿਵਾਸੀ ਸਾਧ ਸੰਗਤ ਜੀਓ, गुरु जी के खास रूप खालसा साध संगत जी, आप बड़भागे हो अपने कम्मां कारां नूं समेटदे होए गुरु के दरबार विच पहुंचे हो। चरण पवित्र होए ने, नेत्र पवित्र होए ने, गुरु की साध संगत दे गुरु के दर्शन करके कान पवित्र होए ने, गुरु का हरि जस कीर्तन सरवण करके तकरीबन मस्तक पवित्र किया गुरु के चरणों ते झुका के। सारी पवित्रता गुरु बख्श गुरु साहब बख्श रहे ने। ये बाहरलियां चीज़ां पवित्र होइयां, एक अंदर इन्हां सारियां दी चीज़ उन्होंने भी पवित्र करने का यतन किया जा रहा। इस स्थान ते गुरु शब्द नाल जोड़ के जेड़ा है भरीए मत पापां कै संग ओ धोपै ना मैं कै रंग। वो बुद्धि नूं गुरबाणी दे अर्थ समझा के जो कीर्तन हो रहा नाम जपा के पवित्र करने का यतन किया जा रहा है। प्रबंधकी वीरां ने चंगा पंडाल सजाया होया है। मौसम नूं मद्देनज़र रखदे होया जनरेटर का प्रबंध किया होया। गुरु की देग गुरु के लंगर चल रहे ने, नाल नाल जोड़ा घर चल रहा है। जो भी एक गुरु घर विच प्रबंध चाहिए वो सारा सचज्जा चंगी साउंड लियांदी हुई है। आप जी नूं कीर्तन दूर दराडे सुन सुनाण लई जो अजोके युग का फायदा लिया जा रहा है। सो गुरु पातशाह चलते कीर्तन थोड़ी जी देर लई आप जी की सेवा लई नाल नाल मैनूं जापदा कि नशा छडाऊ कैंप भी लग्या होया है। जिहड़े बंदे नशियां दी मार थल्ले आए ते नाल नाल जथे वल्लों इह कीर्तन दे निभांदियां होया ये सेवावां गुरु पातशाह लै रहे ने। प्रोजैक्टरां 2 प्रोजैक्टर लगे ने ताकि तुहानूं गुरबाणी दे अर्थ पता लगे। क्योंकि अज मनुखता का मन जिहड़ा गुरबाणी तो भजदा जा रहा, मीडिया विच ज़्यादा प्रचलित हो रहा।
ਜਿਹਦੀ ਅੱਜ ਬਹੁਤ ਲੋੜ ਹੈ ਸਾਨੂੰ ਗੁਰੂ ਨਾਲ ਜੁੜਨ ਦੀ। ਸੋ ਜੋ ਥੋੜੀ ਦੇਰ ਲਈ ਆਪ ਜੀ ਨੇ ਸੇਵਾ ਬਖਸ਼ੀ ਹੈ, ਉਸ ਲਈ ਆਪ ਜੀ ਦੀ ਅਸੀਸ ਦੀ ਲੋੜ ਹੈ। ਆਪ ਜੀ ਦਾਸ ਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖੋ, ਮਨ ਕਰਕੇ ਸੀਸ ਗੁਰੂ ਜੀ ਨੂੰ ਝੁਕਾਉਂਦੇ ਹੋਏ ਰਸਨਾ ਪਵਿੱਤਰ ਕਰੀਏ। ਗੱਜ ਕੇ ਬੁਲਾਈਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰ ਵਾਲਿਓ, ਜੀਵਨ ਦਾ, ਮਨੁੱਖ ਜੀਵਨ ਦੀ ਸਫਲਤਾ ਕੀ ਹੈ, ਇਸ ਦੇ ਨਾਲ ਨਾਲ ਜਿਹੜੀਆਂ ਹੇਠਲੀਆਂ ਜੂਨੀਆਂ ਨੇ ਉਹਨਾਂ ਦੀ ਕੀ ਸਥਿਤੀ ਹੈ, ਇਹ ਸਾਨੂੰ ਧਰਮ ਸ਼ਾਸਤਰਾਂ ਤੋਂ ਪਤਾ ਲੱਗਦਾ, ਆਪਣੇ ਆਪਣੇ ਧਾਰਮਿਕ ਗ੍ਰੰਥਾਂ ਤੋਂ ਇਹਨਾਂ ਚੀਜ਼ਾਂ ਦੀ ਸੋਝੀ ਹੁੰਦੀ ਹੈ। ਜਦੋਂ ਅਸੀਂ ਉਹਨਾਂ ਗ੍ਰੰਥਾਂ ਵੱਲ ਧਿਆਨ ਦਿੰਦੇ ਹਾਂ, ਫਿਰ ਸਾਨੂੰ ਇਸ ਗੱਲ ਦਾ ਪਤਾ ਲੱਗਦਾ ਕਿ ਬਾਕੀ ਜੂਨੀਆਂ 'ਚ ਪ੍ਰਭੂ ਭਗਤੀ ਨਹੀਂ ਕੀਤੀ ਜਾ ਸਕਦੀ, ਆਪਣੇ ਸਰੂਪ ਦੀ ਪਹਿਚਾਣ ਨਹੀਂ ਕੀਤੀ ਜਾ ਸਕਦੀ, ਤੇ ਕੇਵਲ ਮਨੁੱਖ ਜੂਨੀ ਹੈ ਜਿਹਦਾ ਵਿੱਚ ਪ੍ਰਭੂ ਭਗਤੀ ਕਰਕੇ ਜੀਵਨ ਨੂੰ ਉੱਚਾ ਉਠਾਉਂਦਿਆਂ ਹੋਇਆਂ ਜੰਮਣ ਮਰਨ ਦੇ ਗੇੜ ਤੋਂ ਨਿਕਲਿਆ ਜਾ ਸਕਦਾ ਹੈ। ਇਸ ਦੇ ਨਾਲ ਨਾਲ ਧਰਮ ਸ਼ਾਸਤਰਾਂ ਤੋਂ ਪਤਾ ਲੱਗਦਾ ਹੈ ਕਿ ਅੱਖਾਂ ਨੂੰ ਕਿੱਥੇ ਵਰਤਣਾ, ਕਿੱਥੇ ਨਹੀਂ ਵਰਤਣਾ, ਕੰਨਾਂ ਨੂੰ ਕਿੱਥੇ ਵਰਤਣਾ, ਕਿੱਥੇ ਨਹੀਂ ਵਰਤਣਾ, ਹੱਥਾਂ ਨਾਲ ਕਿਹੜੇ ਕੰਮ ਕਰਨੇ, ਕਿਹੜੇ ਨਹੀਂ ਕਰਨੇ, ਪੈਰਾਂ ਨਾਲ ਕਿੱਧਰ ਨੂੰ ਚੱਲ ਕੇ ਜਾਣਾ ਜੇ ਗੁਰੂ ਨੇ ਬਖਸ਼ੇ ਨੇ। ਕਈਆਂ ਦੇ ਤੇ ਹੈ ਨਹੀਂ, ਕਈ ਦੀਆਂ ਅੱਖਾਂ ਹੈ ਨਹੀਂ, ਕਈਆਂ ਦੇ ਕੰਨ ਹੈ ਨਹੀਂ, ਜ਼ੁਬਾਨ ਹੈ ਨਹੀਂ, ਦਿਮਾਗ ਹੈ ਨਹੀਂ, ਤੇ ਜਿਹਦਾ ਸਾਰਾ ਕੁਝ ਠੀਕ ਹੈ ਉਹਨਾਂ ਇਹਨਾਂ ਨੂੰ ਵਰਤਣਾ ਕਿਵੇਂ, ਇਹ ਵੀ ਧਰਮ ਸ਼ਾਸਤਰਾਂ ਤੋਂ, ਗ੍ਰੰਥਾਂ ਤੋਂ ਪਤਾ ਲੱਗ ਜਾਂਦਾ। ਇਹ ਚੀਜ਼ਾਂ ਪੜ੍ਹਾਈ ਵਿੱਚ ਨਹੀਂ ਜ਼ਿਆਦਾ ਦੱਸੀਆਂ ਗਈਆਂ। ਇੱਕ ਹੋਰ ਗੱਲ ਦੱਸੀ ਜਾਂਦੀ ਹੈ ਕਿ ਹਰ ਜ਼ਿੰਦਗੀ ਵਿੱਚ ਪਸ਼ੂਆਂ ਵਿੱਚ ਵੀ ਹੈ, ਉਹਨਾਂ ਨੂੰ ਅਹਿਸਾਸ ਨਹੀਂ ਹੈ, ਉਹ ਹੈ ਸੁੱਖ ਤੇ ਦੁੱਖ। ਪਸ਼ੂਆਂ ਵਿੱਚ ਅਮੀਰੀ ਤੇ ਗਰੀਬੀ ਨਹੀਂ ਹੈ, ਮਨੁੱਖ ਜੂਨੀ ਵਿੱਚ ਅਮੀਰੀ ਤੇ ਗਰੀਬੀ ਇਹ ਹੈ ਕਿ ਕੋਈ ਪਸ਼ੂ ਬਹੁਤ ਹੈਲਦੀ ਹੈ, ਤਾਕਤਵਰ ਹੈ। ਇੱਕ ਘੋੜਾ BSF 'ਚ ਜਾਂ ਪੁਲਿਸ ਦਾ ਘੋੜਾ ਹੈ, ਉਹਨੂੰ ਬੜਾ ਚੈੱਕ ਕੀਤਾ ਜਾ ਰਿਹਾ, ਉਹਦੀ ਖੁਰਾਕ ਪੂਰੀ ਦਿੱਤੀ ਜਾ ਰਹੀ ਹੈ। ਇੱਕ ਘੋੜਾ ਗਰੀਬ ਘੁਮਿਆਰ ਕੋਲ ਹੈ, ਇੱਕ ਘੋੜਾ ਕੋਈ ਪ੍ਰਦਰਸ਼ਨੀ ਹੈ ਜਿਹੜਾ ਇਨਾਮ ਜਿੱਤਦਾ, ਇਹ ਵੀ ਘੋੜੇ ਹੀ ਨੇ। ਪਰ ਜਿਹੜਾ ਆਮ ਗਰੀਬ ਦਾ ਘੋੜਾ, ਉਹ ਰੂੜੀਆਂ ਤੇ ਚੁੱਕ ਚੁੱਕ ਕੇ ਉਹਨੂੰ ਸਾਰਾ ਗਾਲਾ ਪਿਆ ਹੁੰਦਾ, ਕਿਸੇ ਦੀ ਖੁਰ ਬਿੰਗਾ ਹੋਇਆ ਹੁੰਦਾ, ਉਹਦੀ ਜ਼ਿੰਦਗੀ ਦੇ ਦਿਨ ਕੱਟਦਾ। ਇਹ ਵੀ ਦੱਸਿਆ ਜਾਂਦਾ, ਜਿੱਥੇ ਇਹ ਦੱਸਿਆ ਜਾਂਦਾ ਅੱਖਾਂ, ਕੰਨ, ਲੱਤਾਂ, ਮਨ ਦੀ ਕੀ ਸਥਿਤੀ ਹੈ, ਮਨ ਕੀ ਹੈ, ਕਿਉਂਕਿ ਮਨ ਜਾਗਿਆ ਹੋਇਆ ਉੱਦਾਂ ਤਾਂ ਸੁੱਤਾ, ਪਰ ਜਿਹੜਾ ਜ਼ਿਆਦਾ ਪ੍ਰਫੁੱਲਤ ਹੋਇਆ ਸੀ ਬੁੱਧੀ ਦੇ ਲੈਵਲ ਤੇ, ਉਹ ਮਨੁੱਖ ਹੋਇਆ ਸੀ। ਔਰ ਇਹ ਮਨੁੱਖ ਬਹੁਤ ਮਾੜੇ ਤੋਂ ਮਾੜੇ ਕੰਮ ਕਰ ਸਕਦਾ ਹੈ, ਚੰਗੇ ਤੋਂ ਚੰਗੇ ਕੰਮ ਕਰ ਸਕਦਾ ਹੈ। ਮਾੜੇ ਤੇ ਚੰਗੇ ਕੰਮਾਂ ਦੀ ਸੋਝੀ ਸੰਗਤ ਵਿੱਚੋਂ ਤੇ ਕਸੰਗਤ ਵਿੱਚੋਂ ਮਿਲਦੀ ਹੈ। ਦੋ ਚੀਜ਼ਾਂ ਹੈ, ਇੱਕ ਸੰਗਤਾਂ ਤੇ ਸੰਗਤਾਂ ਪਸ਼ੂਆਂ 'ਚ ਨਹੀਂ ਹੈ। ਪਸ਼ੂਆਂ 'ਚ ਇਹ ਨਹੀਂ ਵੀ ਉੱਥੇ ਕੀਰਤਨ ਹੁੰਦਾ, ਉੱਥੇ ਚੰਗੀਆਂ ਗੱਲਾਂ ਕੀਤੀਆਂ ਜਾਂਦੀਆਂ, ਉੱਥੇ ਪਸ਼ੂ ਬੈਠੇ ਨੇ, ਐਸਾ ਕਦੇ ਨਹੀਂ ਹੋਏਗਾ। ਔਰ ਜਿੰਨੇ ਵੀ ਅਵਤਾਰ ਪੈਗੰਬਰ ਆਏ ਨੇ, ਉਹ ਕੇਵਲ ਮਨੁੱਖ ਨੂੰ ਹੀ ਸਮਝਾਉਣ ਵਾਸਤੇ ਆਏ, ਪਸ਼ੂਆਂ ਨੂੰ ਸਮਝਾਉਣ ਦੀ ਕੋਈ ਲੋੜ ਨਹੀਂ। ਔਰ ਤੁਸੀਂ ਆਪ ਦੇਖ ਸਕਦੇ ਹੋ, ਤੁਹਾਡੇ ਤੁਸੀਂ ਜ਼ਿਮੀਂਦਾਰ ਭਰਾ ਹੋ, ਤੁਹਾਡੇ ਜਿਹੜੇ ਜਿੰਨੇ ਵੀ ਪਸ਼ੂ ਨੇ, ਉਹਨਾਂ 'ਚੋਂ ਕੋਈ ਵੀ ਪਸ਼ੂ ਜਿਹਨੂੰ ਅਸੀਂ ਬਹੁਤਾ ਨਕਾਰਾ ਸਮਝਦੇ ਹਾਂ, ਅਸੀਂ ਕੁੱਤਾ ਸਾਡਾ ਸ਼ਬਦ ਲੋਭ ਕਰਕੇ, ਹਲਕਾ ਕਰਕੇ ਉਹਨੂੰ ਮਾੜਾ ਸਮਝਦੇ ਹਾਂ, ਜਾਂ ਖੋਤਾ ਮਾੜਾ ਸਮਝਦੇ ਹਾਂ ਜਿਹੜਾ ਰੂੜੀਆਂ ਤੇ ਲੇਟਦਾ, ਦਲੱਤੇ ਮਾਰਦਾ,
ਇਹ ਗੱਲ ਤੁਸੀਂ ਸਮਝ ਸਕਦੇ ਆ ਵੀ ਇਹਨਾਂ ਵਿੱਚ ਕੋਈ ਵੀ ਪਸ਼ੂ ਕਦੇ ਵੀ ਠੇਕੇ ਤੇ ਸ਼ਰਾਬ ਖਰੀਦਣ ਨਹੀਂ ਜਾਂਦਾ, ਨਾ ਠੱਠੀ 'ਚ ਸ਼ਰਾਬ ਖਰੀਦਣ ਜਾਂਦਾ। ਪਸ਼ੂ ਜਿਹੜਾ ਤੁਹਾਤੋਂ ਬਹੁਤ ਹੇਠਲੇ ਪੱਧਰ ਤੇ ਜੀ ਰਿਹਾ। ਇਸ ਕਰਕੇ ਜਿੰਨੇ ਸਾਡੇ ਸਮਾਗਮ ਨੇ ਉਹਨਾਂ ਵਿੱਚ ਕੇਵਲ ਆਪ ਜੀ ਨੂੰ ਜਗਾਉਣ ਦਾ, ਆਪ ਜਾਗਣ ਦਾ ਤੇ ਤੁਹਾਨੂੰ ਜਗਾਉਣ ਦਾ ਯਤਨ ਕੀਤਾ ਜਾਂਦਾ। ਅਸੀਂ ਵੀ ਜਾਗੀਏ ਤੇ ਤੁਸੀਂ ਵੀ ਜਾਗੋ। ਜਾਗਣ ਦਾ ਮਤਲਬ ਇਹ ਨਹੀਂ ਵੀ ਤੁਸੀਂ ਸੁੱਤੇ ਆ, ਸੁੱਤੇ ਆ ਅਸੀਂ ਸਾਰੇ ਮਾਇਆ, ਮੋਹ ਮਾਇਆ ਦੀ ਨੀਂਦ ਵਿੱਚ ਸੁੱਤੇ ਆ। ਪਸ਼ੂ ਇਸ ਮੋਹ ਮਾਇਆ ਦੀ ਨੀਂਦ ਵਿੱਚ ਨਹੀਂ ਸੁੱਤੇ, ਉਹ ਉਦਾਂ ਹੀ ਸੁੱਤੇ ਨੇ, ਪੱਕੇ ਸੁੱਤੇ ਨੇ, ਉਹਨਾਂ ਦੀ ਬੁੱਧੀ ਨਹੀਂ ਹੈ। ਪਰ ਕੁਦਰਤ ਨੇ ਉਹਨਾਂ ਨੂੰ ਸਿਸਟਮ ਏਦਾਂ ਚ ਬੰਨ ਦਿੱਤਾ ਵੀ ਉਹ ਬਹੁਤੇ ਗਲਤ ਕੰਮ ਨਹੀਂ ਕਰਦੇ। ਕੋਈ ਪਸ਼ੂ ਕਿਸੇ ਦਾ ਕਤਲ ਨਹੀਂ ਕਰੇਗਾ। ਹਾਂ, ਸੱਪ ਤੇ ਪੈਰ ਰੱਖੋਗੇ ਤੇ ਡੰਗ ਉਹਨੂੰ ਦਿੱਤਾ, ਕੁਦਰਤ ਨੇ ਮਾਰ ਦਊਗਾ। ਬਿਨਾਂ ਮਤਲਬ ਤੋਂ ਛੇੜਿਆ ਨਹੀਂ ਉਹ ਕੁਝ ਵੀ ਕਹੂਗਾ। ਇਸ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਨੇ, ਬਲਹਾਰੀ ਗੁਰ ਆਪਣੇ ਦਿਓ ਹਾੜੀ ਸਦਬਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਹਰ। ਸੋ ਦਾਸ ਤੋਂ ਪਹਿਲਾਂ ਵੀ ਗੁਰੂ ਦੀ ਮਹਿਮਾ ਦਾ ਸ਼ਬਦ ਗਾਇਆ ਜਾ ਰਿਹਾ ਸੀ, ਗੁਰੂ ਪ੍ਰੀਤ ਦਾ ਸ਼ਬਦ ਗਾਇਆ ਜਾ ਰਿਹਾ ਸੀ। ਐਸੀ ਪ੍ਰੀਤ ਕਰੋ ਮਨ ਮੇਰੇ। ਹੁਣ ਗੁਰੂ ਕੌਣ ਹੈ, ਇਹਦੇ ਨਾਲ ਨਾਲ ਥੋੜਾ ਧਿਆਨ ਰੱਖਣਾ ਹੈ ਕਿ ਸਿੱਖ ਕੌਣ ਹਨ। ਕਿਉਂਕਿ ਸਿੱਖਾਂ ਦੇ ਨਾਲ ਮੁਸਲਮਾਨ ਨੇ ਜਿਨੀ ਸਾਡੇ ਤੇ ਰਾਜ ਕੀਤਾ, ਇਸੇ ਪੰਜਾਬ ਵਿੱਚ ਬੈਠੇ ਨੇ। ਈਸਾਈ ਨੇ ਜਿਨੀ ਸਾਡੇ ਤੇ ਰਾਜ ਕੀਤਾ ਹਿੰਦੁਸਤਾਨ ਤੇ, ਆਪਣਾ ਧਰਮ ਲੈ ਕੇ ਆਏ ਤੇ ਇੱਥੇ ਛੱਡ ਗਏ। ਤੁਸੀਂ ਜ਼ਮੀਨ ਦਿੱਤੀ ਉਹਨਾਂ ਨੂੰ, ਰਿਕਵਾਇਰ ਕੀਤੀ ਉਹਨੇ ਧਾਰੀਵਾਲ ਦੀ ਜ਼ਮੀਨ ਕਾਫੀ। ਇੱਥੇ ਸਾਡੇ ਰੁਜ਼ਗਾਰ ਵਾਸਤੇ ਇੱਕ ਮਿਲ ਖੋਲੀ। ਸਾਡੇ ਇਸ ਇਲਾਕੇ ਦੇ ਸਾਰੇ ਰੋਟੀ ਰੋਜੀ ਦੇ ਸਾਧਨ ਕਰਕੇ ਸਾਈਕਲਾਂ ਤੇ ਜਾ ਕੇ ਮਿਲ ਤੇ ਕੰਮ ਕੀਤਾ, ਨੰਗੇ ਦਾ ਤਨ ਢੱਕਿਆ ਤੇ ਪੈਸੇ ਲਏ ਉਹਨੀ ਤੇ ਅਸੀਂ ਲਈ ਉਜਰਤ, ਤਨਖਾਹ ਲਈ ਛੋਟੀ ਮੋਟੀ, ਪਰ ਸਾਡੀ ਰੋਟੀ ਪਾਣੀ ਚੱਲਦਾ ਰਿਹਾ। ਇਹ ਮਿਲ ਅੰਗਰੇਜ਼ਾਂ ਨੇ ਲਾਈ। ਆ ਜਿਹੜੇ ਨਹਿਰਾਂ ਕੱਢੀਆਂ ਅੰਗਰੇਜ਼ਾਂ ਨੇ ਕੱਢੀਆਂ। ਜਿਹੜੇ ਤੁਹਾਡੇ ਕਲੇਰਾਂ ਵਾਲੇ ਪੁਲ ਬਣਾਏ ਨੇ ਅੰਗਰੇਜ਼ਾਂ ਦੇ ਬਣੇ ਨੇ। ਇਹਨਾਂ ਦਾ ਪੁਲ ਟੁੱਟ ਜਾਣਾ ਸੀ ਹੁਣ ਤੱਕ, ਪਰ ਉਹ ਆਪਣਾ ਧਰਮ ਲੈ ਕੇ ਆਏ। ਉਹਨਾਂ ਦੇ ਅੰਦਰ ਆਪਣੇ ਧਰਮ ਨੂੰ ਵਧਾਉਣ ਦੀ ਬੜੀ ਰੁਚੀ ਹੈ। ਮੁਸਲਮਾਨਾਂ 'ਚ ਬੜੀ ਰੁਚੀ ਹੈ, ਈਸਾਈਆਂ 'ਚ ਬੜੀ ਰੁਚੀ ਹੈ। ਸਿੱਖਾਂ ਨੇ ਆਪਣਾ ਧਰਮ ਵਧਾਉਣਾ ਕੀ ਹੈ, ਇਹਨਾਂ ਨੂੰ ਧਰਮ ਬਾਰੇ ਦੱਸਿਆ ਹੀ ਨਹੀਂ ਜਾਂਦਾ। ਇਹ ਇੰਨੀ ਗੱਲ 'ਚ ਆਕੜੇ ਆ ਵੀ ਅਸੀਂ ਗੁਰਦੁਆਰਾ ਬਣਾਇਆ ਵਾ। ਇਸ ਕਰਕੇ ਅਸੀਂ ਪਹਿਲਾਂ ਹਿੰਦੁਸਤਾਨ ਦੇ ਵਸਨੀਕ ਸਾਂ। ਇੱਥੋਂ ਦੀ ਜਿਹੜੀ ਰੂਪ ਰੇਖਾ ਬਣੀ ਹੋਈ ਸੀ ਲੰਮੇ ਸਮੇਂ ਤੋਂ, ਉਹ ਬ੍ਰਾਹਮਣ ਦੇ ਹੱਥ ਵਿੱਚ ਸੀ ਸਾਰਾ ਕੁਝ। ਬ੍ਰਾਹਮਣ ਸਾਡੇ ਵਿਆਹ ਪੜਦਾ ਸੀ, ਬ੍ਰਾਹਮਣ ਸਾਡੇ ਮਰੇ ਬੰਦਿਆਂ ਦੇ ਪੱਤਲ ਮੁੰਦੇ ਕਰਾਂਦਾ ਸੀ, ਗੰਗਾ ਸਾਨੂੰ ਤੋੜਦਾ ਸੀ। ਪੈਦਲ ਤੁਰ ਕੇ ਅਸੀਂ ਗੰਗਾ ਫੁੱਲ ਪਾਣ ਜਾਂਦੇ ਸੀ ਬੰਦਿਆਂ ਦੇ। ਬ੍ਰਾਹਮਣ ਸਾਨੂੰ ਹਰ ਕਿਸਮ ਦੀ ਗੱਲ ਸਮਝਾਉਂਦਾ ਸੀ, ਵਹਿਮ ਵੀ ਬੜੇ ਪਾਉਂਦਾ ਸੀ। ਸਾਨੂੰ ਧਰਮ ਦਾ ਗ੍ਰੰਥ ਪੜ੍ਹਨ ਦਾ ਹੱਕ ਨਹੀਂ ਸੀ ਦਿੱਤਾ ਹੋਇਆ। ਹਿੰਦੁਸਤਾਨ 'ਚ ਜਨਾਨੀ ਨੂੰ ਬੰਦੇ ਦੇ ਬਰਾਬਰਤਾ ਨਹੀਂ ਦਿੱਤੀ ਗਈ। ਹਿੰਦੁਸਤਾਨ 'ਚ ਨੀਵੀਂ ਜਾਤੀਆਂ ਦੇ ਲੋਕਾਂ ਨੂੰ ਪ੍ਰਭੂ ਭਗਤੀ ਦਾ ਹੱਕ ਨਹੀਂ ਦਿੱਤਾ ਗਿਆ। ਹਿੰਦੁਸਤਾਨ ਵਿੱਚ ਜਾਤ ਪਾਤ ਦਾ ਬੋਲਬਾਲਾ ਬਣਾ ਕੇ ਰੱਖਿਆ ਗਿਆ ਵੀ ਇਹ ਦਲਿਤ ਸ਼ੂਦਰ ਹੁੰਦੇ ਨੇ, ਅਬੈਸ਼ ਹੁੰਦੇ ਨੇ, ਇਹਨਾਂ ਦਾ ਕੰਮ ਵਾਰ ਕਰਨਾ ਤੇ ਰੋਟੀ ਰੋਜੀ ਦਾ ਸਾਧਨ ਪੈਦਾ ਕਰਨਾ ਹੈ। ਦੂਸਰਾ ਕਸ਼ਤਰੀ ਹੈ, ਇਹਦਾ ਕੰਮ ਹੈ ਲੜਨਾ। ਤੀਸਰਾ ਬ੍ਰਾਹਮਣ ਹੈ, ਚੌਥਾ ਇਹਦਾ ਕੰਮ ਹੈ ਕਿ ਲੋਕਾਂ ਦੇ ਧਾਰਮਿਕ ਕੰਮ ਕਰਾਣੇ। ਇਸ ਇਥੋਂ ਦੀ ਹਾਲਤ, ਵਹਿਮ ਭਰਮ ਪਖੰਡ, ਹਰ ਬੰਦਾ ਸਹਿਮਿਆ। ਇੱਥੇ ਉਸ ਟਾਈਮ ਵਿੱਚ ਗੁਰੂ ਨਾਨਕ ਦੇ ਟਾਈਮ ਵਿੱਚ ਪਹਿਲਾਂ ਜੋਗੀ ਸਨ, ਜਿਨ੍ਹਾਂ ਦਾ ਕੱਲੇ ਕੱਲੇ ਦਾ ਗੁਰੂ ਪਾਤਸ਼ਾਹ ਨੇ ਆਸਾ ਦੀ ਵਾਰ 'ਚ ਜ਼ਿਕਰ ਕੀਤਾ।
कुछ लोग दान करते होंगे सन, दानी होंगे सन, ते गुरु पातशाह के टाइम च मुसलमान आ चुके सन, जिहदे बारे गुरु पातशाह कहते हैं मुसलमाना सिफत शरीयत पढ़ पढ़ करें विचार। ਜਿਹੜੇ मुसलमान ਉਹ ਸ਼ਰਅ ਦੀ ਸਿਫਤ ਕਰਦੇ ਨੇ ਵੀ ਬੰਦੇ ਨੂੰ परमात्मा ਨੂੰ ਮਿਲਣ ਲਈ ਪੈਗੰਬਰ ਦੀ ਉਹਦੇ ਦੱਸੇ ਹੋਏ ਰਸਤੇ ਤੇ ਤੁਰਨਾ ਪਏਗਾ। मुसलमाना सिफत शरीयत पढ़ पढ़ करें विचार, बंदे से जे पवें बिच बंदी वेखण को दीदार। उस अल्लाह वाहिगुरु दा दीदार करन लई जिहड़ा बंदा है वह बंदगी च पैंदा है, वो एक पाबंदी च पैंदा है जिंदगी विच। वो पाबंदी उहनूं धर्म दे नां ते लाई जांदी है। बंदे सेजे पवे च बंदी वेखण को दीदार। अगे सी हिंदू हिंदू सालाही सलाहन दर्शन रूप अपार। वो दर्शनां दे शास्त्रां दा विचार करदा सी, दर्शनां शास्त्रां दे जरिए परमात्मा दी सिफत करदा सी। सालाही सलाहन दर्शन रूप अपार। ते होर की करदा सी? तीर्थ नहावैं, पूजा पूजा दा विधि विधान सी, किद्दां पूजा करनी है, मंदिर च मूर्ति पूजा किवें करनी है, किहड़ी उंगली नाल तिलक लाना है, किस तरीके नाल चन्नन दी चौंक उहदे ते पत्थर दे उत्ते रगड़ना है, किवें मूर्ति दा इशनान कराना है, किवें हवन करना है। इत्थे इक नाल ऐसी हिंदू दी दसी होई गल। तीर्थ नहावैं अर्चा पूजा अगर बास बहकार। एक हैगे सी जोगी गोरखोरी। जोगियां बारे गुरु पातशाह ने बेरवा दिता। जोगी सुन ध्यान जेते अलख नाम करतार। वो साडे घर ते भी नहीं कहना अलख असी खैर पाण जाना। वो असी अपने तरीके दे, वो भी लोकां नूं बड़े डरांदे सी। असी डरदे सी भी कि सानू कोई बचन ना दे जे, साडे घर दा सारा कुछ ना खत्म कर दे। सूक्ष्म मूर्त नाम निरंजन काया का आकार। वो माया तो रहत प्रभु की बंदगी नशे आदि का सेवन करके उन्होंने लभण का यतन करते सन। अगे सी दानी सतियां मन संतोख उपजा देने का विचार। दानी लोग उन्होंने तो दान कराना ही नहीं, तो उन्हें की करना? दे दे मंगे सहसा गुणा शोभ करें संसार। उन्हीं दानिया ने जिथे दान देना उथे रब कोलों मंगना भी जे तैनूं दिता है तो सानू भी दे, तो दिते च देवांगे। ते देना थोड़ा ते मंगना 1000 गुणा वध। दे दे मंगे सहसा गुणा शोभ करें। एक होर चीज चाहते सी भी मैं जदों दान करांगा दुनिया मेरी अछ अछ करेगी भी इन्हां जी गड्डी दान कर दी है। शोभा लैनी है दुनिया को। ऐसी सतियां दी कम सतियां मन संतोख उपजाए। ये पैसा जे हथों छड्डना ते थोड़ा जिहा संतोख नाल छड्डना पैंदा, पर वो संतोख नहीं कहा जाता। जिहड़ा दे दे मंगे सहसा गुणा शोभ करें संसार, उहदे मगर कोई लालसा है। अगे एक कैटेगरी सी देश विच झूठे लोग, कूड़ा यारां, चोरां, चोरी करने वाले चोरां यारां ते कुड़ियारां, खराबां बेकार। एक होंदा खाए। ये सारी कैटेगरी जिहड़े पिछले माड़े मोटे कर्म चंगे कीते सी इत्थे खा ले। एक होंदा खाए चले थाऊ तिना भी काई, गां नूं कोई काम नहीं कीता। हुण बत्ते हर नाम ना बीजियो, अगे भुखा क्या खाए। जल थल जियां पुरियां लोहां आकारां आकार। किन्ने पानी 75 हिस्से, 25 हिस्से जमीन थल। वो जमीन ते बड़े बड़े रेत दे थल पे ने। जल थल जियां पुरियां ब्रह्मपुरी, शिवपुरी, इंद्रपुरी, विष्णुपुरी, गुरपुरी जड़ियां अणदिसदे संसार विच ने। जल थल जियां पुरियां लोहां आकारां आकार। भांत भांत दियां शक्लां। ये इत्थों की धरती की रचना बारे गुरु पातशाह कहते हैं
ओए जे आखे सो तू है जाने, जो जो उन्हां दे अंदर दी तमन्ना वो तू ही अकाल पुरख वाहिगुरू तू जानदा। सारे नहीं जानते कि किहदे अंदर किहड़ी गल है, किहदे अंदर किहड़ी गल है, वो तू जानदा। तां उहनूं असीं अंतरजामी करके कहने आ। वो जदों पहले सी जी उन्हां नूं भी जानदा सी, जिहड़े मगरों आने सातों उन्हां नूं भी जानदा, सानूं भी जानदा। तिना भी तेरी सार, नानक भगतां भुख सलाहण सच नाम आधार। सदा आनंद रहें दिन राती गुणवंतियां पछार। अगे आगे भगत लोग वो नाम जप के आनंद बनते मनाते ने। ते एक उन्हां च खूबी हुंदी है, वो गुण बयान बंदियां दी पैरां दी धूड़ होके रहिंदे ने। अपने गुणां दा हंकार नहीं करते। ये गुण ते अवगुण परमात्मा दे ने। सो मैं अपने चैप्टर नूं दूर नहीं खड़ना, तुसीं कीर्तन सुनना है। ये भाई साहब ने मैनूं हुक्म लाया, मैं कोशिश करदा भी शाम दे तुहाडे दीवान कीर्तन नाले सजे जाण। मेरे को सवेरे मैं 2 थां ते जाके आ गया, घंटा घंटा हुण मेरी उम्र नहीं है बहुता कोई खप करन दी। इस करके तुहाडे चरनां 'च कुछ बेनतियां अजे तक असीं कई बार कर चुके हैं। ये नहीं भी असीं कैलियां 'च पहली बार आए हैं, कैलियां 'च असीं आम फिरदे रहे। और तुहानूं इस धरती ते थोड़ा बहुत माण सी भी इत्थे चंगे बजुर्ग महापुरख होए ने, जिन्हें तुहानूं कोशिश की भी लोग सादा जीवन बतीत करन ते नशियां तो ते गुरेज करन ते ईमानदारी नाल काम करन। जिहदा विहार शुद्ध है उहदा परमार्थ शुद्ध है। भाव लैण देण विच ठगी ठोरी दा काम ना करन। इहनूं कहंदे विहार। जिहदा विहार शुद्ध है उहदा परमार्थ रब दे रस्ते ते उहदी सुधाई चलेगी। ते जिहदा विहार ही गंदा है, जिहदा खाण पाण ही चंगा नहीं, जिहदा बहन खलोण ही किसी गंदियां बंदियां नाल है, वह रब दे रस्ते ते चल जोगा नहीं रहेगा। पर दुख नाल ये गल कही जाती है, क्योंकि सिखां विच सख्ती नहीं रखी गई। सिखां दे आले दुआले जिहड़े हैगे सन मुसलमान, उन्हां च सख्ती की गई कि हर मुसलमान नूं सुन्नत करानी पेगी। जिहड़ा नहीं कराएगा उहनूं समाज विचों कढ़ दिता जाएगा। हर एक नूं नमाज़ां पढ़नियां पैणगियां, रोजे रखने पैणगे, चाहे बेईमानी करनी कुछ भी करनी, पर तैनूं धर्म विच जरूर आना पेगा। जे मुसलमान लिखना तैनूं मुसलमान बनना पेगा। ये सख्ती ईसाइयां ने रखी। हर ईसाई बंदे नूं पानी च गोता लैके ईसा ते यकीन करना पेगा। बाइबल पढ़नी पेगी, सुननी पेगी, गिरजे च जाना पेगा, पादरी कोल जाना पेगा। तां कौमां इकट्ठियां रहियां, पर जिहड़ा हिंदुस्तान सी, हिंदू जिहड़ा सी, वो इकट्ठा नहीं कर सकिया लोकां नूं। उन्हां नीवीं जातां दे लोकां नूं पैरां दी जुत्ती तो भी थल्ले रखण दा यतन कीता, जिन्हां तो बिना साडा कोई भी काम नहीं चल सकदा सी। जे तुहानूं उन्हां ते इन्नी नफरत सी, तुसीं मरे डंगरां दी आप खल ला लैंदे जां उहनूं किते दब दिंदे, उन्हां नूं ना चुकांदे, जुत्ती आप सी लैंदे, टाकियां ला लैंदे, या नंगे पैरी चलते रहंदे, उन्हां नूं ना पुछदे, वो होर किरत करके रोटी खा लैंदे। वो तुहाडे घरां दी सफाई ना करदे, तुहाडे झूठे भांडे ना मांजदे, वो भी कोई ना कोई माड़ी मोटी दुकानदारी जां किरत करके रोटी खा लैंदे। पर उन्हां नूं बन्न दिता गया हिंदुस्तान विच भी तुसीं आहे काम करना सारी जिंदगी, भगती नहीं करनी। इस करके गुरु नानक दा युग लग्या। उन्हीं फिर उस धर्म विच जिहड़ियां कमियां सी वो सारियां कढ के नवां खालसा पंथ तैयार कीता, जिहदे च तुसीं जम्मे आ। हुण पहलां असीं कित्थे रहे हैं मैनूं नहीं पता, पर मैनूं इंज महसूस हुंदा है कि असीं पहलां इसे धरती नाल जुड़े रहे होवांगे, क्योंकि अंग्रेज़ां दे सुभाਅ होर तरीके दे ने। वो बाहरों ते अंदरों इक्को जे नज़र आते हैं। वो कपड़े का दिखावा नहीं करते, जिद्दां नूं तुरे पाटी निकर पाई तुदी पई, तुहाडे च बहुत कुछ हो रहा है। तुहाडा बाहर भी हो रहा है ते तुहाडा अंदर भी हो रहा है। इत्थों साबित हुंदा तुहाडे च हजे तक जात का हंकार है भी मैं जट हुन्ना, किहदे नालों घट हुन्ना, पर उन्हां च जात का कोई हंकार नहीं है। ये क्यों होया? क्योंकि असीं इस धरती नाल काफ़ी लंबे समय तो जुड़े हैं, तां साडे चों गल पक्की होई पई है
ਵੀ ਮੈਂ ਆ ਹੁੰਨਾ, ਮੈਂ ਆ ਹੁੰਨਾ। ਜਿੱਦਾਂ ਸਾਡੇ 'ਚ ਗੱਲ ਪੱਕੀ ਹੋਈ ਆ ਵੀ ਮੈਂ ਜੱਟ ਹੁੰਨਾ, ਉੱਦਾਂ ਚਮਿਆਰ ਦੇ ਮਨ 'ਚ ਵੀ ਗੱਲ ਪੱਕੀ ਕਪਾ ਦਿੱਤੀ ਗਈ ਵੀ ਤੂੰ ਚਮਿਆਰ ਹੁੰਨਾ। ਇਦੋਂ ਗੁਰੂ ਨਾਨਕ ਨੇ ਸਾਰਾ ਕੁਝ ਦੇਖਿਆ, ਸਮਾਂ ਬਦਲਦਾ ਗਿਆ, ਚਮਿਆਰਾਂ ਦਾ ਕੰਮ ਚਮਿਆਰਾਂ ਤੋਂ ਬੰਦ ਹੋ ਗਿਆ। ਇੱਥੇ ਹੱਡਾ ਰੋੜਾ ਬਣਿਆ ਵਾ ਧਾਰੀਵਾਲ ਦੇ ਪਾਲੇ ਪਾਸੋਂ, ਇੱਕ ਅਸਾਈ ਵੀਰ ਨਾਲ ਖੋਲਿਆ ਵਾ, ਚੰਗੀ ਕੋਠੀ ਪਾਈ ਵੀ ਆ, ਠੀਕ ਹੈ, ਹੱਡ ਇਕੱਠੇ ਕਰਦਾ ਵੇਚ ਦਿੰਦਾ ਪਿਆ, ਹੱਡਾਂ ਦੀ ਲੋੜ ਹੈ, ਤੁਸੀਂ ਨਹੀਂ ਟਰੱਕ ਲਿਜਾ ਕੇ ਜਾ ਸਕਦੇ। ਉਹਨਾਂ ਸਿਰ ਤੋਂ ਕੋਠੀ ਪਾਈ ਹੋਈ। ਇਹ ਕੰਮ ਪਹਿਲਾਂ ਅਸੀਂ ਚਮਿਆਰਾਂ ਨੂੰ ਦਿੱਤਾ ਸੀ। ਹਿੰਦੁਸਤਾਨ ਦੇ ਬ੍ਰਾਹਮਣ, ਮੈਂ ਹੁਣ ਤੁਹਾਨੂੰ ਮੇਨ ਮਕਸਦ ਜਿਹੜਾ ਉਸ ਪਾਸੇ ਲੈ ਕੇ ਆਣਾ ਆਪਾਂ, ਵੀ ਜਿਵੇਂ ਉਹਨਾਂ ਦਾ ਜ਼ਰੂਰੀ ਸੀ ਸੁਨਨਤ ਕਰਾਣੀ, ਉਹਨਾਂ ਦੀ ਜ਼ਰੂਰੀ ਸੀ ਪਾਣੀ 'ਚ ਗੋਤਾ ਲੈਣਾ, ਹਿੰਦੂਆਂ ਦਾ ਜ਼ਰੂਰੀ ਸੀ ਜਨੇਊ ਪਾਣਾ, ਇਸੇ ਤਰੀਕੇ ਨਾਲ ਤੁਹਾਡਾ ਜ਼ਰੂਰੀ ਕੀਤਾ ਗਿਆ ਸੀ 1699 ਤੋਂ ਬਾਅਦ ਪੰਜਾਂ ਪਿਆਰਿਆਂ ਤੋਂ ਖੰਡੇ ਦੀ ਪੌਲ ਛਕਣੀ। ਜਿਵੇਂ ਉਹਨਾਂ ਦਾ ਜ਼ਰੂਰੀ ਸੀ ਇੱਕ ਦੂਜੇ ਨੂੰ ਮਿਲਣ ਲੱਗਿਆ ਸਲਾਮ ਅਲੈਕਮ ਵਾਲੇਕਮ ਸਲਾਮ ਕਰਨਾ, ਜਿਵੇਂ ਉਹਨਾਂ ਦਾ ਜ਼ਰੂਰੀ ਸੀ ਇੱਕ ਦੂਜੇ ਨੂੰ ਮਿਲਣ ਲੱਗਿਆ ਰਾਮ ਰਾਮ ਜਾਂ ਨਮਸਤੇ ਕਹਿਣਾ ਹਿੰਦੂਆਂ ਦਾ, ਜਿਵੇਂ ਜ਼ਰੂਰੀ ਸੀ ਈਸਾਈਆਂ ਦਾ ਸਲਾਮ ਦੁਆ ਕਹਿਣਾ, ਇਵੇਂ ਤੁਹਾਡਾ ਜ਼ਰੂਰੀ ਸੀ ਕਹਿਣਾ 1699 ਤੋਂ ਬਾਅਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਮੁਸਲਮਾਨਾਂ ਨੂੰ ਜ਼ਰੂਰੀ ਸੀ ਮਸਜਿਦ ਬਣਾਣੀ ਪਿੰਡ ਵਿੱਚ, ਹਿੰਦੂਆਂ ਨੂੰ ਜ਼ਰੂਰੀ ਸੀ ਮੰਦਿਰ ਬਣਾਉਣਾ ਪਿੰਡ ਵਿੱਚ, ਈਸਾਈਆਂ ਨੂੰ ਜ਼ਰੂਰੀ ਸੀ ਆਪਣੀ ਆਬਾਦੀ ਵਿੱਚ ਗਿਰਜਾ ਖੜਾ ਕਰਨਾ, ਇਵੇਂ ਹੀ ਤੁਹਾਨੂੰ ਜ਼ਰੂਰੀ ਸੀ ਵੀ ਆਪਣੇ ਪਿੰਡ 'ਚ ਕੀ ਬਣਾਉਣਾ, ਗੁਰਦੁਆਰਾ ਬਣਾਉਣਾ। ਜਿਵੇਂ ਹਿੰਦੂਆਂ ਨੂੰ ਜ਼ਰੂਰੀ ਸੀ ਅੱਗ ਬਾਲ ਕੇ ਮੁੰਡੇ ਕੁੜੀ ਦਾ ਵਿਆਹ ਪੜ੍ਹਨਾ ਰਾਤ ਨੂੰ, ਈਸਾਈਆਂ ਨੂੰ ਜ਼ਰੂਰੀ ਸੀ ਨਿਕਾਹ ਕਰਨਾ, ਮੁਸਲਮਾਨਾਂ ਦਾ ਨਿਕਾਹ ਹੋਣਾ ਪਾਦਰੀ ਤੇ ਮੌਲਵੀ ਜਾਂ ਕਾਜੀ ਨੇ ਪੜ੍ਹਨਾ, ਤੇ ਉਸੇ ਤਰੀਕੇ ਨਾਲ ਤੁਹਾਡਾ ਹੋਣਾ ਸੀ ਆਨੰਦ ਕਾਰਜ ਜਿਹੜਾ ਤੁਸੀਂ ਕਰਦੇ ਹੋ ਗ੍ਰੰਥੀ ਨੇ ਕਰਨਾ। ਜਿਵੇਂ ਉਹਨਾਂ ਦਾ ਧਰਮ ਦਾ ਆਗੂ ਪਾਦਰੀ ਸੀ, ਉਹਨਾਂ ਦੇ ਧਰਮ ਦਾ ਆਗੂ ਇੱਕ ਮੌਲਵੀ ਸੀ, ਆਮ ਲੋਕਾਂ ਨੂੰ ਧਰਮ ਦੇ ਰਸਤੇ ਤੇ ਤੋਰ ਕੇ ਰੱਖਣਾ। ਰਾਜੇ ਕੋਲ ਇੱਕ ਕਾਜੀ ਹੁੰਦਾ ਸੀ ਮੁਸਲਮਾਨਾਂ ਕੋਲ, ਜਿਹਨੂੰ ਬਹੁਤ ਵੱਡਾ ਰੁਤਬਾ ਦਿੱਤਾ ਜਾਂਦਾ ਸੀ, ਉਹ ਸਲਾਹਕਾਰ ਹੁੰਦਾ ਸੀ ਰਾਜੇ ਦੇ ਧਰਮ ਦੇ ਕੰਮਾਂ ਵਿੱਚ। ਆ ਜਿਹੜੇ ਸਾਹਿਬਜ਼ਾਦਿਆਂ ਨੂੰ ਫਤਵੇ ਲਾਏ ਐ, ਸੂਬਾ ਸਰਹੰਦ ਆਪ ਨਹੀਂ ਸੀ ਲਾ ਸਕਦਾ, ਕਾਜੀ ਕੋਲੋਂ ਲਵਾਏ ਜਾਂਦੇ ਨੇ। ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਫਤਵਾ ਲੱਗਿਆ ਉਹ ਔਰੰਗਜ਼ੇਬ ਨੇ ਨਹੀਂ ਲਾਇਆ, ਸਲਾਹ ਉਹਦੀ ਹੈ, ਤੇ ਲਵਾਇਆ ਕਿਹਦੇ ਕੋਲ ਜਾ ਰਿਹਾ, ਕਾਜੀ ਕੋਲੋਂ, ਕਿਉਂਕਿ ਧਰਮ ਦਾ ਆਗੂ ਹੈ। ਇਦਾਂ ਹੀ ਤੁਹਾਡਾ ਇੱਕ ਗ੍ਰੰਥੀ ਦੀ ਇੱਜ਼ਤ ਬਣਾਈ ਸੀ, ਜਿਹੜੇ ਗ੍ਰੰਥੀ ਨੂੰ ਬਾਬਾ ਬੁੱਢਾ ਸਾਹਿਬ ਥਾਪੇ ਸਨ। ਜਿੱਦਾਂ ਉਹਨਾਂ ਦਾ ਆਨੰਦ ਕਾਰਜ ਤੁਹਾਡਾ ਆਨੰਦ ਕਾਰਜ ਸੀ, ਉਹਨਾਂ ਦੇ ਨਿਕਾਹ ਸਨ, ਇਸੇ ਤਰੀਕੇ ਨਾਲ ਉਹਨਾਂ ਦੇ ਨਾਮ ਅਗਰ ਹੁਸੈਨ, ਨਬੀ ਹੁਸੈਨ, ਸ਼ਾਹ ਮੁਹੰਮਦ, ਮੁਸਲਮਾਨਾਂ ਦੇ ਪੰਜਾਬ ਵਿੱਚ ਆ ਕੇ ਸਾਨੂੰ ਦੇਖ ਕੇ ਨਹੀਂ, ਇੱਥੋਂ ਦੇ ਈਸਾਈ ਵੀਰਾਂ ਨੇ ਆਪਣੇ ਨਾਮ ਅਗਰ ਮਸੀਹ ਲਾਉਣ ਦਾ ਯਤਨ ਕੀਤਾ, ਵੀਰਾ ਮਸੀਹ। ਇਹ ਉਹ ਲੋਕ ਨੇ ਜਿਹੜੇ ਹਿੰਦੂ ਧਰਮ ਚੋਂ ਦਰਕਾਰੇ ਗਏ, ਤੁਸੀਂ ਇਹਨਾਂ ਨੂੰ ਜੋੜਨਾ ਸੀ, ਤੁਸੀਂ ਜੋੜ ਨਹੀਂ ਸਕੇ, ਨਾ ਤੁਸੀਂ ਖੁਦ ਜੋੜੇ ਤੇ ਨਾ ਉਹਨਾਂ ਨੂੰ ਜੋੜਿਆ। ਜਿਵੇਂ ਉਹ ਨੇ ਉਹਨਾਂ ਦੇ ਨਾਮ ਅਗਰ ਮਸੀਹ ਇੱਥੇ ਲਾਉਣ ਲੱਗਿਆ, ਪਹਿਲਾਂ ਜੌਨਸਨ, ਮੈਰੀ ਜਾਂ ਐਸੇ ਉਹਨਾਂ ਦੇ ਨਾਂ ਨੇ, ਕਨਿੰਗਮ, ਮਖਾਲਫ, ਉਹਨਾਂ ਦੇ ਨਾਂ ਨੇ। ਹਿੰਦੂਆਂ ਦੇ ਨਾਮ ਅਗਰ ਰਾਮਦਾਸ, ਲਾਲ ਚੰਦ ਦੇਵ ਲੱਗਿਆ, ਮੁਸਲਮਾਨਾਂ ਦੇ ਹੋ ਗਏ। ਹੁਣ ਰਹੇ ਤੁਹਾਡਾ ਨਾਂ, ਤੁਹਾਡੇ ਸਾਰਿਆਂ ਦੇ ਨਾਮ ਅਗਰ 1699 ਤੋਂ ਕੀ ਲਾਇਆ ਗਿਆ, ਸਿੰਘ ਤੇ ਕੌਰ ਲਾਇਆ ਗਿਆ। ਉਹਨਾਂ ਦੀਆਂ ਪੁਸ਼ਪਾ ਦੇਵੀ, ਸੀਤਾ ਰਾਣੀ, ਲੀਲਾਵੰਤੀ ਹਿੰਦੂਆਂ ਦੀ ਹੋਏਗੀ, ਉਹਨਾਂ ਦੀ ਨਸੀਰਾ ਬੇਗਮ ਹੋਏਗੀ। ਇਹ ਚੀਜ਼ਾਂ 'ਚ ਫਰਕ ਹੈ, ਖਲ ਇੱਕੋ ਜਿਹੀ ਹੈ, ਅੱਖਾਂ ਇੱਕੋ ਜਿਹੀਆਂ ਨੇ, ਹਵਾ ਇੱਕੋ ਹੀ ਹੈ, ਪਾਣੀ ਇੱਕ ਹੈ, ਧਰਤੀ ਇੱਕ ਹੈ, ਸੂਰਜ ਇੱਕ ਹੈ। ਉਦਾਹਰਣ ਦਿੱਤੀ, ਜੋ ਸੂਰਜ ਏਕ ਰੁੱਤ ਅਨੇਕ ਸੂਰਜ ਏਕ, ਇਹ ਸੂਰਜ ਨਾਲ ਰੁੱਤਾਂ ਨੇ, ਪਰ ਇਹੋ ਧਰਤੀ ਤੇ ਕਿਤੇ ਸੂਰਜ 6 ਮਹੀਨੇ ਡੁੱਬਦਾ ਨਹੀਂ ਹੈ। ਦੱਖਣੀ ਨਾਰਵੇ 'ਚ, ਉਹ ਤੋਂ ਥੋੜਾ ਅੱਗੇ ਜਾ ਕੇ ਜਾਓ, ਉਹ ਜਦੋਂ ਰਾਤ ਹੁੰਦੀ ਹੈ ਕਾਫੀ ਲੋ ਹੁੰਦੀ ਹੈ, ਸੂਰਜ ਮਾੜਾ ਜਿਹਾ ਦਿਮ ਹੁੰਦਾ ਹੈ,
ਪਰ ਡੁੱਬਦਾ ਨਹੀਂ ਗਾ। ਉੱਤਰੀ ਧਰੁਵ ਤੇ ਦੱਖਣੀ ਧਰੁਵ ਵਿੱਚ ਦੱਸਦੇ ਨੇ, ਇਸੇ ਧਰਤੀ ਨਾਲ ਜੁੜਿਆ ਹੋਇਆ ਹਿੱਸਾ। ਸਾਡੇ ਵਿੱਚ ਇਹ ਗੱਲ ਹਿੰਦੂ ਸਮਾਜ ਵਿੱਚ ਕੀਤੀ ਗਈ ਕਿ ਜਿਹੜਾ ਸਾਡਾ ਚੰਦਰਮਾ ਘਟਦਾ ਤੇ ਵੱਧਦਾ, ਇਹਦੇ ਚ 15 ਦਿਨ ਚੰਦਰਮਾ ਵੱਧਦਾ, ਇਹ ਪਿਤਰਾਂ ਦਾ ਦਿਨ ਹੁੰਦਾ। ਤੇ ਜਿਹੜੇ 15 ਦਿਨ ਚੰਦਰਮਾ ਘਟਦਾ, ਇਹ ਪਿਤਰਾਂ ਦੀ ਰਾਤ ਹੋ ਜਾਂਦੀ। ਪਿਤਰ ਲੋਕ ਹੈ, ਅੱਗੇ ਇੱਕ ਦੇਵ ਲੋਕ ਹੈ। ਉਹਦੇ ਵਿੱਚ ਦੱਸਿਆ ਜਾਂਦਾ ਹਿੰਦੂ ਸਮਾਜ ਵਿੱਚ ਵੀ 6 ਮਹੀਨੇ ਦਾ ਪਿਤਰਾਂ ਦਾ ਦਿਨ ਤੇ 6 ਮਹੀਨੇ ਪਿਤਰਾਂ ਦੀ ਨਹੀਂ ਦੇਵਤਿਆਂ ਦੀ ਰਾਤ। ਇਹ ਦੇਵ ਲੋਕ ਹੈ। ਐਸਾ ਉਹਨਾਂ ਦੇ ਮਹਾਭਾਰਤ ਚ ਇਤਿਹਾਸ ਹੈ ਕਿ ਭੀਸ਼ਮ ਪਿਤਾਮਾ ਕਹਿੰਦਾ ਵੀ ਮੈਂ ਹਜੇ ਸਰੀਰ ਨਹੀਂ ਛੱਡਣਾ। ਜਦੋਂ ਸੂਰਜ ਉੱਤਰ ਆ ਜਾਊਗਾ, ਦੱਖਣ ਚ ਗਿਆ, ਜਦੋਂ ਸੂਰਜ ਦੱਖਣ, ਸਾਡਾ ਸੂਰਜ 6 ਮਹੀਨੇ ਘਟਦਾ ਤੇ 6 ਮਹੀਨੇ ਵੱਧਦਾ। ਹੁਣ ਦਿਨ ਘਟਦੇ ਜਾ ਰਹੇ ਨੇ। 22 ਦਸੰਬਰ ਤੋਂ ਬਾਅਦ ਦਿਨ ਵਧਣੇ ਸ਼ੁਰੂ ਹੋ ਜਾਣੇ, ਜੁਲਾਈ ਤੱਕ ਇਦਾਂ ਹੀ ਵਧਣੇ ਜਾਣੇ, ਫਿਰ ਘਟਣੇ ਸ਼ੁਰੂ ਹੋਣੇ। ਇਹ ਹੈ ਦੇਵਤਿਆਂ ਦੀ ਰਾਤ ਤੇ ਦਿਨ। ਉਹ ਕਹਿੰਦਾ ਵੀ ਪਿਤਰ ਲੋਕ ਦਾ ਵੀ ਦਿਨ ਹੋਏਗਾ, ਮੈਨੂੰ ਰਾਤ ਨਹੀਂ ਰੱਖਣੀ ਪਊਗੀ। ਭੀਸ਼ਮ ਪਿਤਾਮੇ ਦੀ ਸੋਚ ਦਿੱਤੀ ਜਾਂਦੀ ਹੈ। ਰਣ ਦੇ ਮੈਦਾਨ ਵਿੱਚ, ਯੁੱਧ ਮੈਦਾਨ ਵਿੱਚ ਤੀਰਾਂ ਦੀ ਛਿਆ ਤੇ ਪਿਆ, ਸਰੀਰ ਨਹੀਂ ਛੱਡਣ ਡਿਆ। ਐਨੀ ਉਹਨਾਂ 'ਚ ਜ਼ਰੂਰਤ ਹੈ ਵੀ ਸਰੀਰ ਜਦੋਂ ਜੀ ਕਰੂਗਾ ਛੱਡ ਦੇਵਾਂਗੇ। ਆਂਦਾ ਉਦੋਂ ਛੱਡਾਂਗੇ, ਕੋਈ ਰੋਕ ਟੋਕ ਨਾ ਹੋਏਗੀ। ਪਿਤਰਾਂ ਦਾ ਵੀ ਦਿਨ ਹੋਏਗਾ ਤੇ ਦੇਵਤਿਆਂ ਦਾ ਵੀ ਦਿਨ ਹੋਏਗਾ। 6 ਮਹੀਨੇ ਤੋਂ ਬਾਅਦ ਉਹਨੇ ਆਪਣਾ ਸਰੀਰ ਛੱਡ ਦਿੱਤਾ ਜਾਂ ਕੁਝ ਟਾਈਮ ਲਾਇਆ। ਮੇਰਾ ਕਹਿਣ ਤੋਂ ਭਾਵ ਭਰਾਵੋ ਇੱਕੋ ਹੀ ਹੈ, ਨੌਜਵਾਨ ਮੁੰਡਿਓ ਤੇ ਕੁੜੀਓ, ਵੀ ਤੁਸੀਂ ਕੌਣ ਹੋ ਇਸ ਗੱਲ ਨੂੰ ਪਛਾਣੋ। ਕੀ ਤੁਸੀਂ ਕਬਰਾਂ ਤੇ ਪੂਜਾ ਕਰਨ ਵਾਲੇ ਹੋ, ਜਾਂ ਤੁਸੀਂ ਮੂਰਤੀਆਂ ਦੀ ਪੂਜਾ ਕਰਨ ਵਾਲੇ ਹੋ, ਜਾਂ ਤੁਸੀਂ ਬੰਦਿਆਂ ਦੇ ਅੱਗੇ ਹੱਥ ਜੋੜਨ ਵਾਲੇ ਹੋ, ਜਾਂ ਤੁਸੀਂ ਸਾਧਾਂ ਤੋਂ ਡਰਨ ਵਾਲੇ ਹੋ, ਜਾਂ ਤੁਸੀਂ ਪਾਪਾਂ ਤੋਂ ਡਰਨਾ ਸੀ ਕਿ ਬਾਬਿਆਂ ਤੋਂ ਡਰਨਾ ਸੀ। ਤੁਹਾਡਾ ਤਾਂ ਡਰ ਲਾਇਆ ਸੀ ਗੁਰੂ ਪਾਤਸ਼ਾਹ ਨੇ। ਤੁਸੀਂ ਤਾਂ ਹਰ ਬੰਦੇ ਤੋਂ ਡਰ ਗਏ। ਡਰਨਾ ਜ਼ਰੂਰ ਸੀ। ਇੱਕ ਡਰਨਾ ਸੀ ਪਰਮਾਤਮਾ ਤੋਂ, ਦੂਸਰਾ ਡਰਨਾ ਸੀ ਆਪਣੇ ਮਾੜਿਆਂ ਪਾਪਾਂ ਤੋਂ, ਝੂਠ ਬੋਲਣ ਤੋਂ, ਨਸ਼ੇ ਲੈਣ ਤੋਂ, ਕਰੈਕਟਰ ਡਾਊਨ ਕਰਨ ਤੋਂ, ਠੱਗੀ ਮਾਰਨ ਤੋਂ, ਨਿੰਦਿਆ ਚੁਗਲੀ ਤੋਂ, ਕਿਸੇ ਵੀ ਕਬਰ ਤੇ ਮੱਥਾ ਟੇਕਣ ਤੋਂ ਡਰਨਾ ਸੀ ਵੀ ਮੇਰੀ ਤੇ ਇਹਨਾਂ ਸਵਾਰੀ ਕਰ ਲੈਣੀ। ਮੇਰਾ ਇੱਕੋ ਸਿਰ ਹੈ, ਇੱਕੋ ਗੁਰੂ ਅੱਗੇ ਜਾਣਾ। ਉਹ ਚੱਲ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ। ਤੇ ਇਸੇ ਤਰੀਕੇ ਨਾਲ 1699 ਤੋਂ ਬਾਅਦ, 1708 ਤੋਂ ਬਾਅਦ ਤੁਸੀਂ ਸਾਰਿਆਂ ਨੇ, ਜਨਾਨੀਆਂ ਨੇ ਤੇ ਬੰਦਿਆਂ ਨੇ ਖੰਡੇ ਦੀ ਪੌਲ ਛਕਣੀ ਸੀ। ਤੇ ਤੁਸੀਂ ਸਾਰਿਆਂ ਨੇ 5 ਬਾਣੀਆਂ ਅੰਮ੍ਰਿਤ ਵੇਲੇ ਕਰਨੀਆਂ, 2 ਬਾਣੀਆਂ ਸ਼ਾਮ ਨੂੰ ਕਰਨੀਆਂ। ਗੁਰਦੁਆਰੇ ਵਿੱਚ ਚੰਗਾ ਗ੍ਰੰਥੀ ਹੋਣਾ, ਉਹਦੀ ਇੱਜ਼ਤ ਹੋਣੀ, ਉਹਨਾਂ ਬੱਚਿਆਂ ਨੂੰ ਸੰਥਿਆ ਦੇਣੀ। ਹੁਣ ਤਾਂ ਸਾਨੂੰ ਸੰਥਿਆ ਦੀ ਵੀ ਲੋੜ ਨਹੀਂ ਹੈ। ਇਸ ਮੋਬਾਈਲ ਵਿੱਚ ਸੰਥਿਆ ਸਾਰੀ ਭਰੀ ਹੋਈ ਹੈ, ਮੁਹਾਰਨੀ ਭਰੀ ਹੋਈ ਹੈ। ਪਹਿਲਾਂ ਮੁਹਾਰਨੀ ਸਿਖਾਈ ਜਾਂਦੀ ਹੈ। ਇੱਥੇ ਤੇ ਜਿਹੜਾ ਮਰਜੀ ਉੱਠੇ, ਜਿੱਦਾਂ ਮਰਜੀ ਬਾਣੀ ਪੜ੍ਹਨ ਲੱਗ ਪਏ। ਇਹ ਗੱਲਾਂ ਗਲਤ ਹੋ ਗਈਆਂ ਨੇ। ਇਹ ਕੋਈ ਕਵਿਤਾ ਨਹੀਂ ਹੈ ਵੀ ਗਲਤ ਪੜੋ ਇਹਨੂੰ। ਇਹਦੀ ਇੱਕ ਇੱਕ ਤੁਕ ਅੱਗੇ ਪਿੱਛੇ ਲੱਗ ਜੇ ਤਾਂ ਅਰਥ ਦਾ ਅਨਰਥ ਹੋ ਜਾਣਾ। ਇੱਕ ਸਿੱਖ ਦੇ ਮੂੰਹ ਤੇ ਗੁਰੂ ਪਾਤਸ਼ਾਹ ਨੇ ਚਪੇੜ ਮਰਾਈ। ਕਿਉਂ ਮਰਾਈ? ਗੁਰੂ ਨੇ ਆਪਣੇ ਸਿੱਖ ਨੂੰ, ਉਹਨਾਂ ਬਾਣੀ ਪੜ੍ਹਦਿਆਂ ਪੜ੍ਹਦਿਆਂ ਕਹਿਤਾ ਕਿ ਕਰਤੇ ਕੀ ਮਿਤ ਕਰਤਾ ਜਾਣੇ, ਕਿਆ ਜਾਣੇ ਗੁਰਸੂਰਾ। ਗੁਰੂ ਕੀ ਜਾਣਦਾ, ਕਰਤਾ ਜਾਣਦਾ। ਉਹਨੂੰ ਕਿਹਾ ਵੀ ਗਲਤ ਪੜਿਆ। ਇਹਨੂੰ ਚਾਹੀਦਾ ਸੀ ਪੜ੍ਹਨਾ ਕਰਤੇ ਕੀ ਮਿਤ ਕਰਤਾ ਜਾਣੇ, ਕਹਿ ਜਾਣੇ ਗੁਰਸੂਰਾ। ਜਾਂ ਤਾਂ ਕਰਤਾ ਜਾਣਦਾ ਜਾਂ ਗੁਰੂ ਸੂਰਮਾ ਜਾਣਦਾ। ਹੁਣ ਗੁਰੂ ਜਦੋਂ ਤੁਹਾਡਾ ਇੱਕ ਹੋਣਾ ਸੀ, ਉਹ ਬਣਨਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ। ਜਿੰਨੇ ਵੀ ਤੁਹਾਡੇ ਸੰਤ ਸਨ, ਜਿੰਨੇ ਵੀ ਤੁਹਾਡੇ ਮਹਾਂਪੁਰਖ ਸਨ ਸਿੱਖਾਂ ਦੇ, ਜਿੰਨੇ ਵੀ ਤੁਹਾਡੇ ਉੱਚ ਕੋਟੀ ਦੇ, ਜਿਹੜੇ ਇਹਨਾਂ ਨੂੰ ਤੁਸੀਂ ਇੱਜ਼ਤ ਦਿੱਤੀ, ਸਤਿਕਾਰ ਦਿੱਤਾ, ਉਹਨਾਂ ਨੂੰ ਆਪਣੇ ਆਪ ਨੂੰ ਨਿਸ਼ਾਵਰ ਕਰ ਦਿੱਤਾ, ਉਹਨਾਂ ਦੇ ਅੱਗੇ ਵਿਛਾ ਦਿੱਤਾ। ਵਿਸ਼ੇ ਨਹੀਂ, ਇਹ ਨਹੀਂ ਮੈਂ ਮੰਨਦਾ ਵੀ ਤੁਸੀਂ ਵਿਛਾ ਦਿੱਤਾ ਕਿਸੇ ਦੇ ਅੱਗੇ। ਤੁਸੀਂ ਆਪਣੀ ਹਉਮੈ ਉਦਾਂ ਹੀ ਰੱਖੀ। ਉਹਨਾਂ ਦਾ ਫਰਜ਼ ਸੀ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜੀ ਜਾਣ ਦਾ। ਵੀ ਭਾਈ ਮੈਂ ਤਾਂ ਗੁਰੂ ਨਾਨਕ ਦੇ ਦਰ ਘਰ ਦਾ ਝਾੜੂ ਬਰਦਾਰ ਹਾਂ। ਮੈਨੂੰ ਜੋ ਪ੍ਰਾਪਤ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਪ੍ਰਾਪਤ ਹੋਇਆ। ਤੁਹਾਨੂੰ ਵੀ ਹੱਕ ਹੈ ਇਸ ਬਾਣੀ ਨੂੰ ਪੜ੍ਹਨ ਦਾ। ਇਹਨੂੰ ਪੜ੍ਹੋ, ਇਹਨੂੰ ਵਿਚਾਰੋ। ਜ਼ਿੰਦਗੀ ਵਿੱਚ ਆਹ ਗੱਲਾਂ ਜ਼ਰੂਰ ਰੱਖੋ ਸਾਡੀਆਂ। ਨਸ਼ਿਆਂ ਤੋਂ ਪਰਹੇਜ਼ਗਾਰ ਹੋ,
ਇਹ ਗੱਲਾਂ ਤੁਹਾਨੂੰ ਪਹਿਲਾਂ ਪੰਜਾਂ ਪਿਆਰਿਆਂ ਨੇ ਕਹਿਣੀਆਂ। ਉਹਨਾਂ ਨੂੰ ਹੱਕ ਹੈ ਤੁਹਾਨੂੰ ਦੱਸਣ ਦਾ ਵੀ ਤੁਹਾਡਾ ਗੁਰੂ ਕੌਣ ਹੈ। ਉਹਨਾਂ ਨੂੰ ਹੱਕ ਹੈ ਤੁਹਾਨੂੰ ਦੱਸਣ ਦਾ ਵੀ ਤੁਸੀਂ ਆਪਣੇ ਆਨੰਦ ਕਾਰਜ ਕਿਵੇਂ ਕਰਨੇ ਹੈ, ਤਾਂ ਕਿ ਅਸੀਂ ਯੂਪੀ ਦੇ ਸਿੱਖ, ਬਿਹਾਰ ਦੇ ਸਿੱਖ, ਅੰਗਰੇਜ਼ ਦੇ ਜਿਹੜੇ ਇੰਗਲੈਂਡ 'ਚ ਸਿੱਖ ਬੈਠੇ ਹੈ, ਜਿਹੜੇ ਨਾਮ ਅਗਰ ਸਿੰਘ ਤੇ ਕੌਲ ਲਵਾਏ, ਸਾਨੂੰ ਕਿਸੇ ਬਾਬਾ ਜੀ ਨੇ ਨਹੀਂ ਕਿਹਾ ਵੀ ਸਿੰਘ ਤੇ ਕੌਲ ਲਵਾਓ। ਇਹ ਸਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਹੁਕਮ ਕੀਤਾ ਹੋਇਆ। ਉਹ ਹੁਕਮ ਤੁਸੀਂ ਮੰਨ ਲਿਆ। ਤੇ ਜਿਹੜਾ ਦੂਸਰਾ ਹੁਕਮ ਸੀ, ਜਿਹੜਾ ਗੁਰੂ ਅਰਜਨ ਦੇਵ ਜੀ ਵੀ ਕਹਿੰਦੇ ਸਨ, ਉਸੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ, ਉਹ ਤੁਸੀਂ ਮੰਨਿਆ ਨਹੀਂ। ਇਹ ਗ੍ਰੰਥ ਲਿਖਿਆ ਪੰਜਾਬੀ ਵਿੱਚ ਤਾਂ ਕਿ ਹਰ ਬੰਦਾ ਜਨਾਨੀ ਨੂੰ ਖੁਦ ਪੜ੍ਹੇ, ਇਹਨੂੰ ਵਿਚਾਰੇ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਿਓ, ਜਿਸ ਕਾ ਸਬਸ ਆਧਾਰੋ। ਉਹ ਜੇ ਕੋ ਖਾਵੇ, ਜੇ ਤੁਸੀਂ ਬਾਬਾ ਜੀ ਕੋਲ ਵੀ ਜਾ ਕੇ ਸ਼ਰਾਬ ਪੀ ਗਏ, ਝੂਠ ਬੋਲ ਗਏ, ਠੱਗੀ ਮਾਰ ਗਏ, ਮੈਂ ਨਹੀਂ ਚਾਹੁੰਦਾ ਬਾਬਾ ਤੁਹਾਨੂੰ ਛਡਾ ਲੂਗਾ, ਇਹ ਪਾਪ ਕਰਮ ਨੇ। ਬਾਬਾ ਇਹ ਕਹੂਗਾ ਵੀ ਕਰਨੇ ਨਹੀਂ ਇਹ ਕੰਮ, ਜੇ ਕਰੇਗਾ ਤੇ ਤੇਰਾ ਮੇਰਾ ਰਿਸ਼ਤਾ ਕੋਈ ਨਹੀਂ ਹੋਊਗਾ। ਪਰ ਅਸੀਂ ਸਭ ਕੁਝ ਕੀਤਾ, ਬਿਮਾਰੀਆਂ ਵੀ ਝੱਲਣ ਡਏ ਆ, ਐਨੀਆਂ ਬਿਮਾਰੀਆਂ ਗਾਂ ਆਂਦੀਆਂ ਜਾ ਰਹੀਆਂ ਨੇ। ਇਸ ਕਰਕੇ ਤੁਹਾਡੇ ਚਰਨਾਂ 'ਚ ਸਿਮਰ ਸਾਡੇ ਵੱਲੋਂ ਇਹ ਬੇਨਤੀ ਹੁੰਦੀ ਹੈ ਕਿ ਤੁਸੀਂ ਕਿਸੇ ਤਰੀਕੇ ਨਾਲ ਇਕੱਠ ਨਾ ਤੋੜੋ, ਵੰਡੀਆਂ ਨਾ ਪਾਓ ਆਪੋ ਜੀ। ਉਹਨਾਂ ਦੀ ਹੁੰਦੀ ਦੁਆ, ਉਹਨਾਂ ਦੀ ਹੁੰਦੀ ਦੁਆ ਈਸਾਈਆਂ ਦੀ ਤੇ ਮੁਸਲਮਾਨਾਂ ਦੀ, ਹਿੰਦੂਆਂ ਦੀ ਹੁੰਦੀ ਪ੍ਰਾਰਥਨਾ, ਤੇ ਤੁਹਾਡੀ ਹੁੰਦੀ ਤੂੰ ਠਾਕਰ ਤੁਮ ਪੈ ਅਰਦਾਸ। ਤੇ ਤੁਹਾਨੂੰ ਅਰਦਾਸ ਸਿੱਧੇ ਤੌਰ ਤੇ ਕਿਹਾ, ਹੁਕਮ ਕੀਤਾ ਕਿ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਹੁਣ ਜੇ ਤੁਹਾਨੂੰ ਪੁੱਛਿਆ ਜਾਏ ਵੀ ਤੁਹਾਡਾ ਗੁਰੂ ਕੌਣ ਹੈ, ਤੇ ਕਿਹੜੇ ਬੰਦੇ ਕਹਿਣਗੇ ਵੀ ਮੇਰਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ? ਕੇਵਲ ਉਹ ਬੰਦੇ ਕਹਿਣਗੇ ਜਿਨ੍ਹਾਂ ਨੂੰ ਪੰਜਾਂ ਪਿਆਰਿਆਂ ਨੇ ਹੁਕਮ ਕੀਤਾ। ਉਹ ਕਹਿਣਗੇ, ਉਹਨਾਂ ਨੂੰ ਹੁਕਮ ਹੋ ਗਿਆ। ਕੱਲਾ ਮਹਾਂਪੁਰਖ ਤੁਹਾਨੂੰ ਜਥੇਦਾਰ ਕੌਮ ਦਾ ਵੀ ਨਹੀਂ ਕਹਿ ਸਕਦਾ ਵੀ ਤੁਹਾਡਾ ਅੱਜ ਤੋਂ ਗੁਰੂ ਗੁਰੂ ਗ੍ਰੰਥ ਸਾਹਿਬ ਹੈ। ਉਹ ਤੁਹਾਨੂੰ ਰਿਮਾਈਂਡਰ ਦੇ ਸਕਦਾ ਵੀ ਤੂੰ ਗਲਤ ਹੋ ਗਿਆ, ਤੇਰਾ ਗੁਰੂ ਤਾਂ ਹੈਗਾ ਸ੍ਰੀ ਗੁਰੂ। ਪਰ ਉਹਨੂੰ ਰਿਮਾਈਂਡਰ ਦਊਗਾ ਜਿਹਨਾਂ ਪਹਿਲਾਂ ਗੁਰੂ ਵਾਲਾ ਬਣਿਆ ਹੋਇਆ ਹੈ। ਤੇ ਜੇ ਕੋਈ ਗੱਲ ਤੋਰੀ ਜਾਂਦੀ ਹੈ ਪੈਗੰਬਰ ਵੱਲੋਂ ਤਾਂ ਉਹ ਕੋਈ ਘਟੀਆ ਨਹੀਂ ਹੁੰਦੀ। ਤਾਂ ਤੁਸੀਂ ਰਾਜ ਭਾਗ ਦੇ ਹੱਕਦਾਰ ਬਣੇ ਜਦੋਂ ਤੁਹਾਡਾ ਗੁਰੂ ਇੱਕ ਰਿਹਾ। ਤੁਸੀਂ ਸ਼੍ਰੀ ਚੰਦ ਨੂੰ ਬਹੁਤਾ ਨਹੀਂ ਮੰਨਿਆ, ਤੁਸੀਂ ਦਾਤੂ ਦਾਸੂ ਨੂੰ ਨਹੀਂ ਮੰਨਿਆ। ਗੁਰੂ ਅੰਗਦ ਦੇਵ ਜੀ ਦੇ ਦੋ ਸਾਹਿਬਜ਼ਾਦੇ ਨੇ। ਔਰ ਇਹ ਵੀ ਇੱਕ ਅਜੀਬ ਗੱਲ ਹੋਈ ਹੈ, ਉਹ ਮੈਂ ਤੁਹਾਨੂੰ ਆਖਰੀ ਸਟੈਪ ਵਿੱਚ ਸਾਂਝੀ ਕਰ ਦਊਂਗਾ ਵੀ ਪਹਿਲਾ ਨਾਨਕ ਗੁਰੂ ਹੋਇਆ ਜਿਹਨੇ ਆਪਣੇ ਚੇਲੇ ਦੇ ਪੈਰਾਂ ਦੇ ਉੱਤੇ ਲੋਕਾਂ ਦੇ ਵਿੱਚ ਮੱਥਾ ਟੇਕਿਆ। ਆਪ ਭੁੰਜੇ ਬੈਠ ਕੇ ਉਹਨੂੰ ਆਪਣੇ ਥਾਂ ਬਿਠਾ ਲਿਆ ਗੱਦੀ ਤੇ ਆਪਣਾ ਸਰੀਰ ਅਗਲੇ ਦਿਨ ਛੱਡ ਦਿੱਤਾ। ਪਤਾ ਨਹੀਂ ਲੱਗਿਆ ਕਿੱਥੇ ਨਾਨਕ ਦਾ ਸਰੀਰ ਚਲੇ ਗਿਆ। ਫਿਰ ਤੁਸੀਂ ਜਿਹਨੂੰ ਮਰਜੀ ਜੋ ਮਰਜੀ ਖਿਤਾਬ ਦੇਈ ਜਾਂਦੇ, ਕਿਸੇ ਨੂੰ ਤੁਸੀਂ ਬਾਬਾ ਦੀਪ ਸਿੰਘ ਦਾ ਖਿਤਾਬ ਦੇਣ ਦੇ, ਕਿਸੇ ਨੂੰ ਤੁਸੀਂ ਗੁਰੂ ਗੋਬਿੰਦ ਸਿੰਘ ਦਾ ਖਿਤਾਬ ਦੇਈ ਜਾਂਦੇ। ਮੈਂ ਤਾਂ ਹੈਰਾਨ ਆ ਤੁਹਾਡੀ ਸੋਚ ਤੋਂ, ਐਨੀ ਕੁਰਬਾਨੀ ਦਿੱਤੀ ਹੈ। ਕਿਹੜਾ ਅੱਜ ਗੁਰੂ ਗੋਬਿੰਦ ਸਿੰਘ ਆ ਗਿਆ ਜਿਹਨੇ ਆਪਣਾ ਬੱਚਾ 9 ਸਾਲ ਦੀ ਉਮਰ 'ਚ ਆਪਣੇ ਪਿਓ ਨੂੰ ਕੁਰਬਾਨ ਕਰਾਇਆ ਹੋਇਆ ਲੋਕਾਂ ਦੀ ਲਈ? ਕਿਹੜਾ ਗੁਰੂ ਗੋਬਿੰਦ ਸਿੰਘ ਇੱਥੇ ਆ ਗਿਆ ਧਰਤੀ ਤੇ ਜਿਹਨਾਂ ਗੁਰੂ ਗ੍ਰੰਥ ਸਾਹਿਬ ਮੂੰਹ ਜ਼ਬਾਨੀ ਲਿਖਾਇਆ ਹੋਏ ਦਮਦਮੇ ਦੀ ਧਰਤੀ ਤੇ? ਕਿਹੜਾ ਇੱਥੇ ਧਰਤੀ ਤੇ ਗੁਰੂ ਗੋਬਿੰਦ ਸਿੰਘ ਆ ਗਿਆ ਸਿੱਖਾਂ ਵਿੱਚ ਜਿਨ੍ਹਾਂ 14 ਯੁੱਧ ਕੀਤੇ ਹੋਣ, ਜਿਨ੍ਹਾਂ ਔਰੰਗਜ਼ੇਬ ਨੂੰ ਜ਼ਫਰਨਾਮੇ 'ਚ ਲਾਹਣਤ ਪਾ ਦਿੱਤੀ ਹੋਏ? ਇਹ ਤੁਹੀਨ ਹੈ ਤੁਹਾਡੇ ਵੱਲੋਂ ਆਪਣੇ ਗੁਰੂ ਦੀ, ਕੋਈ ਇੱਜ਼ਤ ਨਹੀਂ ਹੈ। ਮੁਸਲਮਾਨਾਂ ਨੇ ਗੱਲ ਪੱਕੀ ਮੰਨੀ ਵੀ ਜਿਹੜਾ ਮੁਹੰਮਦ ਆਖਰੀ ਪੈਗੰਬਰ ਹੈ, ਇਸ ਤੋਂ ਬਾਅਦ ਮੁਹੰਮਦ ਕੋਈ ਨਹੀਂ ਆ ਸਕਦਾ। ਉਹਦਾ ਸਿਰ ਕਤਲ ਕਰ ਦੇਣਗੇ ਉਹ ਲੋਕ। ਈਸਾਈ ਡੀਕਦੇ ਨੇ ਈਸਾ ਨੂੰ ਵੀ ਈਸਾ ਜੀ ਆਣਗੇ। ਤੇ ਤੁਹਾਨੂੰ ਸਿੱਧੇ ਤੌਰ ਤੇ ਇਹਨਾਂ ਵਿੱਚ ਸਾਰਿਆਂ ਨੂੰ ਸਮੋ ਕੇ ਬੜੀ ਵੱਡੀ ਗੱਲ ਕੀਤੀ ਸੀ ਵੀ ਤੁਸੀਂ ਕਿਸੇ ਨੂੰ ਬਾਅਦ ਚ ਨਾ ਡੀਕਿਓ, ਪਤਾ ਨਹੀਂ ਤੁਹਾਡਾ ਦਿਨ ਹੈ ਕਿ ਨਹੀਂ ਦਿਨ ਹੈ। ਤੁਸੀਂ ਆਹ ਗੱਲਾਂ ਪੱਕੀਆਂ ਕਰਿਓ, ਸੱਚ ਬੋਲਿਓ, ਕਿਸੇ ਦਾ ਹੱਕ ਨਾ ਖਾਇਓ।
ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਧਿਆਨ ਰੱਖਿਓ ਮੁੰਡੇ ਤੇ ਕੁੜੀਆਂ ਵਿਆਹ ਆਨੰਦ ਕਾਰਜ ਤੋਂ ਪਹਿਲਾਂ ਇੱਕ ਦੂਜੇ ਨਾਲ ਸਰੀਰਕ ਨਜਾਇਜ਼ ਸੰਬੰਧ ਨਾ ਬਣਾ ਲਿਓ, ਸਮਾਜ ਵਿੱਚ ਲਾਹਨਤ ਹੋ ਜਾਏਗੀ। ਤੁਸੀਂ ਬੱਚਾ ਜੰਮ ਨਹੀਂ ਸਕਦੇ ਜਿੰਨਾ ਚਿਰ ਤੁਹਾਡਾ ਰੀਤੀ ਅਨੁਸਾਰ ਆਨੰਦ ਕਾਰਜ ਨਾ ਕੀਤਾ ਜਾਏ। ਤੁਸੀਂ ਜੀਵਨ ਤਬਾਹ ਕਰ ਜਾਓਗੇ ਇਹਨਾਂ ਗੱਲਾਂ ਵਿੱਚ। ਪਤੀ ਪਤਨੀ ਤੋਂ ਬਾਅਦ ਮਰਿਆਦਾ ਗੁਰਮਰਿਆਦਾ ਅਨੁਸਾਰ ਆਨੰਦ ਕਾਰਜ ਕਰਕੇ ਆਪਣੀ ਪਤਨੀ ਨੂੰ ਪਤਨੀ ਜਾਣਨਾ, ਦੂਸਰੀਆਂ ਇਸਤਰੀਆਂ ਨੂੰ ਮਾਵਾਂ ਤੇ ਭੈਣਾਂ ਧੀਆਂ ਜਾਣਨਾ, ਆਪਣੇ ਪਤਨੀ ਨੇ ਆਪਣੇ ਪਤੀ ਨੂੰ ਪਤੀ ਜਾਣਨਾ, ਦੂਜਿਆਂ ਮਰਦਾਂ ਨੂੰ ਪਿਓ ਤੇ ਭਰਾ ਤੇ ਪੁੱਤਰ ਕਰਕੇ ਜਾਣਨਾ। ਇਹ ਤੁਹਾਡੇ ਸੋਚ ਹੈ ਜਿਹੜੀ ਤੁਸੀਂ ਸਿੱਕੇ ਤੇ ਟੰਗੀ ਹੋਈ ਹੈ। ਤੇ ਉਦਾਂ ਅਸੀਂ ਧਰਮੀ ਆ, ਕਿਰਪਾਨਾਂ ਵੀ ਪਾ ਕੇ ਕੰਮ ਕਰ ਜਾਂਦੇ ਸਾਰੇ ਕੁਝ, ਤੇ ਬਾਬੇ ਕੋਲ ਵੀ ਜਾ ਕੇ ਕਰਿਆ ਨੇ। ਕਿਉਂਕਿ ਜਿਹੜਾ ਇੱਥੋਂ ਦਾ ਸਿਸਟਮ ਖਰਾਬ ਹੋ ਗਿਆ, ਉਹਦੇ ਮੇਨ ਪੁਆਇੰਟ ਇਹ ਆਇਆ, ਇੱਕ ਤਾਂ ਕਲਯੁਗ ਦਾ ਸਮਾਂ ਗੁਰੂ ਪਾਤਸ਼ਾਹ ਨੇ ਲਿਖਿਆ, ਕਲਯੁਗ ਰਥ ਅਗਨ ਕਾ ਕੂੜ ਅਗਰ ਰਥਵਾ। ਅੱਗ ਲੱਗੀ ਹੋਈ ਇਹਨਾਂ ਦੀ ਇੰਦਰੀਆਂ ਨੂੰ। ਭਾਈ ਬਾਲੇ ਵਾਲੀ ਜਨਮ ਸਾਖੀ ਅਨੁਸਾਰ ਜਦੋਂ ਕਲਯੁਗ ਗੁਰੂ ਨਾਨਕ ਦੇ ਸਾਹਮਣੇ ਪੇਸ਼ ਹੁੰਦਾ, ਉਦੋਂ ਦੋ ਇੰਦਰੀਆਂ ਨੂੰ ਫੜਿਆ। ਇੱਕ ਨੰਗਾ ਹੈ ਪਿੰਡੇ ਤੋਂ, ਅੱਜ ਖਾਸ ਕਰਕੇ ਜਿਹੜੀਆਂ ਯੂਰਪ ਦੀਆਂ ਲੜਕੀਆਂ ਨੇ ਉਹ ਤਾਂ ਨੰਗੀਆਂ ਹੋਈਆਂ, ਸਾਡੀਆਂ ਕੁੜੀਆਂ ਵੀ ਉਸ ਪਾਸੇ ਨੂੰ ਤੁਰੀਆਂ ਜਾਣਦੀਆਂ। ਪਿੰਡਾ ਨੰਗਾ ਕਲਯੁਗ ਦਾ। ਜਵਾਨ ਦੀ ਇੰਦਰੀ ਫੜੀ ਹੈ, ਲਿੰਗ ਇੰਦਰੀ ਫੜੀ ਹੈ। ਭੈੜਾ ਸਰੂਪ ਬਣਾ ਕੇ ਗੁਰੂ ਨਾਨਕ ਦੇ ਦਰਬਾਰ 'ਚ ਪਹੁੰਚਦਾ, ਉਹਨਾਂ ਨੂੰ ਸੂਖਸ਼ਮ ਰੂਪ 'ਚ ਦਿਖਦਾ। ਆਂਦੇ ਆ ਕੀ ਸ਼ਕਲ ਬਣਾਈ ਹੈ? ਆਂਦੇ ਜਿੱਥੇ ਤੁਹਾਡਾ ਪਹਿਰਾ ਲੱਗਿਆ ਉੱਥੇ ਮੇਰਾ ਵੀ ਪਹਿਰਾ ਹੋਇਆ ਹੋਇਆ, ਮੈਨੂੰ ਵੀ ਕਲਯੁਗ ਦਾ ਯੁੱਗ ਦਿੱਤਾ ਹੋਇਆ, ਮੈਂ ਉਹ ਹੈ। ਤੇ ਫਿਰ ਸ਼ਕਲ ਕੀ ਬਣਾਈ ਹੈ? ਆਂਦਾ ਵੀ ਮੇਰੇ ਸਮੇਂ ਵਿੱਚ ਲੋਕ ਇਹਨਾਂ ਦੋਹਾਂ ਇੰਦਰੀਆਂ 'ਚ ਖਚਤ ਕਰਨੇ ਆ, ਇਹਨਾਂ ਵਿੱਚ ਇਹਨਾਂ ਨੂੰ ਡੋਬਣਾ ਹੈ। ਤੂੰ ਛਡਾਉਣ ਵਾਸਤੇ ਆਇਆ, ਮੈਂ ਡੋਬਣ ਵਾਸਤੇ ਆਇਆ। ਮੈਂ ਇਹਨਾਂ ਨੂੰ ਅੱਜ ਇਹ ਇੰਦਰੀਆਂ ਪ੍ਰਧਾਨ ਹੋਈਆਂ, ਖਾਣ ਦੇ ਚਸਕੇ, ਵਿਸ਼ੇ ਵਿਕਾਰ, ਦਿਨ ਦੀ ਵੀ ਗਲਤ ਕੰਮ, ਚੋਰੀ, ਬੇਈਮਾਨੀ, ਠੱਗੀ ਸਿਰੇ ਤੇ ਪਹੁੰਚ ਚੁੱਕੀ ਹੈ। ਬਿਮਾਰੀ ਵੱਧ ਚੁੱਕੀ ਹੈ। ਭਰਾ ਭਰਾ ਦਾ ਰਿਸ਼ਤਾ ਖਤਮ ਹੋ ਚੁੱਕਿਆ, ਭੈਣ ਭਰਾ ਦਾ ਰਿਸ਼ਤਾ ਖਤਮ, ਪਤੀ ਪਤਨੀ ਦਾ ਰਿਸ਼ਤਾ ਖਤਮ। ਕੋਈ ਗੁਰੂ ਦੀ ਭੈ ਵਾਲਾ ਹੋਏ ਜਿਹੜਾ ਰਿਸ਼ਤੇ ਨੂੰ ਕਾਇਮ ਕਰਕੇ ਬੈਠਾ ਹੋਏ, ਜਿਹੜਾ ਸਮਾਜ ਵਿੱਚ ਕੋਈ ਗਲਤ ਅੰਸਰ ਪੈਦਾ ਨਾ ਹੋਣ ਦੇ, ਗਲਤ ਸੋਚ ਨਾ ਉੱਠਣ ਦੇ ਆਪਣੇ ਅੰਦਰ, ਦੂਜੇ ਦੇ ਨਹੀਂ ਰੋਕ ਸਕਦੇ। ਹੁਣ ਤੁਹਾਨੂੰ ਦਰਸ਼ਨਾਂ ਦਾ ਚਾਅ ਚੜਿਆ ਹੁੰਦਾ, ਫਲਾਣੇ ਦੇ ਦਰਸ਼ਨ ਕਰ ਆਈਏ, ਉਹਦੇ ਦਰਸ਼ਨ ਕਰ ਆਈਏ। ਦਰਸ਼ਨ ਤੁਸੀਂ ਕਰਨੇ ਸੀ ਆਪਣੇ ਆਪ ਦੇ, ਕਿ ਮੇਰੇ ਅੰਦਰ ਵਿਚਾਰ ਕਿੱਦਾਂ ਦੇ ਚੱਲਦੇ ਨੇ, ਇਹ ਗੁਰਮਤਿ ਅਨੁਸਾਰ ਚੱਲਦੇ ਨੇ ਕਿ ਮਨਮਤ ਦੇ ਵਿਚਾਰ ਉੱਠਦੇ ਨੇ। ਇਹ ਠੱਗੀ ਦੇ ਤੇ ਬੇਈਮਾਨੀ ਦੇ ਤੇ ਲੋਕਾਂ ਦੇ ਬੰਨੇ ਬਾਣ ਦੇ ਉੱਠਦੇ ਨੇ, ਕਿ ਸਾਰਿਆਂ ਦਾ ਭਲਾ ਕਰਨ ਦੇ ਉੱਠਦੇ ਨੇ। ਦੂਸਰੇ ਤੁਸੀਂ ਦਰਸ਼ਨ ਕਰਨੇ ਸੀ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋ ਕੇ ਸੰਗਤਾਂ ਉਹਨਾਂ ਦੀ ਚਰਨ ਛਨ ਬੈਠੀਆਂ ਹੋਣ ਤੇ ਕਥਾ ਕੀਰਤਨ ਦਾ ਪ੍ਰਵਾਹ ਚੱਲਦਾ ਹੋਏ। ਇਹ ਸੀ ਗੁਰੂ ਸੰਗਤ ਤੇ ਗੁਰੂ ਸਾਹਿਬ ਦੇ ਦਰਸ਼ਨ। ਅਗਲਾ ਤੁਸੀਂ ਇੱਕ ਮੈਨੂੰ ਹੋਰ ਬੇਨਤੀ ਤੁਹਾਨੂੰ ਕਰਨੀ ਪੈਣੀ ਹੈ ਵੀ ਤੁਸੀਂ ਉਦਾਂ ਦਾਨ ਪੁੰਨ ਕਰ ਲਾਵੇ ਮਾੜੇ ਮੋਟੇ। ਤੁਸੀਂ ਇਹ ਗੱਲ ਹਿੰਦੂਆਂ ਵਾਲੀ ਰੱਖੀ ਹੋਈ ਹੈ ਵੀ ਗੰਗਾ ਜਾ ਕੇ ਨਹਾਇਓ, ਫਿਰ ਸ਼ਰਾਬ ਵੀ ਪੀ ਲਿਓ, ਸਮੈਕ ਵੀ ਲੈ ਲਿਓ, ਕੋਈ ਗੱਲ ਨਹੀਂ। ਹੁਣ ਤਾਂ ਤੁਹਾਨੂੰ ਸਮੈਕ ਨਵੀਂ ਪੁਆੜਾ ਪਾ ਦਿੱਤਾ ਜਿਹਦੇ ਚ ਤੁਹਾਡਾ ਨਿਕਲਣਾ ਹੀ ਔਖਾ ਹੋ ਗਿਆ। ਉਹ ਸਾਡੇ ਕੋਲ 72 ਲੱਖ ਦੀ ਸਮੈਕ ਲੈ ਕੇ ਪਹੁੰਚਿਆ ਸੀ, ਉਹ ਹੁਣ ਪਤਾ ਲੱਗਿਆ ਉਹ ਵੀ ਕਿਤੇ ਕੱਲ ਫੇਰ ਲੈ ਗਿਆ। 4 ਮਹੀਨੇ ਮਸਾਂ ਨਹੀਂ ਕੱਟੇ ਉਹਨਾਂ, ਕੱਲ ਫੇਰ ਕਿਤੇ ਡਿੱਗ ਪਿਆ ਉਹ। ਇਹ ਚੀਜ਼ਾਂ ਐਸੀਆਂ ਤੁਹਾਡੇ ਵਿੱਚ ਬਾੜੀਆਂ ਜਾਂਦੀਆਂ। ਜਦੋਂ ਕੌਮਾਂ ਮਾਰਨੀਆਂ ਹੋਣ ਇਹ ਚੀਜ਼ਾਂ ਨਾ ਮਾਰੀਆਂ ਜਾਂਦੀਆਂ ਨੇ। ਕੌਮਾਂ ਨੂੰ ਬੇਇਤਫਾਕ ਕਰ ਦਿੱਤਾ ਜਾਂਦਾ, ਪਾੜੋ ਧਾੜ ਕੀਤਾ ਜਾਂਦਾ, ਉਹਨਾਂ ਦੀ ਆਰਥਿਕਤਾ ਕਮਜ਼ੋਰ ਕੀਤੀ ਜਾਂਦੀ ਹੈ। ਪੈਸੇ ਦਾ ਤੁਹਾਡੀ ਜਿਹੜੀ ਬਾੜੀ ਮੋਟੀ ਧੌਣ ਉੱਚੀ ਸੀ, ਪੈਸੇ 4 ਹੈਗੇ ਸੀ, ਉਹ ਤੁਹਾਡੇ ਕੋਲ ਨਹੀਂ ਰਹਿਣੇ ਹੁਣ ਗਾਂ। ਤੁਸੀਂ ਫਜ਼ੂਲ ਖਰਚੀਆਂ ਬਹੁਤ ਕਰਦੇ ਹੋ। ਫਿਰ ਜਦੋਂ ਕੌਮ ਗੈਰ ਨਹੀਂ ਹੋਏ ਤਾਂ ਉਹਨੂੰ ਨਸ਼ੇ ਦਿੱਤੇ ਜਾਂਦੇ ਨੇ। ਤੁਸੀਂ ਗੁਰੂ ਦੇ ਬਚਨ ਨਹੀਂ ਮੰਨੇ, ਨਸ਼ਿਆਂ ਮਗਰ ਚੱਲੇ। ਫਿਰ ਜਦੋਂ ਕੌਮ ਨੂੰ ਕਮਜ਼ੋਰ ਕਰਨਾ ਹੋਏ
ਤੇ ਉਸ ਕੌਮ ਵਿੱਚ ਗੰਦੇ ਅਸ਼ਲੀਲ ਫਿਲਮਾਂ ਤੇ ਗੰਦੇ ਗਾਣੇ ਦਿੱਤੇ ਜਾਂਦੇ ਨੇ, ਉਹ ਤੁਸੀਂ ਰੱਜ ਕੇ ਦੇਖੀਆਂ ਤੇ ਰੱਜ ਕੇ ਗਾਣੇ ਸੁਣ ਲਏ। ਅਸੀਂ ਜਦੋਂ ਕਿਤੇ ਡੇਰੇ ਜਾਈਦਾ ਸੀ, ਲਾਗੇ ਲਾਇਆ ਹੋਣਾ ਸਪੀਕਰ ਜਿਹਾ, 2-4 ਵਾਰ ਮੇਰੇ ਹੁੰਦਿਆਂ ਬਾਬਾ ਜੀ ਨੇ ਕਿਹਾ ਵੀ ਇਹਨਾਂ ਨੂੰ ਕਹੋ ਵੀ ਬੰਦ ਕਰ ਦਿਓ, ਸਾਡਾ ਰਹਿਲਾ ਚੱਲਣ ਦੀ, ਪਰ ਕਾਹਨੂੰ ਇਹ ਪਰਵਾਹ ਕਰਦੇ ਬੰਦੇ। ਅੱਜ ਉਹ ਬਾਬੇ ਜੀ ਦੀ ਬੜੇ ਪੈਸੇ ਛੋਟੇ ਛੋਟੇ ਉਹਦੀਆਂ ਬੜੀ ਟੌਰ ਬਣ ਰਹੀ ਹੈ, ਤੇ ਬਚਨ ਮੰਨਣਾ ਨਹੀਂ। ਅੱਜ ਅਸੀਂ ਦਰਸ਼ਨ ਕਰਨ ਜਾਂਦੇ ਹਾਂ, ਇਸ ਕਰਕੇ ਇਹ ਛੋਟੇ ਛੋਟੇ ਮਹਾਂਪੁਰਖ ਆਂਦੇ ਰਹਿਣਗੇ, ਕੌਮ ਵਿੱਚ ਆਂਦੇ ਰਹੇ, ਆਂਦੇ ਰਹਿਣਗੇ, ਆਣਗੇ, ਆਏ ਨੇ। ਪਰ ਮੈਨੂੰ ਦੁੱਖ ਇਸ ਗੱਲ ਦਾ ਲੱਗਿਆ ਵੀ ਇਨੀ ਖਾਲਸਾ ਪੰਥ ਦਾ ਪ੍ਰਚਾਰ ਘੱਟ ਕੀਤਾ, ਡੇਰੇਬਾਦ ਦਾ ਪ੍ਰਚਾਰ ਜ਼ਿਆਦਾ ਹੋ ਗਿਆ, ਆਪ ਗੁਰੂ ਬਣਦਾ ਠਰਕ ਪੈ ਗਿਆ। ਸ਼ਕਲ ਸਿੱਖਾਂ ਵਾਲੀ, ਦਾੜਾ ਪੂਰਾ, ਸਿਰ ਤੇ ਦਸਤਾਰ ਸੱਜੀ ਹੈ। ਜਿੱਥੇ ਇਹ ਫਰਕ ਹੈ ਉੱਥੇ ਇਹ ਵੀ ਫਰਕ ਹੈ। ਮੁਸਲਮਾਨਾਂ ਦੀ ਟੋਪੀ ਗੋਲ ਹੋਊਗੀ, ਹਿੰਦੂਆਂ ਦੀ ਟੋਪੀ ਕਿਸ਼ਤੀ ਵਰਗੀ ਹੋਊਗੀ, ਅੰਗਰੇਜ਼ਾਂ ਦਾ ਹੈਟ ਹੋਊਗਾ ਤੇ ਤੁਹਾਡੀ ਦਸਤਾਰ ਹੋਏਗੀ, ਦਸਤਾਰ ਜਾਂ ਦਮਾਲਾ ਹੋਏਗਾ। ਇਹ ਵਰਦੀ 'ਚ ਵੀ ਫਰਕ ਹੈ। ਸਾਡਾ ਪੰਜਾਬੀ ਡਰੈਸ ਵੀ ਹੈ, ਪੰਜਾਬੀ ਖਾਣਾ ਵੀ ਹੈ, ਪੰਜਾਬੀ ਬੋਲੀ ਵੀ ਹੈ। ਇਹ ਅਸੀਂ ਬਰਕਰਾਰ ਰੱਖਣੀਆਂ, ਸੱਭਿਅਤਾ ਬਣਾ ਕੇ ਰੱਖਣੀ ਆਪਣੀ। ਪਰ ਅੱਜ ਤਾਂ ਸਭ ਕੁਝ ਇਹ ਖੇਡ ਦਿੱਤਾ ਤੁਹਾਡੇ ਕੋਲੋਂ, ਤਾਂ ਤੁਸੀਂ ਦੁਖੀ ਹੋਏ ਮੈਂ ਹੈ। ਅਸੀਂ ਮਾੜੇ ਮੋਟੇ ਤੁਹਾਡੇ ਨੌਕਰ ਚਾਕਰ ਬਣ ਕੇ ਤੁਹਾਡੇ ਆਖੇ ਲਾ ਕੇ ਆ ਜਾਂਦੇ ਹਾਂ। ਹਜੇ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਇਹ ਜਥਾ ਕਦੇ ਵੀ ਅੱਜ ਤੱਕ ਕਿਸੇ ਕੋਲੋਂ ਅਗਰਾਈ ਨਹੀਂ ਲਈ। ਇਹ ਨਹੀਂ ਕਿਹਾ ਵੀ ਬੋਰੀ ਭੇਜ ਦੋ, ਅਸੀਂ ਬਾਬਾ ਜੀ ਦਾ ਦਿਨ ਦਿਹਾੜਾ ਮਨਾਉਣਾ। ਸਾਨੂੰ ਪਤਾ ਵੀ ਬਾਬੇ ਦਾ ਦਿਨ ਬਣਾਉਣਾ, ਉਹਦੇ ਬਚਨਾਂ ਨੂੰ ਮੰਨ ਕੇ ਮੰਨਣਾ, ਐਦਾਂ ਨਹੀਂ ਦਿਨ ਮੰਨਣੇ। ਉਹ ਬਚਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਗੁਰ ਕਾ ਬਚਨ ਬਸੈ ਜੀ ਨਾਲੇ, ਜੀ ਨਾਲ ਵਸਾਣੇ ਉਹ ਬਚਨ। ਅਗਲੀ ਬੇਨਤੀ ਹੈ ਕਿ ਜੇ ਤੁਸੀਂ ਥੋੜਾ ਜਿਹਾ ਤੁਹਾਡੇ ਚ ਕੌਮੀ ਪਿਆਰ ਪੈਦਾ ਹੋਏ, ਨੌਜਵਾਨ ਅਗਲੇ ਮੁੰਡੇ ਜਿਹੜੇ ਗਲਤ ਪਾਸੇ ਤੁਰੇ ਜਾਂਦੇ ਨੇ, ਜਿਹੜੀਆਂ ਕੁੜੀਆਂ ਪੜ੍ਹ ਲਿਖ ਕੇ ਮਾਂ ਪਿਓ ਦੀ ਇੱਜ਼ਤ ਤੇ ਭਾਰੂ ਹੋਣ ਲੱਗੀਆਂ ਨੇ, ਇਹਨਾਂ ਗਾਣਿਆਂ ਦੀ ਬਦੌਲਤ ਇਹ 4 ਦਿਨ ਦੀ ਜਵਾਨੀ ਜਿਹੜੀ ਆਂਦੀ ਹੈ, ਇਹਦੇ ਬਾਰੇ ਕਹਿੰਦੇ ਨੇ ਗੁਰੂ ਪਾਤਸ਼ਾਹ ਦੀ ਬਾਣੀ, ਧਨ ਜੋਬਨ ਅਰ ਫੁੱਲੜਾ ਨਾਠੀੜੇ ਦਿਨ 4 ਕੁ ਦਿਨ ਮਾਇਆ ਦੀ ਚੋਲ ਚੋ ਹੁੰਦੀ ਹੈ। ਉਹ ਵੀ ਜੇ ਮੋਦੀ ਵਰਗਾ ਕਰੰਸੀ ਬਦਲਦੇ ਤਾਂ ਉਹ ਵੀ ਅੱਖਾਂ ਬਾਹਰ ਆ ਜਾਂਦੀਆਂ ਨੇ। ਫਿਰ ਜੋੜੀ ਤਾਂ ਸੀ, ਮਤਲਬ ਕੋਈ ਨਹੀਂ ਰਿਹਾ। ਇਹ ਹੈ ਮਾਇਆ। ਪਰ ਸਿੱਖਾਂ ਦੇ ਘਰ ਚ ਮਾਇਆ ਚਾਹੀਦੀ ਹੈ, ਗਰੀਬੀ ਨਹੀਂ ਚਾਹੀਦੀ ਪੈਸੇ ਦੀ। ਆਈ ਚਲਾਈ ਚੱਲਣੀ ਚਾਹੀਦੀ ਹੈ, ਪਰ ਗੁਰੂ ਦੀ ਮੱਤ ਪਹਿਲਾਂ ਹੋਣੀ ਚਾਹੀਦੀ ਹੈ। ਤੁਹਾਡੇ ਚ ਕੌਮੀ ਪਿਆਰ ਮੁੰਡਿਆਂ ਚ ਹੋਣਾ ਚਾਹੀਦਾ ਵੀ ਮੈਂ ਆਪਣੀ ਸਿੱਖ ਕੌਮ ਦੀ ਖਾਤਰ ਕੀ ਕੀਤਾ। ਮੈਂ ਤਾਂ ਕਿਰਪਾਨ ਦੀ ਗੁਰੂ ਦੀ ਪਾ ਨਹੀਂ ਸਕਿਆ, ਮੈਂ ਤਾਂ ਗੁਰੂ ਦੇ ਬਚਨ ਮੰਨ ਕੇ ਕੇਸ ਵੀ ਨਹੀਂ ਰੱਖ ਸਕਿਆ। ਅੱਜ ਸਾਡੇ ਨੌਜਵਾਨ ਸਾਰੇ ਕੇਸਾਂ ਦੀ ਉਦਾਹਰਣ ਬਾਬਾ ਜੀ ਦੀ ਦੇਣਗੇ ਵੀ ਬਾਬੇ ਨੇ ਕਿਹੜਾ ਕੇਸ ਰੱਖੇ ਸੀ, ਉਹਨਾਂ ਦੀ ਉਦਾਹਰਣ ਦੇਣਗੇ। ਸਾਡੀ ਸਰਕਾਰ ਦੀਆਂ ਜੋ ਗਲਤੀਆਂ ਹੋਣ ਤੇ ਪਾਕਿਸਤਾਨ ਤੇ ਮੰਨਣਗੇ। ਗਲਤੀ ਆਪਣੀ ਕੇਸ ਕੱਟਣ ਦੀ, ਤੇ ਮੜੀ ਕਿਹਦੇ ਜਾਣੀ ਹੈ? ਬਾਬਾ ਹਜ਼ਾਰਾ ਸਿੰਘ ਤੇ। ਉਹਦੇ ਵਰਗੀ ਹੋਰ ਵੀ ਕੰਮ ਕਰੋ, ਲੱਤਾਂ ਰੱਖੋ ਨੰਗੀਆਂ, ਬੰਨੋ ਭਰਨਾ ਇੱਕ, ਤੇ ਸਿਰ ਤੇ ਇੱਕ ਬੰਨ ਲਓ ਮਾੜਾ ਜਿਹਾ। ਤੇ ਨਾਈ ਕੋਲ ਨਾ ਗਿਆ ਬਾਬਾ, ਕਦੇ ਵੀ ਬਾਬਾ ਨਾਈ ਕੋਲ ਨਹੀਂ ਗਿਆ। ਕਦੇ ਵੀ ਬਾਬੇ ਨੇ ਆਪਣੀ ਜ਼ਿੰਦਗੀ 'ਚ ਤੇਲ ਨਹੀਂ ਲਾਇਆ। ਕਦੇ ਵੀ ਬਾਬੇ ਨੇ ਮੇਰੇ ਹੁੰਦਿਆਂ ਦੇਖਦਿਆਂ ਰਜਾਈ ਨਾਲ ਸੌਣ ਦਾ ਯਤਨ ਨਹੀਂ ਕੀਤਾ, ਗੱਦੇ ਤੇ ਨਹੀਂ ਸੁੱਤਾ, ਗੱਡੀ 'ਚ ਬੈਠਣ ਦਾ ਯਤਨ ਨਹੀਂ ਕੀਤਾ, ਕਦੇ ਵੀ ਸਵਾਦਲੇ ਖਾਣੇ ਖਾਣ ਦਾ ਯਤਨ ਨਹੀਂ ਕੀਤਾ। ਬੁੱਸੀ ਖੀਰ ਖਾਧੀ ਹੈ ਤੇ 12 ਵਜੇ ਤੋਂ ਬਾਅਦ ਸੌਣਾ ਮਨਾ ਹੋ ਗਿਆ। ਕੇਸ ਕਟਾਣ ਨੂੰ ਬਾਬੇ ਦਾ ਨਾਂ ਲੈ ਕੇ ਲੰਮੇ ਲੱਤੇ ਪਏ, 10:30 ਵਜੇ ਨਹੀਂ ਉੱਠਦੇ ਤੁਸੀਂ ਟੀਵੀ ਦੇਖ ਦੇਖ ਕੇ। ਤੁਹਾਡੀ ਤਵਾ ਵਿਗੜੀ ਹੈ, ਤੁਹਾਨੂੰ ਪੁੱਛਣ ਵਾਲਾ ਕੋਈ ਹੈ ਨਹੀਂ।
ਉਹਦੇ ਸਾਰੇ ਗੁਣ ਗ੍ਰਹਿਣ ਕਰੋ, ਪਰ ਫਿਰ ਵੀ ਮੈਂ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਨੂੰ ਤਰਜੀਹ ਦਊਂਗਾ। ਉਹ ਵੀ ਇੱਕ ਗੁਰੂ ਹੈ। ਇਹ ਨਹੀਂ ਅਨੰਦਪੁਰ ਸਾਹਿਬ ਜਾ ਕੇ ਇਹਨਾਂ ਨੂੰ ਅੰਮ੍ਰਿਤ ਛਕਾੜਿਆ ਨਿਹੰਗਾਂ ਨੇ, ਪਰ ਉਹ ਨਹੀਂ ਪਾਲਣਾ ਕਰ ਸਕੇ। ਉਹਨਾਂ ਦਾ ਜੀਵਨ ਹੋਰ ਤਰੀਕੇ ਦਾ ਸੀ। ਤੁਸੀਂ ਵੀ 40 ਸਾਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਭੰਗ ਪੀਓ, 40 ਸਾਲ ਪੀਓ, ਸਾਰਾ ਦਿਨ ਐਨ ਟੁੰਨ ਰਹੋ, ਕੋਈ ਘਰ ਦਾ ਕੰਮ ਨਾ ਕਰਿਓ, ਵਿੱਚ ਧਤੂਰਾ ਵੀ ਪਾਇਓ, ਫਿਰ ਕਰਿਓ ਬਾਬੇ ਦੀਆਂ ਰੀਸਾਂ। आखिरी मेरी बेनती है भी थोड़े च कौमी प्यार होना चाहिए। ये बाबा जी हुण होए ने, ये तो पहला भी बाबा बुढ़ा साहब होए ने, होर भी बड़े बाबे थोड़े होए ने। बाबा जोरावर सिंह भी थोड़ा होया, एक थोड़ा बाबा फतेह सिंह भी होया। इक्को बाबे नाल ना जुड़ो, वो भी थोड़े बाबे ने। इन्हीं तो ऐसे एरिए च थोड़े जे लोगों नूं सरसार कीता, पर गुरु नानक ने तक कित्थों तक जाके उदासियां कर करके चाइना तक गया पैदल। ये तो बद तो बद एक बड़भाग सिंह दे डेरे तक पहुंचे ने, एक आनंदपुर साहब तक पहुंचे ने। वो भी प्रचार नहीं किया होया। बड़भाग सिंह दे डेरे तो मार पई है कि जेड़ा मीस मास शराब पीण वाला बंदा उन्होंने वाहिगुरू असर नहीं करता। ये गल बड़भाग सिंह दे डेरे चुकी है। पहला अपना जाल भी रखिया सी, बटेरे भी फड़ते सी, मछियां भी फड़ते सी। तो वो गल्लां नहीं मैं थोड़े नाल करनियां चाहता। मैं थोड़े नाल सिख धर्म नूं तुहानूं प्रेर के लैके जाना चाहना। बाबा जी की संगत करके जिन्ना प्रफुल्लित हो गया, उन्होंने हुण किसी होर दी संगत की लोड़ नहीं, उन्होंने अपनी निज की संगत की लोड़ है भी अपने स्वरूप विच टिकण दी उन्होंने लोड़ है। जे उन्हें संगत की है ते जे उन्होंने उदों नहीं हुई तो हुण तुसीं जिथे मर्जी मेरे वर्गे टुटे जे बंदियां कोल जाके दर्शन करन जाओ, तुहानूं कख नहीं जे मिलना। फिर ना दौड़ो, एवं ना मूँह चुको। हुण पढ़ो बाणी ते धारण करो सिक्खी। जे तुसीं उन्हां दी ये गल सुनी है कि ज़्यादा तो नहीं पता, हुण इहदा मतलब बहुत नहीं पता, वो कह रहे हैं ज़्यादा तो नहीं पता, पर मक्के मदीने तक खंड वटे दा पौल चलेगी, बाबे नानक दा फिरका चलेगा। जिहदे मैं नहीं कहता भी गल्लां पूरियां होणियां कि अधूरियां रहणियां, मैं इदां नहीं कहता। जिहदे मुसलमान भरावां ने पहला ये घर नूं चुक लेना ते हिंदुआं ने बाद च चलना। पता नहीं ये मैनूं इन्हां गल्लां दा दुख जरूर हुंदा भी ये कदों होना। मैं भी एक बार माड़ा जिहा पुछ बैठिया, किते गल चलदी सी भी बहुत सोहना समां आना, मैं किन्ना कुछ चिर लग जाऊगा। आंदे काल दे हथ वस, मैं नहीं हुण गल समझदा, आंदे काल दे हथ वस। मैं कहा फिर भी, पर बाबा नानक कह रहा आण 78 जान 97, होर भी उठ सी मर्द का चेला सन दे रहे ने ते आंदे काल दे हथ वस है। ला दे तो छेती ला दे, जे लंघा दे तो 100 साल लंघा दे। मतलब ये गल फाइनल नहीं है जो मेरे नाल होई है। इस करके मेरा सिर झुकदा उन्हां अगे, थोड़े अगे भी झुकदा ते नशहरे वाले अगे भी झुकदा। पर सिर झुकाण दा मतलब है अगले दा सिद्धांत लैना, ना कि उहदियां लत्तां ही फड़ के बह जाना। हुण वो भी चाहते हुंदे ने जे तुसीं उन्हां दीयां गल्लां सुणियां होण बचन ते तुसीं समझोगे कि वो कहंदे सी देह दा मिलावा नहीं हो सकदा, शब्द दा मिलावा हो सकदा। देह दा मिलावा झूठा है, खत्म होने वाली चीज है, शब्द सदैवी है। ते ये भी कहंदे सन। हुण मैं उदां गुरब सिक्खी अनुसार वो गल नहीं मेरा कहण नूं जी करदा, पर एक फकीराना जिंदगी है, बहुत उच्ची जिंदगी है। वो ये कह सकते हैं कि सन जोड़ी सन कपड़ी बनिया तनिया खुदा, जिसनू ये निश्चा नहीं भाई, जिसनू ये निश्चा नहीं तिसनू भया सदा। मैनू भी हो गया सदा, मैनू भी होया है, मैनू निश्चा नहीं बनया है। अगला उसकी थोथी
ਉਹਦੇ ਵਾਸਤੇ ਝੂਠਾ ਕੁਰਾਨ ਤੇ ਝੂਠੀ ਪੋਥੀ, ਭਾਵ ਬੰਦੇ ਨੂੰ ਆਪਣੇ ਵਿੱਚ ਰੱਬ ਨੂੰ ਸਮਝਣਾ। ਇਹ ਤਰੀਕੇ ਨਾਲ ਗੁਰਬਾਣੀ ਕਹੇਗੀ। ਗੁਰਬਾਣੀ ਕਹੇਗੀ कि पोप मद जैसे बास बसत है, मुकर में जैसे छाई, तैसे ही हर बसै निरंतर, घट ही खोजो भाई। अंदर खोजो कहेगा। घर बैठे गुरु ते हिरदे नाम नू हिरदे च बसा लियो, फिर इहदे हिरदे दा घर लभ लियो। एक ऐ घर विचों फिर तुहानूं ऐ घर विच जिहड़ा परमात्मा ने दिता, इहदे च भी तुहानूं दौड़न दी लोड़ नहीं फिर पैणी। जे हिरदे च नाम ना बसिया, फिर तुहाडी दौड़ कई जन्मां तक चलदी रहनी है, मुकनी नहीं गई है। इस करके प्यारिओ, मैं भी दौड़िया वां, पर मैं परेशान हो गया सी। मौत दा टॉपिक जो मेरे सामने आया, एक तो उन्हां दे हुंदिआं मेरा दिमाग फिर गया सी। उदों मैं भी भंग पीण लग पिया सी, पर उस तो बाद मैं हजे तक नहीं छेड़िया कदे भी। उदों भी मैनूं बत्तियां लवाणियां पईआं। हुण 22 साल तो बाद, 22 साल पहलां मैनूं मौत का डर बहुत लग्या भी किदां मरांगे, इत्थे तां मरना पैना। अखां बंद हो जाण तां बड़ा मुश्किल है, दोए कंन बंद हो जाण, झप्पा अड़ जे तां मुश्किल लगदा, ते जबान दे उत्ते इन्नी क फिणसी हो जाए तां मुश्किल लगदा भी हुण कैंसर हो जाणी है। लत्तां मर जाण तां मुश्किल है, पासा मर जाए तां मुश्किल है, अद्धा धड़ मर जाए तां मुश्किल है। इत्थों ही गुरनाम सिंह बाबे होरां दा सेवक, मैं आखिरी जिंदगी दे दिन देखे, किसी ना किसी की कोई मदद नहीं की, किस तरीके नाल मेरा भरा जिंदगी दे दिन कट के गया। इसे डेरे तो मैं देखिया निशान सिंह जिन्हों कैंसर हुई, वो बाबे होरां ते शरधा तोड़ के करनाल वाले बाबे कोल चले गया। जदों बंदे ते दुख घेरदे ने, बंदे दी थिर कंब जाती है, उदा पिछे बड़ियां गल्लां होंदियां ने। बाबे जानी कदे दवाई खाधी, हुण ये भी ना दवाई खाण कदे भी। इस करके गल्लां करनियां सौखियां ते निभाणियां औखियां होंदियां ने। सुन लैणियां भी सौखियां ने, कन रस हुंदा है। कीर्तन भी सुन लिया, फिर टचा उत्थे ही, गल्लां भी सुन लिया, फिर टीचा उत्थे ही। तां देश जिहड़ा अड़दल जा रहा, अधोगति च जा रहा देश। इत्थे जीना औखा हो जाना आने वाले समय च। इस करके मेरी आखिरी बेनती है, मैं तो तकरीबन सारा कुछ जो तुसीं मेरे तो अपनी आशीर्वाद दे के बुलाया, मैं बोलण दा यतन कीता। तुहानूं हुण सारिआं नूं इह गल सोचनी चाहिदी है कि की सिख कौम दुनिया ते रहनी चाहिदी है कि ये ठीक है। अज दुनिया थोड़ी कौम वाल देखण लगी है। अज मैं कल एक हिंदू बोलदा देखिया, जिन्हां कहा भी ये हिंदू ही लड़ा लड़ा के असीं गुलाम होए, और बाहरों सानूं किसी ने गुलाम नहीं किया। गुरु गोबिंद सिंह के विरुद्ध 22 राजे खड़े हो गए, जदों कि वह हिंदुस्तान को आज़ाद कराना चाहता, तो इहो राजे राजपूतां दे उहदे बरखलाफ होए, ते राजे भी वो बरखलाफ होए जिन्हां दे बुढ़ियां नूं गुरु हरगोबिंद साहब ने जेल चों कढा के लिआंदा, जिथे मर जाना है ग्वालियर के किले च। वो राजे गुरु गोबिंद सिंह के बरखलाफ खड़े हो गए। क्यों खड़े हो गए? भी साडा राज ना खोले। इदां ही पहला लड़ते रहे ने। इस करके अज तुसीं उस महापुरख दा, उस अवतार दा, कलयुग दा पैगंबर गुरु गोबिंद सिंह दा जे सत्कार ना करोगे, उहदे नाम अगर सिंह ते कौर लुआ के तुरे फिरदे हो, ते तुहानूं ढोई मिलनी बहुत औखी हो जानी। उहदा करजा बड़ा तुहाडे ते। उन्हें किन्ने तुहाडे बजुर्गां ने, ये तुहाडी एक पहली कौम है जिहड़ी रोज याद करदी अपने बजुर्गां नूं। कोई कौम ऐदा नहीं याद करदी जिन्नी नाम जपिया, वंड छकिया, धर्म हित सीस दिते। जदों इत्थे करतार सिंह कलासवाली दा 10वां ग्रंथ चलदा हुंदा सी, गुरु गोबिंद सिंह दा जीवन छंदाबंदी विच, उदों बाबे होरी कहना, जदों युद्ध होने ना, उन्हें कहना भी 5-7 पुत्रे अगे कर दे, की वढ टुक सुननी है। भी वढ टुक सुन तो भी मन घबरांदा हुंदा सी। वढ टुक की सुननी है, 5-7 पुत्रे अगे कर दे। उत्थे सुनना यह पैना भी जीत सिंह ना शहीदी लै लई, एने बंदे पै गए कल्ले नूं। उत्थे सुनना यह पैना भी जुझार सिंह भी शहीद होण लग्या, गुरु भेजण लग्या।
ਵੀ ਜਾ ਪੁੱਤਰਾ ਮੇਰਾ ਕਰਜ਼ਾ ਲਾ। ਤਾਂ ਕਿਹਾ ਜਾਂਦਾ ਪੱਤਰੇ ਅੱਗੇ ਕਰਦੇ 8-9 ਕੱਟ ਵੱਢ ਨਾ ਸੁਣੀਏ, ਤੇ ਉਹ ਕੱਟ ਵੱਢ ਵਿੱਚੋਂ ਨਿਕਲੇ। ਨਾ ਪਿਓ ਸਿਰ ਤੇ, ਨਾ ਕੋਈ ਨਿੱਜੀ, ਇੱਥੇ ਤੇ ਮਾੜਾ ਮੋਟਾ ਘਰ ਵੀ ਹੈਗਾ ਸੀ, ਛੱਤ ਵੀ ਮਾੜੀ ਮੋਟੀ ਹੈਗੀ ਸੀ, ਨਾ ਕੋਈ ਆਪਣਾ ਨਿੱਜੀ ਘਰ, ਮਾਛੀਵਾੜੇ ਦਾ ਜੰਗਲ, ਪੈਰ ਨੰਗੇ ਛਾਲੋ ਛਾਲੀ ਹੋਏ ਵੇ। ਪੈਰ ਤਾਂ ਇਹਨਾਂ ਦੇ ਵੀ ਨੰਗੇ ਕਾਫੀ ਚਿਰ ਰਹੇ ਨੇ, ਵਿਆਹੀਆਂ ਪਾਟੀਆਂ ਰਹੀਆਂ ਨੇ, ਪਰ ਉਹ ਹਾਲਤ ਨਹੀਂ ਦੇਖਣ ਚ ਗਈ। ਕੋਈ ਬੱਚਾ ਨਹੀਂ ਨੋ। ਇਹਨਾਂ ਦੇ ਆਖਰੀ ਸਮੇਂ ਚ ਮਹਿੰਦਰ ਸਿੰਘ ਨਾਲ ਗੱਡੀ ਲੈ ਕੇ ਇਹਨਾਂ ਨੂੰ ਗਾਂਹ ਪਿਛਾਂ ਲਿਜਾਣ ਦਾ ਯਤਨ ਕੀਤਾ, ਪਰ ਉਹਨਾਂ ਦਾ ਆਖਰੀ ਸਮਾਂ ਕਿੱਥੇ ਜਾਣ ਡਿਆ। ਕੋਈ ਬੱਚਾ ਕੋਲ ਨਹੀਂ ਹੈ, ਕੋਈ ਪਤਨੀ ਕੋਲ ਨਹੀਂ ਹੈ। ਤੁਸੀਂ ਉਹਨਾਂ ਨੂੰ ਯਾਦ ਕੀਤਾ, ਤੁਸੀਂ ਉਹਨਾਂ ਦੇ ਕਹਿਣ ਤੋਂ ਇੱਕ ਨਿਸ਼ਾਨ ਸਾਹਿਬ ਕੱਢਿਆ। ਇਹ ਨਿਸ਼ਾਨ ਸਾਹਿਬ ਤੁਹਾਡਾ ਬਾਬਾ ਜੀ ਨੇ ਨਹੀਂ ਲਵਾਇਆ, ਤੁਹਾਡੇ ਨਾਮਗੜ ਸਿੰਘ ਤੇ ਕੌਰ ਬਾਬਾ ਜੀ ਨੇ ਨਹੀਂ ਲਵਾਏ। ਤੁਹਾਨੂੰ ਸਾਰਿਆਂ ਨੂੰ ਇੱਕ ਹਥਿਆਰ ਦਿੱਤਾ, ਹਰ ਜਨਾਨੀ ਨੂੰ ਤੇ ਇੱਕ ਬੰਦੇ ਨੂੰ 5 ਆਪਣੇ ਵੱਲੋਂ ਨਿਸ਼ਾਨੀਆਂ ਦਿੱਤੀਆਂ ਆਪਣਾ ਰਿਸ਼ਤਾ ਕਾਇਮ ਰੱਖਣ ਵਾਸਤੇ, ਤੇ ਤੁਹਾਡੇ ਵੱਲ ਹੱਥ ਕਰਕੇ ਕਹਿ ਦਿੱਤਾ, ਇਨ ਪੁੱਤਰਨ ਕੇ ਸੀਸ ਪਰ ਬਾਰ ਦੀਏ ਸੁੱਤ 4। ਅੱਜ ਦੁੱਖ ਹੈ ਜੇ ਮੁਸਲਮਾਨਾਂ ਦੇ ਤਾਜੀਏ ਨਿਕਲਦੇ ਨੇ, ਉਹ ਬੰਦੇ ਕੁੱਟ-ਕੁੱਟ ਕੇ ਪਿੰਡੇ ਦਾ ਲਹੂ ਵਗਾਉਂਦੇ ਨੇ ਹਜੇ ਤੱਕ 1500 ਸਾਲ ਤੱਕ, ਵੀ ਇਹਨਾਂ ਦਿਨਾਂ 'ਚ ਸਾਡੇ ਬੱਚਿਆਂ ਨੂੰ ਸ਼ਹੀਦ ਕੀਤਾ ਸੀ। ਤੇ ਤੁਹਾਡੇ ਜਿੱਦਣ ਸ਼ਹੀਦੀ ਗੁਰਪੁਰਬ ਹੁੰਦੇ ਨੇ, ਆ ਪੂਰਾ ਹਫਤਾ ਸ਼ਹੀਦੀ ਚੱਲਣਾ ਹੁਣ ਦਸੰਬਰ ਦਾ, ਉਹਨਾਂ ਦਿਨਾਂ 'ਚ ਤੁਸੀਂ ਸ਼ਰਾਬ ਪੀਤੀ ਹੁੰਦੀ ਹੈ ਤੇ ਡੀਜਾ ਲਾ ਕੇ ਬੈਠੇ ਹੁੰਦੇ ਆ। ਇਹ ਹੈ ਤੁਸੀਂ ਸਿੱਖ। ਤੁਸੀਂ ਉਹਨਾਂ ਦਿਨਾਂ 'ਚ 2 ਘੰਟੇ ਗੁਰਦੁਆਰੇ ਬਹਿ ਕੇ ਉਹਨਾਂ ਦਾ ਨਾਂ ਦਾ ਸਤਨਾਮ ਵਾਹਿਗੁਰੂ ਕਰਨ ਜੋਗੇ ਵੀ ਨਹੀਂ ਰਹੇ। ਸਿੰਗਲ ਤਾਂ ਕੀ ਮਾਰਨੇ ਪਿੰਡੇ 'ਚ, ਲਹੂ ਤਾਂ ਕੀ ਬਗਾਣਾ। ਤੁਸੀਂ ਤਾਂ ਠੇਕੇ ਤੇ ਬੈਠੇ ਹੁੰਦੇ ਆ। ਫਿਰ ਤੁਹਾਨੂੰ ਅਸੀਂ ਅਰਦਾਸ ਕਰਨੀ ਨਹੀਂ ਗ੍ਰੰਥੀਆਂ ਨੂੰ, ਇਹਨਾਂ ਨੂੰ ਜੀ ਚਰਨਾਂ 'ਚ ਥਾਂ ਦੇ ਦਿਓ, ਤੇ ਜੀਂਦੇ ਜੀ ਨਹੀਂ ਲਿਆ, ਹੁਣ ਦੇ ਦਿਓ ਮਗਰੋਂ ਮਰਿਆਂ ਨੂੰ, ਹੁਣ ਜਾਂਦਿਆਂ ਨੂੰ ਇਹਨਾਂ ਨੂੰ ਟਿਕਟ ਕੱਟ ਦਿਓ ਉੱਥੇ ਬੈਠਣ ਨੂੰ। ਗ੍ਰੰਥੀਆਂ ਦੇ ਕਹਿਣ ਨਾਲ ਕੁਝ ਸਿਧਾਂਤ ਨੂੰ ਲਓ, ਆਪਣੇ ਬੱਚਿਆਂ ਬਾਰੇ ਸੋਚੋ, ਉਹਨਾਂ ਦਾ ਜੀਵਨ ਕਿੱਦਾਂ ਦਾ ਹੋਣਾ ਚਾਹੀਦਾ। ਆਪਣੇ ਬਜ਼ੁਰਗਾਂ ਬਾਰੇ ਸੋਚੋ ਵੀ ਸਾਨੂੰ ਕੀ ਕਹਿ ਕੇ ਗਏ ਨੇ। ਸਤਿਕਾਰ ਕਰੋ ਹਰ ਇੱਕ ਦਾ, ਚਾਹੇ ਕੋਈ ਮੁਸਲਮਾਨ ਚੰਗਾ ਉਹਦਾ ਵੀ ਸਤਿਕਾਰ ਕਰਾਂਗੇ, ਜਿਹੜਾ ਵੀ ਸਾਨੂੰ ਚੰਗੀ ਸਲਾਹ ਮਸ਼ਵਰਾ ਦਿੰਦਾ ਉਹਦਾ ਇੱਕ ਸਪੈਸ਼ਲ ਸਤਿਕਾਰ ਹੈ ਸਾਡੇ ਕੋਲ। ਪਰ ਜਿੱਥੇ ਗੁਰੂ ਹੈ, ਉਹ ਚਾਹੇ ਕਸ਼ਮੀਰ ਦੇ ਸਿੱਖ ਨੇ, ਚਾਹੇ ਪਾਕਿਸਤਾਨ ਦੇ ਸਿੱਖ ਨੇ, ਚਾਹੇ ਅਫਗਾਨਿਸਤਾਨ ਦੇ ਸਿੱਖ ਨੇ, ਵਰਲਡ ਵਿੱਚ ਕਿਤੇ ਵੀ ਸਿੱਖ ਹੈਗਾ, ਤੇ ਉਦੋਂ ਗੁਰੂ ਦੇ ਹੁਕਮ ਅਨੁਸਾਰ ਗੁਰਦੁਆਰਾ ਬਣਿਆ ਹੋਇਆ, ਤੇ ਹੁਕਮ ਹੋਇਆ ਬਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਇਹ ਬਾਣੀ ਪੜੋ, ਆਪਣਾ ਜੀਵਨ ਸਵਾਰੋ, ਐਵੇਂ ਉਧਰ ਉਧਰ ਦੌੜੇ ਭੱਜੇ ਨਾ ਫਿਰੋ। ਐਕਸੀਡੈਂਟ ਬਹੁਤ ਹੋ ਰਹੇ ਨੇ ਧੜਾ ਧੜ, ਇਹ ਜਿਹੜੇ ਮਰੀਆਂ ਰੂਹਾਂ ਹੁੰਦੀਆਂ ਉਹੀ ਐਕਸੀਡੈਂਟ ਬੜਿਆ। ਉੱਥੇ ਐਕਸੀਡੈਂਟ ਜ਼ੋਨ ਬਣ ਜਾਂਦਾ ਤਕਰੀਬਨ, ਜਦੋਂ ਉੱਥੇ ਗੱਡੀ ਕੋਈ ਨਾ ਜਾਂਦੀ, ਬੰਦੇ ਦੀ ਆਪਣੇ ਆਪ ਅੱਖ ਲੱਗ ਜਾਂਦੀ ਤੇ ਬੰਦੀ ਉਹਦੇ 'ਚ ਮਾਰ ਦਿੰਦਾ ਜਾ ਕੇ। ਉੱਥੇ ਮਰੇ ਹੁੰਦੇ ਨੇ ਕਾਫੀ ਬੰਦੇ। ਹਜੇ ਤੁਹਾਨੂੰ ਇਹ ਤੁਹਾਡਾ ਡਰ ਚੱਕਣ ਦੇ ਨੇ, ਬਿਲਕੁਲ ਤੁਹਾਨੂੰ ਬਹੁਤ ਗਲਤ ਪਾਸੇ ਪ੍ਰੇਰਦੇ ਨੇ, ਜਿਹੜੇ ਕਹਿੰਦੇ ਮਰ ਕੇ ਤੁਸੀਂ ਮੁੱਕ ਜਾਣਾ। ਮਰ ਕੇ ਨਹੀਂ ਜੇ ਮੁੱਕਣਾ, ਮਰ ਕੇ ਸਰੀਰ ਛੱਡਣਾ, ਰੂਹ ਅੱਗੇ ਜਾਣੀ ਪਰਲੋਕ ਨੂੰ, ਫਿਰ ਧਰਤੀ ਨਾਲ ਜੁੜਨਾ ਪੈਣਾ, ਫਿਰ ਧੱਕੇ ਖਾਣ ਆਉਣਾ ਪੈਣਾ ਇੱਥੇ। ਔਰ ਸਾਡੇ ਧਰਮ ਅਨੁਸਾਰ ਅਸੀਂ ਡੰਗਰਾਂ ਦੀ ਜੂਨ ਵਿੱਚ ਵੀ ਆ ਸਕਦੇ ਹਾਂ। ਹੁਣ ਵੀ ਜਿਹੜੇ ਬੰਦੇ ਪੁੱਠੇ ਕੰਮ ਕਰਦੇ ਨੇ ਡੰਗਰਾਂ ਨਾਲ ਵੀ ਭੈੜੇ ਨੇ। ਉਹਨਾਂ ਨੂੰ ਗੁਰੂ ਪਾਤਸ਼ਾਹ ਨੇ ਲਿਖਿਆ ਕਰਤੂਤ ਪਸ਼ੂ ਕੀ, ਕਰਤੂਤਾਂ ਡੰਗਰਾਂ ਨਾਲ। ਮੈਂ ਨਾ ਪਸ਼ੂ ਦੀ ਕਰਤੂਤ ਵੀ ਗਲਤ ਲਿਖੀ ਹੋਈ। ਕਰਤੂਤ ਪਸ਼ੂ ਦੀ ਇਹ ਹੈ, ਪਸ਼ੂ ਬੇਈਮਾਨੀ ਨਹੀਂ ਕਰਦਾ, ਪਸ਼ੂ ਬਲਾਤਕਾਰ ਨਹੀਂ ਕਰਦਾ, ਪਸ਼ੂ ਨਸ਼ਾ ਨਹੀਂ ਲੈਂਦਾ। ਪਰ ਉਦਾਹਰਣ ਦਿੱਤੀ ਜਾਂਦੀ ਹੈ ਵੀ ਪਸ਼ੂ ਖੜ ਖਾ ਕੇ ਅੰਮ੍ਰਿਤ ਦਿੰਦੇ ਨੇ, ਉਹ ਦੁੱਧ ਦਿੰਦੇ ਨੇ, ਇਹ ਅਗਲੇ ਦੇ ਘਰ ਰੋਟੀ ਖਾ ਕੇ ਉਹਦੀ ਪੁੱਠਾ ਕੰਮ ਕਰਦੇ ਨੇ। ਕਰਤੂਤ ਪਸ਼ੂ ਕੀ ਮਾਨਸ
ਜਾਤ ਜਾਤੀ ਦੇ ਤੌਰ ਤੇ ਬੰਦੇ ਆ, ਕਰਤੂਤਾਂ ਇਹਨਾਂ ਦੀਆਂ ਡੰਗਰਾਂ ਦੀਆਂ, ਡੰਗਰਾਂ ਦੀ ਸਿਫਤ ਵੀ ਕਹਿ ਦੇਣੀ ਹੋਣੀ, ਇਹ ਵੀ ਕਹਿ ਦੇਣਾ ਖੜ ਖਾਏ ਅੰਮ੍ਰਿਤ ਦੇ, ਇਹ ਵੀ ਕਹਿ ਦੇਣਾ ਕੁੱਤੇ ਦੀ ਸਿਫਤ ਕਰ ਜਾਣੀ ਹੈ। स्वामी को गृह जो सदा स्वान तजत नहीं, जिवें कुत्ता अपने मालक का घर का बूहा नहीं छड्डदा, हुण इत्थे उहदी सिफत की जा रही है। ये बंदा जिहदा खांदा उहदे बूहे नूं उहनूं भन्नदा, एडा गंदा। ये गल तुसीं समझ लई है भी खाली ते नंगे आए ते खाली ते नंगे जाना। ਸਵਾਸਾਂ ਦੀ ਪੂੰਜੀ ਲੈ ਕੇ ਆਏ ਗਿਣਤੀ ਦੇ, ਤੇ ਚੰਗੇ ਤੇ ਮਾੜੇ ਕੰਮਾਂ ਦੀ ਪੰਡ ਬੰਨ ਕੇ ਤੁਰ ਜਾਣਾ। ਅੱਗੇ ਲੇਖਾ ਹੋਣਾ, ਇਹ ਗੱਲ ਮੰਨੋ ਗੁਰੂ ਦੀ ਬਾਣੀ ਨੂੰ। ਫੇਰ ਕੀ ਹੋਊਗਾ? ਅਸੀਂ ਜੇ ਸਾਰੇ ਬੰਦੇ ਕਿਸੇ ਦਾ ਹੱਕ ਨਾ ਖਾਈਏ, ਸਾਰੇ ਬੰਦੇ ਸਿੱਖ ਨਸ਼ੇ ਨਾ ਲਈਏ, ਸਾਰੇ ਬੰਦੇ ਸਿੱਖ ਸਵੇਰ ਨੂੰ ਗੁਰਦੁਆਰੇ ਬੈਠੀਏ, ਸਾਰੇ ਬੰਦੇ ਸ਼ਾਮ ਨੂੰ ਗੁਰਦੁਆਰੇ ਇਕੱਠੇ ਹੋਈਏ, ਪਿੰਡ ਨੂੰ ਪਾੜ ਕੇ ਨਾ ਰੱਖੀਏ, ਵੋਟ ਜਿਹਨੂੰ ਮਰਜ਼ੀ ਪਾਓ ਜਿਹਨੂੰ ਨਾ ਮਰਜ਼ੀ ਪਾਓ, ਤੁਹਾਨੂੰ ਤਾਂ ਸ਼ਰਾਬਾਂ ਦੇ ਦੇ ਕੇ ਤੁਹਾਡੀ ਬੁੱਧੀ ਭ੍ਰਿਸ਼ਟ ਕਰ ਦਿੱਤੀ ਹੈ। ਪੜ੍ਹਾਈ 'ਚ ਤੁਹਾਡੇ ਮੁੰਡੇ ਨਲਾਇਕ ਹੋ ਗਏ ਨੇ, ਕੋਈ ਅਫਸਰ ਨਹੀਂ ਬਣਦਾ ਪੰਜਾਬ 'ਚ ਤੁਹਾਡਾ ਸਿੱਖਾਂ ਦਾ। ਮੂੰਹ ਚੁੱਕਿਆ ਬਾਹਰ ਜਾ ਕੇ, ਮੈਂ ਕੱਲ ਦੇਖਣ ਡਿਆ ਸੀ ਮੁੰਡਾ ਨਹਿਰ 'ਚ ਛਾਲ ਮਾਰਨ ਨੂੰ ਕਾਲਾ ਪਿਆ ਵਾ, 15-15 ਲੱਖ 20-20 ਲੱਖ ਰੁਪਈਆ ਲਾ ਕੇ ਜਾ ਕੇ ਇੱਥੋਂ ਘੁੰਮਣਾ ਤੋਂ ਮੁੰਡਾ 35-40 ਲੱਖ ਫੂਕ ਕੇ 1 ਸਾਲ ਅਮਰੀਕਾ 'ਚ ਕੈਦ ਹੋ ਕੇ ਆਇਆ, ਤੇ ਇੰਨਾ ਕੁ ਮੂੰਹ ਲੈ ਕੇ ਆ ਗਿਆ। ਅਕਸਰ ਦਿਲ ਹੈ, ਉਹਨੂੰ ਪਤਾ ਵੀ ਘਰਦਿਆਂ ਨੇ ਕਿੱਦਾਂ 40 ਲੱਖ ਰੁਪਇਆ ਇਕੱਠਾ ਕਰਕੇ ਦਿੱਤਾ ਹੋਊਗਾ, ਮੈਂ ਕਿਹੜੇ ਖੂਹ 'ਚ ਪਾ ਕੇ ਚੱਲਿਆ, ਮਰਨ ਨੂੰ ਕਾਲਾ ਪੈਂਦਾ ਸੀ ਵੀ ਫਾਹ ਲੈ ਕੇ ਮਰ ਜਾਣਾ, ਉਹਨੇ ਮਰ ਨਹੀਂ ਦਿੱਤਾ ਅੰਗਰੇਜ਼ਾਂ ਨੇ ਉਹਨੂੰ। ਇੰਨਾ ਲਾਲਚ ਤੁਹਾਡੇ ਸਿੱਖਾਂ 'ਚ। ਉਹ ਰੋਟੀ परमात्मा ने देनी है, ਤੁਹਾਨੂੰ ਰਿਜ਼ਕ ਦੀ ਗੱਲ ਕੀਤੀ ਹੈ। ਰਿਜ਼ਕ ਦਸਤ ਆ ਕਸੇ ਹਮਾਰਾ ਇੱਕ ਆਸ ਬਸੇ, ਅਸਤ ਇੱਕ ਦਿਗਰ ਕੋਈ, ਇੱਕ ਤੂੰ ਇੱਕ ਤੂੰ ਹੀ। ਤੁਹਾਨੂੰ ਰੋਜ਼ ਕਿਹਾ ਕਾਹੇ ਰੇ ਮਨ ਚਿਤ ਵੈ ਉਦਮ ਜਾਂ ਆਹਰ ਹਰ ਜਿਉ ਪਰਿਆ, ਸੈਲ ਪੱਥਰ ਮੈਂ ਜੰਤ ਪਾਏ ਤਾਕਾ, ਰਿਜ਼ਕ ਆਗੇ ਕਰ ਧਰਿਆ। ਰੋਟੀ ਦੇ ਨਹੀਂ ਘਾਟ, ਕੱਪੜਾ ਤਨ ਢੱਕਣ ਨੂੰ ਤੁਹਾਡੇ ਕੋਲ ਵਾਧੂ, ਪਰ ਕੋਠੀ ਨਹੀਂ ਤੁਹਾਡੀ ਬਣਨੀ, ਤੇ ਗੱਡੀਆਂ ਨਹੀਂ ਤੁਹਾਡੀਆਂ ਚੱਲਣੀਆਂ, ਤੇ ਨਾ ਤੁਹਾਡੇ ਮੋਟਰਸਾਈਕਲ ਚੱਲਣੇ। ਇਹ ਨਹੀਂ ਹੈ, ਇਹ ਚੀਜ਼ਾਂ ਨਹੀਂ ਸਾਡੇ ਕੋਲ। ਰੋਟੀ ਵਾਧੂ ਗੁਰੂ ਘਰ ਦਾ, ਕੱਪੜਾ ਵੀ ਤਨ ਢੱਕਣ ਨੂੰ ਮਿਲੂਗਾ। ਗੁਰੂ ਦੀ ਸੇਵਾ ਕਰੋ, ਗੁਰੂ ਦੇ ਵਚਨ ਮੰਨੋ, ਉਹ ਸਾਰੀ ਕਾਇਨਾਤ ਨੂੰ ਦੇਣ ਦਾ ਦਾਤਾ ਹੈ, ਦਿੰਦਾ ਆਇਆ ਤੇ ਦਿੰਦਾ ਰਹੇਗਾ। ਸਿਦਕ ਰੱਖੋ, ਭਰੋਸਾ ਰੱਖੋ ਗੁਰੂ ਤੇ। ਆਖਰੀ ਬੇਨਤੀ ਹੈ, ਪੀਵੋ ਪੋਹਲ। ਖਾਸ ਕਰਕੇ ਮੁੰਡੇ ਨਾਲ ਗੱਲਾਂ ਦਾ ਧਿਆਨ ਰੱਖੋ। ਤੁਹਾਡੀ ਜ਼ਿੰਦਗੀ 'ਚ ਬਿਮਾਰੀ ਨਾ ਤੁਹਾਨੂੰ ਘੇਰ ਲੈਣਾ, ਤੇ ਨਸ਼ਿਆਂ ਨਾਲ ਤੁਹਾਨੂੰ ਘੇਰਿਆ ਵਾ। ਆਪੋ ਜੀ ਤੁਸੀਂ ਲੜ ਕੇ ਐਸੇ ਪਿੰਡ ਦਾ ਇੱਕ ਮੁੰਡਾ ਕਤਲ ਹੋਇਆ ਸੀ, ਇਹ ਤੁਹਾਡੀਆਂ ਕਰਤੂਤਾਂ। ਬੋੜੀ 2 ਬੰਦੇ ਕਤਲ ਹੋਏ, ਉਹ ਵੀ ਬਾਬੇ ਦੇ ਚੋਲੇ ਦੇ ਮੇਲੇ ਨੂੰ। ਇਹ ਲੋਕ ਗੁਰੂ ਦੇ ਬਚਨ ਨਹੀਂ ਮੰਨਣਗੇ। ਪੀਵੋ ਪੋਹਲ ਹੋਏ ਜਨਮ, ਜਿਹੜੇ ਘਰ ਵਿੱਚ ਠੱਗੀ ਦੀ ਕਮਾਈ ਨਹੀਂ ਹੋਏਗੀ, ਜਿਹੜੇ ਘਰ 'ਚ 2 ਟਾਈਮ ਦਾ ਨਿਤਨੇਮ ਹੋਏਗਾ, ਜਿਹੜੇ ਘਰ 'ਚ ਧਾਗੇ ਤਵੀਤ ਜੰਤਰ ਮੰਤਰ ਬਾਬਿਆਂ ਤੋਂ ਡਰਨ ਦੀ ਕੋਈ ਲੋੜ ਨਹੀਂ ਰਹੇਗੀ, ਜਿਹੜੇ ਘਰ ਵਿੱਚ ਆਏਗੇ ਸਿੱਖ ਸਾਧ ਦੀ ਸੇਵਾ ਹੋਏਗੀ, ਜਿਹੜੇ ਘਰ ਦੇ ਸਾਰੇ ਜੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨਗੇ ਰੱਜ ਕੇ, ਜਿਹੜੇ ਘਰ ਵਿੱਚ ਕਿਸੇ ਕਿਸਮ ਦਾ ਨਸ਼ਾ ਨਹੀਂ ਹੋਏਗਾ, ਜਿਹੜੇ ਘਰ ਵਿੱਚ ਬੱਚਿਆਂ ਦਾ ਜੀਵਨ ਉੱਚਾ, ਕਰੈਕਟਰ ਉੱਚਾ ਹੋਏਗਾ, ਗੁਰੂ ਦੇ ਬਚਨਾਂ ਦੀ ਪਾਲਣਾ ਕੀਤੀ ਜਾਏਗੀ, ਉਸ ਘਰ ਵਿੱਚ ਕਦੇ ਵੀ ਜਨਮ 'ਚ ਬਹੁਤੀ ਔਖਿਆਈ ਨਹੀਂ ਆਏਗੀ। ਜਾਦੂਆਂ ਦਾ ਵੀ ਅਸਰ ਨਹੀਂ ਚੱਲੇਗਾ ਜਿੱਥੇ ਬਾਣੀ ਚੱਲੇਗੀ। ਉਹ ਹੈ ਜਨਮ ਸਹੇਲਾ ਹੋਣ ਦੀ ਗੱਲ। ਉਹ ਘਰ ਦਾ ਮੈਂਬਰ ਵੀ ਕਿਸੇ ਦੂਜੇ ਘਰ ਜਾਊਗਾ, ਉੱਥੇ ਵੀ ਜਨਮ ਸਹੇਲਾ ਉਹਨਾਂ ਦਾ ਕਰਨ ਦਾ ਯਤਨ ਕਰੂਗਾ। ਹੁਣ ਸ਼ਰਾਬੀ ਦੇ ਘਰ ਜਾਊਗਾ ਤੇ ਜਾਂਦਾ ਬੋਤਲ ਮੰਗੂਗਾ, ਉਹਦਾ ਗੰਦ ਪਾ ਕੇ ਆਊਗਾ ਉੱਥੇ। ਇਹਨਾਂ ਨੂੰ ਛੇਕਣਾ ਪੈਣਾ। ਇਹਨਾਂ ਨੂੰ ਕੁੜੀਆਂ ਨੂੰ ਚਾਹੀਦਾ ਵੀ ਅਸੀਂ ਇਹੋ ਜਿਹੇ ਬੰਦਿਆਂ ਨਾਲ ਵਿਆਹ ਨਹੀਂ ਕਰਾਣੇ ਜਿਹੜੇ ਗਲਤ ਕੰਮ ਕਰਦੇ ਨੇ। ਇਹ ਤੁਰ ਪੈਣੀਆਂ, ਉਹਨਾਂ ਨੂੰ ਪਤਾ ਲੱਗੇ ਵੀ ਸਾਨੂੰ ਕਿੱਧਰ ਜਾਣਾ ਅਸੀਂ। ਦੂਸਰਾ ਹੈਗਾ ਬਾਹੋ ਬਾਹੋ ਗੋਬਿੰਦ ਸਿੰਘ, ਆਪੇ ਗੁਰ ਚੇਲਾ। ਐਸਾ ਗੁਰੂ ਜਿਹੜਾ ਚੇਲਾ ਵੀ ਬਣਿਆ ਤੇ ਗੁਰੂ ਵੀ ਰਿਹਾ।
ਪਹਿਲਾਂ ਗੁਰੂ ਹੈ ਫਿਰ ਚੇਲਾ ਬਣ ਜਾਂਦਾ, ਜਦੋਂ ਪੱਕ ਜਾਂਦਾ ਉਦੋਂ ਚੇਲਾ ਬਣਨ ਲੱਗਦਾ। ਅੱਜ तक किसी पैगंबर ने, मैं ये भी कई बार बेनती की, अज तुसीं जिन्हों मर्जी जिहदे च मर्जी बाबा जी नूं बाड़ दो भी बाबा जी उहदे च बढ़ गया, कोई बाबे मेरे नूं बाड़न दे ने बाबा इहदे च बढ़ गया। ओ भरावो मेरे हथ जोड़े है, मैं हजे बाबे दा पैरां दी जुत्ती भी नहीं बन सकिया, मेरे मगर ना लग पिओ। बथेरे इत्थे बाबे दे जिहड़े चाहते ने भी मैं ये लोग मेरे को आण मैनूं पैसे पूसे दे जाण, मैनूं बाबे दी रहमत है, मेरे कोल पैसे बहुत ने, थोड़ी मेहनत है, थोड़ी रहमत है, मेरे मगर ना लग्यो। मैं थोड़ा सारी संगत में बेनती करदा, जिदन मैं कोई बाबा बन जाऊंगा फिर मैं थोड़े घरे घरे काम करया करूंगा, अपने कोल कदे नहीं सदूंगा। अमरीका च भी काम करके आऊंगा, मुसलमानों दे भी करूंगा, ईसाइयां दे भी करूंगा, डंगरां दे भी काम कर दिया करूंगा। पर मैनू बाबा ना ऐदा ना बना लियो कच्चे पेले नूं, मैं हजे बाबा नहीं गया। इत्थे तुहानूं फफाए दिता। मैं हुण इहो गल तुहाडे नाल सांझी कर रहा कि नानक ने अपने हुंदियां लैणे नूं गद्दी ते बिठा लिया। जे तुहाडे बाबे ने अपने हुंदियां अपने थां ते किसी नूं बिठाल के तुहानूं हुक्म कीता होए, संगत जोड़ के विच ਉਹਦੇ पैरां ते टेकिया होए मत्था तुहाडे सामने ते तुहानूं कह दिता होए भी अज तो बाद मैं इहदे विच चले वड़ जाना ते अगले दिन बाबा जी शरीर छड्ड जाण, फिर मैनूं कोई बंदा दस दिओ। किसी भी पंजाब विच नहीं, हिंदुस्तान च किसी भी गुरु ने मुड़ के ये काम नहीं किया। लोकां ने अगले बाबे नूं गुरु बाबा बनाया, जिन्हों भी बनाया। जे किसी ने बाबे जी नूं कोई बाबे जी ने किसी नूं परना देता, उन्हां परना चुक लिया भी मैनू तो बाबा जी ने साध कहता सी, मैं तो हुण साध अपनी अंदर दी हालत नहीं देखी। बाबे जी दे बचने मैनू साध कहता, बाबे ने मैनू गोबिंद सिंह कहता, चल बाबे दा गोबिंद सिंह दा झंडा ला दो। ते जे किसी दिन बाबे जी ने गाल कड्ढी होए तो वह नहीं दसनी भी मैनू गालां भी कड्ढियां सी, मैनू लाहनत भी बड़ी पाई सी, वो नहीं दसनी, क्योंकि वो दसे तो फिर लोगों ने पूजा नहीं करनी। मैं आना भी मैनू लाहनत बथेरियां पाते रहे, मैं कह देना मैनू पैर पैर ते लाहनतां पैंदियां रहियां। आंदे तेरे अलांबे बड़े आंदे, मैं कहा ठीक है, मैं बड़ा बंदा, अलांबे आने बड़े बंदे। इन्हीं नहीं दसना, इन्हें कहना बाबा मैंने जफ्फी पाना हुंदा सी, वो तो सारियां ने जफ्फियां पाता। सो मैं इस टॉपिक में मैंने अज कितने तुम ऐलान सद लिया, मेरे टॉपिक में मेरा थोड़ा गलत हो गया, अगे मैं सदाई होया मैं। सो मैं आखिरी बेनती आप जी साझी करदा कि पीवो पौहल होए जन्म बाहो बाहो आपे गुर रहनी रहे ओ साहिब। दसो बाबे ने क्या होए भी आ बंदा मेरा अफसर है, तो मैं इस बंदे का दास है जिहड़ा मेरे को रोज आंदा। ये कह रहे ने गुरु गोबिंद सिंह, ओ साहिब जिहड़ा मेरे बचन मनूगा वो मेरा साहब होगा, मैं उसदा नौकर होऊंगा। कह देनी बड़ी बड़ी गल होंदी है। ओ साहिब मैं उसका चेहरा, रहत बिना ना सिख कहावे, रहत बिना दर चोटां खावे। सतगुर बाजो दर उत्थे जिथे मर के जाना। सदे सोचियो बेले बह के मड़ियां च जाके देखियो मुंडियो, ओ मुंडियो कुड़ियो कदी जेल दा बूहा देखिया करो, कदी जाके हस्पताल देखिया करो, कई पागलखाना देखिया करो जिथे कुड़ियां झग्गे पाण डईयां ने, संगल ला के बनिया ने। कदे कोड़ियां दा आश्रम देखण जाया करो, कदे गरीबां दी झौंपड़ी देख के आया करो, थोड़ी अकल किते टिकाणे ते आ जाए। तुसी देखदे टीवी, तुसी देखदे यूट्यूबां, तुसी देखदे ठेके ते उच्ची उच्ची कोठियां। ये थोड़ी नजर च मोतिया बिंद उतरिया, इहदा ऑपरेशन करने वाला गुरु पातशाह ने करना है। कदे किसी मले दे लागे बैठा करो जिदी जान टुटदी होए ते मेरी भी इदां ही टुटनी है। अकल आ जाए किते जीण दी, कोई बहुती लंबी उम्र नहीं साडी। इत्थे मारकंडे वर्गे ऋषि होए जिन्हें बहुत साल लखां साल तक जिंदगी जान नहीं दिती है, तो धरती तो शरीर नहीं जान दिता, पर एक भी कोठा नहीं बनाया। अज बाबे दे मंदिर बन डे आ, फलूस जुगन डे, ते बाबे ने टुटी जी जाए नी कोटड़ी च एक शतीर दे मकान च जिंदगी दे दिन कट्टे है।
ਉਹ ਨਹੀਂ ਸੀ ਚਾਹੁੰਦਾ ਵੀ ਇੱਥੇ ਕੋਈ ਚੀਜ਼ ਬਣੇ, ਨਹੀਂ ਸੀ ਚਾਹੁੰਦਾ। ਉਹਦੀ ਆਪਣੀ ਜ਼ਬਾਨੀ ਸੀ ਵੀ ਸ਼ੈਤਾਨ ਮੈਨੂੰ ਕਹਿੰਦਾ ਤੇਰਾ ਮੈਂ ਇੱਥੇ ਸੋਨੇ ਦੀ ਇੱਟ ਸੁੱਟਣੀ ਹੈ ਤੇ ਮੈਂ ਉਹਨੂੰ ਠੋਕਰ ਮਾਰਦਾ ਵੀ ਤੇਰਾ ਮੈਂ ਇੱਕ ਵੀ ਪੈਸਾ ਨਹੀਂ ਇੱਥੇ ਲੱਗਣ ਦੇਣਾ। ਪਰ ਉਹਨੂੰ ਕੀ ਪਤਾ ਸੀ ਵੀ ਸ਼ੈਤਾਨ ਨੇ ਇੱਥੇ ਆ ਕੇ ਖੜਾ ਹੋ ਜਾਣਾ, ਮੁੜ ਕੇ ਮੈਨੂੰ ਕੀ ਨਾ ਪੁੱਛਣਾ। ਓਏ ਮਾਇਆ ਉੱਥੇ ਜ਼ੋਰ ਪਾ ਗਈ ਤੇ ਤੁਸੀਂ ਮਾਇਆ ਦੇ ਚੇਲੇ। ਅਗਲੀ ਬੇਨਤੀ ਹੈ ਕਿ ਸਤਿਗੁਰ ਬਾਝੋਂ ਗੁਰ ਨੇ ਕੋਈ ਨਗੁਰੇ ਕਾ ਹੈ ਨਾਮ ਬਰਾ। ਐਸੀ ਮੇਰੀਆਂ ਕੁਝ ਬੇਨਤੀਆਂ ਤੁਸੀਂ ਬੜੇ ਧਿਆਨ ਨਾਲ ਸੁਣੀਆਂ। ਮੈਂ ਖਾਸ ਕਰਕੇ ਮੁੰਡਿਆਂ ਤੇ ਕੁੜੀਆਂ ਨੂੰ ਸੁਚੇਤ ਕਰਨਾ ਚਾਹਨਾ ਵੀ ਪੜ੍ਹਾਈ ਵਿੱਚ ਅੱਗੇ ਵੱਧ ਕੇ ਪੰਜਾਬ ਵਿੱਚ ਅਫਸਰ ਬਣੋ, IG ਰੈਂਕ ਨੂੰ ਟੱਚ ਕਰੋ, IPS ਬਣੋ, DC ਲੱਗੋ ਪੰਜਾਬ ਵਿੱਚ, ਪੰਜਾਬ ਦਾ ਕਰੋ ਫਿਕਰ। ਅੱਜ ਪੰਜਾਬ 'ਚ ਬਾਹਰੋਂ ਅਫਸਰ ਆ ਕੇ ਲੱਗਣ ਡੇ ਨੇ ਤੇ ਸਾਡਾ ਪੰਜਾਬ ਦਾ ਪੈਸਾ ਬਾਹਰ ਜਾਣ ਡਿਆ। ਤੁਸੀਂ ਭਈਏ ਰੱਖੇ, ਉਹ ਵੀ ਪੈਸਾ ਕਿੱਥੇ ਭੇਜਣ ਦੇ ਬਾਹਰ ਨੂੰ। ਇੱਥੋਂ ਦਾ ਕੋਈ ਬੰਦਾ ਵਿਚਾਰਾ ਕੋਈ ਰੱਖ ਲਿਆ ਕਰੋ, ਚਲੋ ਆਪਣਾ ਘਰ ਬਣਾ ਲੂਗਾ। ਉਹ ਵੀ ਆਕੜੇ ਨੇ ਦਾਲ ਆਟਾ ਲੈ ਕੇ ਵੀ ਅਸੀਂ ਹੁਣ ਤੁਹਾਡਾ ਕੰਮ ਨਹੀਂ ਕਰਨ ਜੋਗੇ ਰਹੇ, ਸਾਨੂੰ ਦਾਲ ਤੇ ਆਟਾ ਮਿਲ ਜਾਣਾ। ਕੰਮ ਬਹੁਤ ਖਰਾਬ ਹੋਇਆ ਵਾ ਇਸ ਦੇਸ਼ ਦਾ। ਇੱਕੋ ਗੱਲ ਤਰੀਕਾ ਹੈ, ਆਪੋ ਆਪਣੇ ਧਰਮਾਂ 'ਚ ਚਲੋ। ਹਿੰਦੂ ਸੱਚਾ ਹਿੰਦੂ ਹੋਏ, ਦੂਜੇ ਨੂੰ ਛੇੜਨ ਦੀ ਗੱਲ ਕੋਈ ਨਹੀਂ ਕਰੇ, ਤੇ ਮੁਸਲਮਾਨ ਸੱਚੇ ਮੁਸਲਮਾਨ ਹੋਣ, ਅਸੀਂ ਉਹਨਾਂ ਦੀ ਹੱਕ 'ਚ ਖੜਾਂਗੇ। ਈਸਾਈ ਸੱਚੇ ਈਸਾਈ ਹੋਣ। ਪਰ ਤੁਸੀਂ ਕਿਸੇ ਪਾਦਰੀ ਕੋਲ ਭੁੱਲ ਕੇ ਬੀਬੀਆਂ ਨੂੰ ਬੜਾ ਠਰਕ, ਜਿੰਨੇ ਬਾਬੇ ਜ਼ਿਆਦਾ ਬਣਾਏ ਨੇ, ਕਿਹਨਾਂ ਬਣਾਏ ਨੇ? ਬੰਦੇ ਤੁਰੇ ਨੇ ਠੇਕਿਆਂ ਨੂੰ ਤੇ ਬੀਬੀਆਂ ਤੁਰੀਆਂ ਬਾਬਿਆਂ ਕੋਲ। ਤੇ ਫਿਰ ਐਡਵਰਟਾਈਜ਼ਮੈਂਟ ਬੜੀ ਖੁੱਲੀ ਤੌਰ ਤੇ ਕਰਦੇ ਨੇ, ਬਾਬਾ ਜੀ ਨੇ ਮੇਰਾ ਕੰਮ ਕਰ ਦਿੱਤਾ ਜਾਂਦਾ। ਮੈਂ ਨਾ ਵੀ ਬਾਬਾ ਲਾਲਚੀ ਹੈ, ਇਹ ਆਪਣਾ ਜਿਹੜਾ ਉਹਦੇ ਕੋਲ ਬੰਦਾ ਗਿਆ ਉਹਦਾ ਕੰਮ ਕੀਤਾ, ਜਿਹੜਾ ਗਿਆ ਨਹੀਂ ਤਾਂ ਉਹਨੂੰ ਬਾਬੇ ਨਾਲ ਕੰਮ ਨਹੀਂ ਹੋਣ ਦਿੱਤਾ, ਉਹਦਾ ਕੰਮ ਕਰ ਦਿੱਤਾ। ਇੱਕ ਨੂੰ ਬਾਬੇ ਜੀ ਨੇ ਮੁੰਡਾ ਦੇ ਦਿੱਤਾ ਤੇ ਬਾਕੀ ਜੀਆਂ ਨੂੰ ਬਾਬੇ ਨੇ ਮੁੰਡਾ ਨਹੀਂ ਦਿੱਤਾ। ਤਾਂ ਤੁਹਾਨੂੰ ਇਹ ਗੱਲ ਸਮਝਾਈ ਸੀ ਕਿ ਸਭਨਾ ਜੀਆਂ ਕਾ ਇੱਕ ਦਾਤਾ। ਇਹਨਾਂ 'ਚ ਬਰਕਤਾਂ ਜੇ ਹੋਣ ਤੇ ਇਹ ਬਰਕਤਾਂ ਉਹਨੂੰ ਲੋਕੇ ਦੀ, ਬੰਦੇ ਦੀ ਜ਼ਿੰਦਗੀ ਬਦਲ ਵਾਸਤਾ ਲਾ ਸਕਦੇ ਨੇ। ਜੇ ਕਿਸੇ ਮਹਾਂਪੁਰਖ ਕੋਲ ਤਾਕਤ ਹੈ ਤੇ ਕਾਹਦੇ ਚ ਲਾਣੀ ਚਾਹੀਦੀ ਹੈ? ਬੰਦੇ ਦੀ ਜ਼ਿੰਦਗੀ ਬਦਲਣ ਚ ਲਾ ਦੇਣੀ ਚਾਹੀਦੀ ਹੈ। ਜੇ ਮੁੰਡਾ ਦੇਤਾ, ਕੱਲ ਨੂੰ ਉਹ ਮੁੰਡਾ ਕਿਦਾਂ ਦਾ ਨਿਕਲਿਆ ਤੇ ਫਿਰ ਆਪਾਂ ਕਵਾਂਗੇ ਵੀ ਬਾਬੇ ਦਾ ਮੁੰਡਾ ਜਿਹੜਾ ਨਿਕਲਿਆ। ਮੈਂ ਨਾ ਵੀ ਜੇ ਬਾਬਾ ਜੀ ਨੇ ਮੁੰਡੇ ਦੇਣੇ ਹੈ ਤੇ ਘੱਟੋ ਘੱਟ DC ਲੱਗਿਆ ਕਰੇ ਜਾਂ ਬਹੁਤ ਉੱਚ ਕੋਟੀ ਦਾ ਭਗਤ ਹੋਏ। ਫਿਰ ਐਵੇਂ ਮੁੜ ਕੇ ਸਮਾਗ ਖਾਣ ਵਾਲਾ ਜਾਂ ਸ਼ਰਾਬ ਪੀਣ ਵਾਲਾ ਜਾਂ ਮਾਂ ਪਿਓ ਦਾ ਖੂਨ ਚੂਸਣ ਵਾਲਾ ਕਿਉਂ ਦੇਤਾ? ਫਿਰ ਉਹਨਾਂ ਸਭਨਾ ਜੀਆਂ ਕਾ ਦੇਂਦਾ ਦੇ। ਕਦੋਂ ਤੋਂ? ਜੁਗਾਂ ਜਗੰਤਰ ਖਾਹੀ ਖਾ। ਭੰਡਾਰੇ ਦਿੱਤੇ ਨੇ, ਆਸਣ ਲੋਏ ਲੋਏ ਭੰਡਾਰ। ਜੋ ਕੁਛ ਪਾਇਆ ਸੋ ਹਵਾ ਬਾਬੇ ਨਾਲ ਨਹੀਂ ਬਣਾਈ। ਹਾਂ, ਪ੍ਰਮਾਤਮਾ ਦਾ ਹਿੱਸਾ ਬਾਬਾ ਜ਼ਰੂਰ ਬਣ ਗਿਆ, ਪਰ ਉਹਨਾਂ 5 ਤੱਤ ਰਚੇ ਹੈ। ਉਹ 5 ਤੱਤਾਂ ਦਾ ਸਰੀਰ ਬਾਬਾ ਜੀ ਦਾ ਵੀ ਬਣਿਆ ਤੇ ਨਾਨਕ ਜੀ ਦਾ ਵੀ ਬਣਿਆ ਤੇ ਈਸਾ ਦਾ ਵੀ 5 ਤੱਤਾਂ ਦਾ ਬਣਿਆ, ਸਾਡਾ ਵੀ 5 ਤੱਤਾਂ ਦਾ ਬਣਿਆ। ਸੂਰਜ ਬਣਾਇਆ ਇੱਥੋਂ ਦੇ ਕਾਰੋ ਵਿਹਾਰ ਵਾਸਤਾ, ਧਰਤੀ ਬਣਾਈ ਤੇ ਨਾਲ ਪਾਣੀ ਬਣਾਇਆ। ਫਿਰ ਇੱਥੋਂ ਦਾ ਸਿਸਟਮ ਚੱਲਿਆ, ਖੱਲਾ ਪਲਾਟ ਬਣਾਇਆ, ਧਰਤੀ ਨੂੰ ਉੱਪਰ ਤੋਂ ਖੁੱਲਾ ਰੱਖ ਦਿੱਤਾ ਤਾਂ ਕਿ ਰੁੱਖ ਉੱਪਰ ਨੂੰ ਵੱਧ ਜਾਣ। ਬੜੀ ਸਿਸਟੋਮੈਟਿਕਲੀ ਪਰਮਾਤਮਾ ਨੇ ਸਾਰੀ ਰਚਨਾ ਰਚੀ ਹੈ। ਉਹ ਹੈ ਇੱਕ, ਉਹ ਲਾ ਸ਼ਰੀਕ ਹੈ, ਉਹਦਾ ਰੂਪ ਰੰਗ ਔਰ ਚੇਨ ਚੋਨ ਕੋਈ ਨਹੀਂ ਹੈ। ਜਿਹੜਾ ਬੰਦਾ ਭਗਤੀ ਕਰਦਾ, ਉਹ ਜਿਵੇਂ ਸਮੁੰਦਰ ਵਿੱਚ ਆਪਾਂ ਲੂਣ ਦੀ ਇੱਕ ਥੋੜੀ ਢੇਲੀ ਪਾ ਦਈਏ ਤੇ ਉਹ ਖੁਰ ਜਾਂਦੀ ਵਿੱਚੇ ਤੇ ਮੁੜ ਕੇ ਆ ਕੇ ਨਹੀਂ ਦੱਸਦੀ ਵੀ ਸਮੁੰਦਰ ਕਿੰਨਾ ਕੁ ਡੂੰਘਾ ਹੈ। ਇਹ ਜਿਹੜੇ ਭਗਤੀ ਕਰਦੇ ਨੇ ਇਹ ਉਹਦੇ ਵਿੱਚ ਜਾ ਕੇ ਮਰਜ ਹੋ ਜਾਂਦੇ ਨੇ, ਪਰ ਮੁੜ ਕੇ ਆ ਕੇ ਦੱਸਣ ਜੋਗੇ ਨਹੀਂ ਰਹਿੰਦੇ ਵੀ ਮੈਂ ਜਿਹੜੇ ਰੱਬ ਕੋਲ ਗਿਆ ਉਹ ਕਿਦਾਂ ਦਾ ਸੀ। ਇਹ ਦੱਸਿਆ ਪੈਗੰਬਰਾਂ ਨੇ ਵੀ ਰੱਬ ਐਦਾਂ ਦਾ ਹੁੰਦਾ, ਤੇ ਉਹਨੂੰ ਧਿਆਨ 'ਚ ਰੱਖੀਏ ਤੇ ਆਪਣੀ ਕੌਮ ਨਾਲ ਜੁੜੀਏ। ਸਾਰੇ ਮੁੰਡੇ ਤੇ ਕੁੜੀਆਂ ਵਿਹਲੇ ਬਹਿ ਕੇ ਜ਼ਰੂਰ ਸੋਚਿਆ ਕਰੋ ਵੀ ਅਸੀਂ ਭਾਰਤ ਨੂੰ ਟੈਕਸ ਘਟਾਣੇ ਹੈ। ਬੜੀ ਖੁਸ਼ੀ ਦੀ ਗੱਲ ਹੈ, ਭਾਰਤ ਤਰੱਕੀ ਕਰੇ, ਪਰ ਜਿਹੜਾ ਅੱਜ ਥੱਲੇ ਡਿੱਗਣ ਡਿਆ, ਸਾਡਾ ਟੈਕਸ ਲੈ ਕੇ ਵੀ ਸਾਡੀ ਕਚੂੰਬਰ ਕੱਢਣ ਡਿਆ। ਅਸੀਂ ਪੰਜਾਬ ਨੂੰ ਟੈਕਸ ਘਟਾਣੇ, ਪੰਜਾਬ ਸਾਡਾ ਤਰੱਕੀ ਕਰੇ, ਜਿਹਦੇ 'ਚੋਂ ਕਾਫੀ ਹਿੱਸਾ ਕਰਪਸ਼ਨਾਂ 'ਚ ਜਾ ਰਿਹਾ ਸਾਡੇ ਟੈਕਸਾਂ 'ਚੋਂ।
ਹੁਣ ਰਿਹਾ ਗੱਲ ਅਸੀਂ ਆਪਣੇ ਪਿੰਡ ਬਾਰੇ ਕੀ ਕਰਦੇ ਹਾਂ, ਗੰਦ ਪਾਉਂਦੇ ਹਾਂ ਕਿ ਉਹਨੂੰ ਸਾਫ਼ ਸੁਥਰਾ ਰੱਖਦੇ ਹਾਂ। ਹੁਣ ਰਹੀ ਗੱਲ ਆਪਣੀ ਕੌਮ ਦੀ ਕਿ ਅਸੀਂ ਜਿੱਥੇ ਪੰਜਾਬੀ ਹਾਂ ਉੱਥੇ ਅਸੀਂ ਪੰਜਾਬੀ ਸਿੱਖ ਹਾਂ, ਅਸੀਂ ਸਿੱਖੀ ਧਰਮ ਬਾਰੇ ਕੀ ਕੀਤਾ ਅੱਜ ਤੱਕ ਜ਼ਿੰਦਗੀ 'ਚ, ਵੀ ਧਰਮ ਅੱਗੇ ਕਿੱਦਾਂ ਵਧਣਾ ਚਾਹੀਦਾ ਕਿ ਮੁੱਕ ਜਾਣਾ ਚਾਹੀਦਾ ਸਾਡੇ ਹੁੰਦਿਆਂ, ਤੇ ਜੇ ਧਰਮ ਨਹੀਂ ਮੁੱਕਣਾ ਤੇ ਅਸੀਂ ਮੁੱਕ ਜਾਣਾ। ਜਿਹੜੇ ਸੋਚਦੇ ਨਾ ਵੀ ਮੈਂ ਸਿੱਖ ਨਹੀਂ ਬਣਨਾ, ਕਿਤੇ ਇਹਨਾਂ ਨੂੰ ਅਸੀਂ ਸਿੱਧੇ ਕੀਤਾ ਹੁੰਦਾ, ਇਹਨਾਂ ਦੇ ਅਸੀਂ ਸਾਰਾ ਸਮਾਜਿਕ ਬਾਈਕਾਟ ਕੀਤਾ ਹੁੰਦਾ, ਇਹਨਾਂ ਦੇ ਘਰੇ ਕੋਈ ਪਾਠ ਨਾ ਪੜ੍ਹਨ ਜਾਂਦਾ, ਇਹਨਾਂ ਨੂੰ ਅਸੀਂ ਕੁੜੀਆਂ ਨਾ ਦਿੰਦੇ, ਇਹਨਾਂ ਨੂੰ ਅਸੀਂ ਆਪਣੇ ਘਰ ਕੋਈ ਵੀ ਆਲੇ ਗਏ ਨੂੰ ਉਹਦੀ ਸੇਵਾ ਸੰਭਾਲ ਨਾ ਕਰਦੇ, ਤੇ ਆਪੇ ਇਹਨਾਂ ਨੂੰ ਪੁੱਛਦੇ ਵੀ ਤੁਸੀਂ ਕਿੱਧਰ ਨੂੰ ਚੱਲਣਾ ਦੱਸੋ, ਗਿਰਜੇ ਨੂੰ ਜਾਣਾ ਕਿ ਗੁਰਦੁਆਰੇ ਆਣਾ। ਪਰ ਅਸੀਂ ਕੀਤਾ ਕੱਖ ਨਹੀਂ। ਜਿੰਨਾ ਸਖਤੀ ਮੁਸਲਮਾਨਾਂ ਨੇ ਕੀਤੀ ਹੈ, ਈਸਾਈਆਂ ਨੇ ਕੀਤੀ ਹੈ, ਤੁਸੀਂ ਕੀਤਾ ਨਹੀਂ ਕੱਖ ਵੀ। ਤਾਂ ਅਸੀਂ ਤੁਹਾਡੇ ਚਰਨਾਂ 'ਚ ਬੇਨਤੀ ਕਰਦੇ ਹਾਂ ਵੀ ਭਾਈ ਆਪ ਆਪਣੇ ਧਰਮਾਂ ਵਿੱਚ ਚਲੋ। ਹਿੰਦੂ ਸੱਚਾ ਹਿੰਦੂ, ਮੁਸਲਮਾਨ ਸੱਚਾ ਮੁਸਲਮਾਨ, ਤੇ ਈਸਾਈ ਸੱਚਾ ਈਸਾਈ, ਤੇ ਸਿੱਖ ਸੱਚੇ ਸ੍ਰੀ ਗੁਰੂ। ਇਹ ਦੁਨੀਆ ਦਾ ਪਹਿਲਾ ਗ੍ਰੰਥ ਹੈ ਜਿਹਨੂੰ ਗੁਰੂ ਥਾਪਿਆ ਗਿਆ। ਅਜੇ ਤੱਕ ਕੋਈ ਗ੍ਰੰਥ ਗੁਰੂ ਨਹੀਂ ਬਣਿਆ। ਇਹ ਦੁਨੀਆ ਦਾ ਪਹਿਲਾ ਗ੍ਰੰਥ ਹੈ ਜਿਹੜਾ ਪੰਜਾਬੀ 'ਚ ਲਿਖਿਆ ਗਿਆ। ਅਜੇ ਤੱਕ ਕੋਈ ਗ੍ਰੰਥ ਪੰਜਾਬੀ 'ਚ ਨਹੀਂ ਲਿਖਿਆ ਗਿਆ। ਇਹ ਦੁਨੀਆ ਦਾ ਪਹਿਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਜਿਹਦੇ ਉੱਤੇ ਚੰਦੋਆ ਲੱਗਦਾ। ਅੱਜ ਤੱਕ ਕਿਸੇ ਗ੍ਰੰਥ ਤੇ ਚੰਦੋਆ ਨਹੀਂ ਲੱਗਿਆ, ਚੌਰ ਨਹੀਂ ਹੋਇਆ। ਇਹ ਦੁਨੀਆ ਦਾ ਪਹਿਲਾ ਮਿਸ਼ਨ ਹੈ ਜਿਹਦੇ 'ਚ ਕੜਾਹ ਪ੍ਰਸ਼ਾਦੀ ਦੇਗ ਬਣਦੀ ਹੈ, ਬਰਾਬਰ ਘਿਓ, ਬਰਾਬਰ ਮਿੱਠਾ, ਤੇ ਬਰਾਬਰ ਆਟਾ ਪਾ ਕੇ, ਦੇਸੀ ਘਿਓ ਪਾ ਕੇ 2 ਬਾਣੀਆਂ ਦਾ ਜਾਪ ਕਰਕੇ ਬੜੀ ਸੋਚ ਨਾਲ ਤਿਆਰ ਕੀਤਾ ਜਾਂਦਾ। ਫਿਰ ਇਹਨੂੰ ਉੱਚੇ ਥਾਂ ਤੇ ਰੱਖਿਆ ਜਾਂਦਾ। ਖੁਸ਼ੀ ਦੇ ਟਾਈਮ ਵੀ ਇਹ ਬਣਦਾ, ਮੌਤ ਦੇ ਟਾਈਮ ਵੀ ਇਹ ਬਣਦਾ, ਆਨੰਦ ਕਾਰਜ ਦੇ ਨਾਲ ਨਾਲ ਬੱਚੇ ਦੇ ਜਨਮ ਦੇ ਟਾਈਮ ਨੀਂਹ ਰੱਖਣ ਨੂੰ ਕੋਈ ਵੀ ਸਿੱਖਾਂ ਦਾ ਕੰਮ ਹੋਣਾ, ਤੇ ਸਭ ਤੋਂ ਪਹਿਲਾਂ ਕੜਾਹ ਪ੍ਰਸ਼ਾਦ ਬਣ ਕੇ ਗੁਰੂ ਦੇ ਚਰਨਾਂ 'ਚ ਅਰਦਾਸ ਕਰਕੇ ਆਪਣਾ ਕੰਮ ਸ਼ੁਰੂ ਕਰਨਾ। ਜਦੋਂ ਲੰਗਰ ਛਕਣਾ ਉਸ ਤੋਂ ਬਾਅਦ ਲੰਗਰ ਦੇ ਧੰਨਵਾਦ ਦੀ, ਅਕਾਲ ਪੁਰਖ ਦੀ ਪ੍ਰਸ਼ਾਦ ਦਾ ਅਰਦਾਸ ਕਰਨੀ ਹੈ। ਛਕਣ ਤੋਂ ਪਹਿਲਾਂ ਭੋਗ ਲਵਾ ਕੇ ਆਪਣੇ ਇਸ਼ਟ ਨੂੰ ਉਹਨੂੰ ਛਕਣਾ ਹੈ। ਇਹ ਹੈ ਗੁਰੂ ਦੇ ਸਿੱਖਾਂ ਦੇ ਕੰਮ। ਤੇ ਇਹਨਾਂ ਨੂੰ ਚੱਕੋ ਚੰਗੇ ਤਰੀਕੇ ਨਾਲ, ਤੇ ਇਕੱਠੇ ਹੋਏ ਇਕੱਤਰ ਤਾਂ ਹੀ ਇਕੱਠੇ ਹੋਵਾਂਗੇ। ਜੇ ਗੁਰੂ ਇੱਕ ਹੋਗਾ, ਉਹ ਹੋਗਾ ਸ੍ਰੀ ਗੁਰੂ ਗ੍ਰੰਥ ਸਾਹਿਬ। ਹੋਰ ਕੋਈ ਗੁਰੂ ਨਹੀਂ ਹੋਏਗਾ, ਸਿੱਖ ਹੋਏਗਾ, ਉੱਚਾ ਕੋਟੀ ਦਾ ਹੋਏਗਾ। ਬਾਬਾ ਬੁੱਢਾ ਗੁਰੂ ਨਹੀਂ, ਬਾਬਾ ਮਨੀ ਸਿੰਘ ਗੁਰੂ ਮਨੀ ਨਹੀਂ, ਮਨੀ ਸਿੰਘ ਗੁਰੂ ਨਹੀਂ ਹੈ। ਮਤੀ ਦਾਸ ਜਿਹੜਾ ਆਰੇ ਨਾਲ ਚੀਰਿਆ ਜਾ ਰਿਹਾ ਉਹ ਗੁਰੂ ਨਹੀਂ ਹੈ। ਦਿਆਲਾ ਗੁਰੂ ਨਹੀਂ ਹੈ। ਸਤੀ ਦਾਸ ਗੁਰੂ ਨਹੀਂ ਹੈ। ਕੋਈ ਵੀ ਹੋਰ ਸਿੱਖ ਗੁਰੂ ਨਹੀਂ ਹੈ। ਕੇਵਲ ਗੁਰੂ ਨਾਨਕ ਤੋਂ ਲੈ ਕੇ ਅੱਜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ। ਇਹੋ ਅੱਗੇ ਰਹੇਗਾ ਜੁਗੋ ਜੁਗ। ਇਹਦੇ ਨਾਲ ਜੁੜੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਦੇ ਹੋਏ, ਮੇਰੀਆਂ ਗੱਲਾਂ ਤੋਂ ਕਿਸੇ ਨੂੰ ਕੋਈ ਦੁੱਖ ਲੱਗਿਆ ਹੋਏ, ਕੋਈ ਉਹਨੂੰ ਥੋੜਾ ਇਤਰਾਜ਼ ਹੋਏ, ਹਜੇ 40 ਮਿੰਟ ਤੁਹਾਡੇ ਕੀਰਤਨ ਦੇ ਹੋਰ ਪਏ ਨੇ, ਇੰਨੀ ਵੱਡੀ ਕਾਬ ਖਰਚ ਕੀਤਾ, ਤੇ ਆਪ ਜੀ ਸੁਣ ਕੇ ਜਾਣਾ। ਇਹ ਬਾਰ-ਬਾਰ ਸਮੇਂ ਨਹੀਂ ਹੁੰਦੇ। ਪਰ ਮੈਂ ਤਾਂ ਹੁਣ ਇਹ ਵੀ ਕਹਿਣ ਲੱਗ ਪਿਆ ਵੀ ਤੁਸੀਂ ਬਹੁਤ ਪੈਸੇ ਧਰਮ ਦੇ ਉੱਤੇ ਬਰਬਾਦ ਕਰਤੇ ਹੋਏ ਨੇ। ਮੈਂ ਇਹਨੂੰ ਬਰਬਾਦ ਕਹਿਣਾ ਹਜੇ, ਜਦੋਂ ਤੱਕ ਤੁਸੀਂ ਧਰਮ ਦੇ ਸਿਧਾਂਤ ਨਹੀਂ ਚੁੱਕਦੇ। ਤੁਸੀਂ ਇਸ ਗੱਲ ਨੂੰ ਮੱਦੇ ਨਜ਼ਰ ਰੱਖ ਲਿਆ ਕਿ ਸਮਾਗਮ ਕਰਾ ਲਓ, ਇਹਨਾਂ ਨੂੰ 1000 ਰੁਪਇਆ ਬਾਬੇ ਜੀ ਦੀ ਗਰਾਹੀ ਦੇ ਦਿਓ, ਇੱਥੇ ਗਰਾਹੀ ਦੇ ਦਿਓ, ਫਿਰ ਸ਼ਰਾਬ ਵੀ ਪੀਓ, ਤੇ ਕੇਸ ਵੀ ਕੱਟੋ, ਤੇ ਝੂਠ ਵੀ ਬੋਲੋ, ਤੇ ਠੱਗੀ ਵੀ ਮਾਰੋ। ਇਹ ਗੱਲ ਗਲਤ ਹੈ। ਇਹਦੇ ਨਾਲ ਨਾ ਬਾਬਾ ਖੁਸ਼ ਹੋਏਗਾ, ਨਾ ਇਹਦੇ ਨਾਲ ਗੁਰੂ ਖੁਸ਼ ਹੋਏਗਾ, ਨਾ ਤੁਹਾਡੀ ਆਤਮਾ ਨੂੰ ਕਦੇ ਠੰਡ ਪਏਗੀ। ਆਕੜ ਆ ਜਾਏਗੀ ਵੀ ਅਸੀਂ ਗਰਾਹੀ ਦਿੱਤੀ ਸੀ, ਆਹ ਆਕੜ ਰਹਿ ਜਾਏਗੀ, ਤੇ ਫਲ ਕੋਈ ਨਹੀਂ ਮਿਲੇਗਾ। ਬੱਦਾ ਚੱਟੀ ਜੋ ਭਰੇ, ਨਾ ਗੁਣ ਨਾ ਪਕਾਰ। ਇਹ ਨਹੀਂ ਜਾ ਕੇ 5 ਬੰਦੇ ਖੜੇ ਹੋ ਜਾਣੇ। ਆ ਜਿਹੜੇ ਸਿੱਖ ਏਦਾਂ ਬੋਰੀਆਂ ਚੁੱਕੀ ਫਿਰਦੇ ਨੇ, ਘਰੋਂ ਘਰੀ ਪੈਸੇ ਇਕੱਠੇ ਕਰਦੇ ਫਿਰਦੇ ਨੇ, ਇਹ ਅਸੀਂ ਮੰਗਣ ਦਾ ਇੱਕ ਨਵਾਂ ਤਰੀਕਾ ਕਰ ਰਿਹਾ। ਗੁਰੂ ਦਾ ਸਿੱਖ ਕਦੇ ਵੀ ਕਿਸੇ ਅੱਗੇ ਹੱਥ, ਉਹਦਾ ਹੱਥ ਐਂ ਦਾ ਜਾਊਗਾ ਪਰ ਐਂ ਨਹੀਂ ਹੋਊਗਾ। ਸਾਨੂੰ ਹੁਕਮ ਹੈ ਘਾਲ ਖਾਏ ਕੁਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਮਿਹਨਤ ਕਰਕੇ ਕਿਸੇ ਲੋੜ ਬੰਦੇ ਦੀ ਪੂਰੀ ਕਰ, ਫਿਰ ਤੂੰ ਇਹ ਧਰਮ ਦੇ ਰਾਹ ਨੂੰ ਪਛਾਣੇਗਾ। ਜੇ ਕਿਸੇ ਕੋਲ ਆ ਕੇ ਮੰਗਦਾ ਹੈ, ਗੁਰ ਪੀਰ ਸਦਾਏ ਮੰਗਣ ਜਾਏ, ਤਾਂ ਕਹਿ ਮੂਲ ਨਾ ਲੱਗੀ ਹੈ। ਆਪਣੇ ਆਪ ਨੂੰ ਗੁਰੂ ਮੰਨਦਾ, ਆਪਣੇ ਆਪ ਨੂੰ ਪੀਰ ਹੁੰਦੇ ਨੇ ਭਗਤ ਜਾਂ ਸੰਤ, ਇਹ ਮੰਨਦਾ ਤੂੰ, ਤੇ ਫਿਰ ਤੂੰ ਮੰਗਦਾ, ਤੇ ਤੂੰ ਫਿਰ ਸਬਰ ਨਹੀਂ ਹੈ, ਤੇ ਤੂੰ ਨਾ ਗੁਰੂ ਹੈ ਤੇ ਨਾ ਤੂੰ ਕੋਈ ਪੀਰ ਹੈ। ਤੂੰ ਤਾਂ ਇੱਕ ਮੰਗਤਾ ਹੀ ਹੈ। ਤੇ ਮੰਗਤੇ ਨਾ ਬਣੀਏ, ਦਾਤੇ ਬਣੀਏ। ਗੁਰੂ ਦੇ ਸਿੱਖ ਦਾਤੇ ਹੁੰਦੇ ਨੇ। ਤੇ ਗੁਰੂ ਪਾਤਸ਼ਾਹ ਰਹਿਮਤ ਕਰਨ। ਹੁਣ ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ। ਕੁੜੀਆਂ ਕੱਪੜੇ ਬਹੁਤੇ ਫੈਸ਼ਨ ਵਾਲੀਆਂ ਨਾ ਪਾਓ, ਬਾਲ ਸਿੱਧੇ ਨਾ ਕਰਾਓ, ਪਰਬੱਟੇ ਨਾ ਕਟਾਓ, ਕੰਨਾਂ 'ਚ ਬਾਲੀਆਂ ਨਾ ਪਾਓ, ਕੋਕੇ ਨਾ ਪਾਓ। ਸਾਦਾ ਜਿਹਾ ਜੀਵਨ ਬਤੀਤ ਕਰੋ। ਆਪਣੀ ਕੁੱਖ 'ਚੋਂ ਚੰਗੇ ਚੰਗੇ ਬੱਚੇ ਪੈਦਾ ਕਰੋ।
ਉਹਨਾਂ ਬੱਚਿਆਂ ਨੂੰ ਚੰਗੀ ਵਿਦਿਆ ਦਿਵਾਓ ਤੇ ਨਾਲ ਸਿੱਖੀ ਵਿੱਚ ਪੱਕ ਕਰੋ। ਤੁਹਾਡੀ ਕੁੱਖ ਸਫਲੀ ਹੋਏਗੀ ਤੇ ਜੇ ਤੁਹਾਡੀ ਕੁੱਖ ਚੋਂ ਨਿਕਲ ਕੇ ਬੱਚਾ ਪਿੰਡ 'ਚ ਗੰਦ ਪਾਉਂਦਾ ਤੇ ਤੁਹਾਨੂੰ ਲਾਹਨਤ ਮਿਲੇਗੀ। ਅਗਲੀ ਬੇਨਤੀ ਹੈ ਕਿ ਗੁਰੂ ਪਾਤਸ਼ਾਹ ਰਹਿਮਤ ਕਰਨ। ਮੈਨੂੰ ਬਹੁਤ ਛੋਟੀਆਂ ਗੱਲਾਂ ਤੇ ਵੀ ਇੱਥੇ ਅਖੰਡ ਪਾਠ ਬਾਬਾ ਆ ਤੇ ਬਾਬਾ ਆਪਣਾ ਤੇਲ ਫੂਕਦਾ, ਬਾਬਾ ਨਹੀਂ ਇਹ ਬਣਿਆ ਵਾ। ਐਦੀਆਂ ਮੇਰੀਆਂ ਲੱਤਾਂ ਖਿੱਚ ਕੇ ਨਾ ਮੈਨੂੰ ਰੋੜੋ ਤੇ ਮੈਨੂੰ ਆਪਣੀ ਜ਼ਿੰਦਗੀ ਦੇ ਕੁਛ ਦਿਨ, ਹੁਣ ਮੈਨੂੰ 22 ਸਾਲ ਭੌਂਕਦਿਆਂ ਹੋ ਗਏ ਨੇ। ਮੇਰਾ ਹੁਣ ਬਿਲਕੁਲ ਸਿਹਤ ਇਜਾਜ਼ਤ ਨਹੀਂ ਦਿੰਦੀ। ਹਰ ਬੰਦਾ ਮਜਬੂਰ ਕਰਦਾ ਤੂੰ ਸਾਡੇ ਉੱਥੇ ਆਈ, ਹਜੇ ਕਿ ਮੈਂ ਇਹਨਾਂ ਦੇ ਚਰਨਾਂ ਦੀ ਧੂੜ ਵਰਗਾ ਨਹੀਂ ਆ। ਇੱਥੇ ਕੇਵਲ ਬਾਣੀ ਚੱਲਣੀ ਚਾਹੀਦੀ ਹੈ, ਇੱਥੇ ਬਚਨ ਜਿਹੜੇ ਗੁਰੂ ਦੇ ਹੋਣੇ ਚਾਹੀਦੇ। ਇਹ ਇੱਕ ਸਮਾਜਿਕ ਗੱਲਾਂ ਨੇ, ਉਹਨਾਂ ਨੂੰ ਮੈਂ ਉਨੀ ਤਰਜੀਹ ਨਹੀਂ ਦਿੰਦਾ। ਕਿ ਮੇਰੇ ਪਾਤਸ਼ਾਹ ਕਹਿੰਦੇ ਨੇ ਕਿ ਨਾਮ ਬਿਨਾ ਸਭ ਕੂੜ ਗਾਲੀ ਹੋਸੀ। ਗੱਲੀ ਗੱਲਾਂ ਐਸੇ ਗੱਲਾਂ ਤਾਂ ਚੰਗੀਆਂ ਨੇ। ਮੈਂ ਕਹਿੰਦਾ ਪੰਥ ਨੂੰ ਅੱਗੇ ਲਿਜਾਣ ਦੀ ਸੋਚ ਹੈ ਵੀ ਅਸੀਂ ਇਕੱਠੇ ਹੋਵਾਂਗੇ ਤਾਂ ਕੁਝ ਕਰ ਪਾਵਾਂਗੇ। ਸੋਚ ਤਾਂ ਗੁਰੂ ਦੀ ਹੈ, ਪਰ ਗੁਰੂ ਪਾਤਸ਼ਾਹ ਵੀ ਇਹ ਮੌਕੇ ਵਿੱਚ ਗੁਰਬਾਣੀ ਨੂੰ ਜ਼ਿਆਦਾ ਤਰਜੀਹ ਦਿੰਦੇ ਨੇ। ਇਹ ਉਹਨਾਂ ਦਾ ਇਸ਼ਟ ਹੈ, ਉਹਨਾਂ ਦਾ ਹਿਰਦਾ ਹੈ, ਉਹਦੇ ਨਾਲ ਜੁੜ ਕੇ ਅਸੀਂ ਆਪਣੇ ਹਿਰਦੇ ਨੂੰ ਮਿਲਾਉਣਾ ਹੈ। ਸੋ ਗੁਰੂ ਪਾਤਸ਼ਾਹ ਰਹਿਮਤ ਕਰਨ। ਫੇਰ ਕਿਸੇ ਨੌਜਵਾਨ ਮੁੰਡੇ ਨੂੰ ਮੇਰੀ ਕਿਸੇ ਗੱਲ ਤੋਂ ਗੁੱਸਾ ਲੱਗਿਆ ਹੋਵੇ, ਵੀ ਐਵੇਂ ਕਹਿੰਦਾ ਰਹਿੰਦਾ ਕੇਸ ਰੱਖੋ, ਇਹ ਕਹਿੰਦਾ ਨਸ਼ੇ ਛੱਡ ਦਿਓ। ਆਹੇ ਸਾਡੀ 4 ਸਾਲ ਜ਼ਿੰਦਗੀ ਦੇ ਖਾਣ ਪੀਣ ਦੇ ਨੇ। ਕੁੜੀਆਂ ਨੂੰ ਇਹ ਕਹਿੰਦਾ ਵੀ ਫੈਸ਼ਨ ਨਾ ਬਹੁਤਾ ਕਰੋ। ਅਸੀਂ ਕਿਤੇ ਜ਼ਿੰਦਗੀ 'ਚ ਪਹਿਲਾਂ ਰੋਜ਼ ਕਿਹੜਾ ਇੱਦਾਂ ਦੇ ਕੱਪੜੇ ਪਾਣੇ ਹੈ। ਕਿਤੇ ਵਿਆਹ ਵਾਲਾ ਦਿਨ ਲਹਿੰਗਾ ਪਾ ਲਿਆ ਤਾਂ ਤੁਹਾਨੂੰ ਕੀ ਤੰਗੀ ਹੁੰਦੀ ਹੈ। ਕਿਤੇ ਕਲੀਰੇ ਪਾ ਲਏ, ਫਿਰ ਜਦੋਂ ਛੱਡੀ ਹੁੰਦੀ ਹੈ ਉਦੋਂ ਮੂੰਹ ਪਿੱਖਾ ਬੰਦਾ ਹੋਇਆ ਹੁੰਦਾ ਤੇ ਬੁੱਢੀ ਦੇ ਵੀ ਪੱਗ ਢਿੱਲੀ ਹੋਈ ਹੁੰਦੀ ਵੀ ਮੈਂ ਤਾਂ ਐਵੇਂ ਪੈਲਸ ਤੇ ਪੈਸੇ ਕਰਦਾ ਰਿਹਾ ਤੇ ਛੱਡ ਦਿੱਤੀ ਹੈ। ਤੇ ਇਹ ਜੇ ਇਹਨਾਂ ਨੂੰ ਮੇਰੀਆਂ ਗੱਲਾਂ ਤੋਂ ਗੁੱਸਾ ਲੱਗਿਆ ਤੇ ਮੈਂ ਦੋਏ ਹੱਥ ਜੋੜ ਕੇ ਸਾਰੀ ਸੰਗਤ ਦੇ ਜੋੜਿਆਂ 'ਚ ਖੜ ਕੇ ਮਾਫੀ ਮੰਗਦਾ ਤੇ ਆਸ ਵੀ ਕਰਦਾ ਵੀ ਤੁਸੀਂ ਮੇਰੇ ਵਰਗੇ ਨਿਮਾਣੇ ਗਰੀਬ ਨੂੰ ਮਾਫ ਕਰ ਦੋਗੇ। ਤੁਸੀਂ ਬੜੇ ਦਲੇਰ ਹੈ, ਬੜੇ ਦਿਲ ਵਾਲੇ ਬੰਦੇ ਹੈ, ਤੁਹਾਡੇ ਜ਼ਰੂਰਤ ਬੜੀ ਹੈ ਤੇ ਮੈਂ ਤਾਂ ਐਵੇਂ ਤੁਹਾਡੇ ਜੋੜੇ ਝਾੜਨ ਵਾਲਾ ਸੀ ਤੇ ਮੇਰੀ ਸੇਵਾ ਮਾੜੀ ਟੁੱਟੀ ਭੱਜੀ ਪ੍ਰਵਾਨ ਕਰਨੀ ਤੇ ਅੱਗੇ ਤੋਂ ਅਸੀਸ ਦੇਣੀ ਕਿ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਕਰਦਾ ਮੈਂ ਉਹਨਾਂ ਤੇ ਕੁਝ ਪਹਿਰਾ ਵੀ ਦੇ ਸਕਾਂ ਤੇ ਤੁਸੀਂ ਵੀ ਤੇ ਚੱਲ ਦਿਓ ਤੇ ਮੇਰੇ ਵਰਗੇ ਨੂੰ ਬਾਰ-ਬਾਰ ਦੱਸਣ ਦੀ ਲੋੜ ਨਾ ਪਏ। ਮੌਤ ਤੇ ਵੀ ਸਿਰਫ ਗੱਲ ਇੱਕ ਤਾਂ ਇੱਕ ਆਇਆ ਸੀ ਸਾਡਾ ਹੈੱਡ ਗ੍ਰੰਥੀ, ਉਹ ਕਹਿੰਦਾ ਵੀ ਮੈਂ ਪਹਿਲਾ ਬੰਦਾ ਦੇਖਿਆ ਜੇ ਮੌਤ ਤੇ ਜਾਂਦਾ ਤਾਂ ਵੀ ਸਿੱਖੀ ਦਾ ਪ੍ਰਚਾਰ ਕਰਦਾ, ਜੇ ਆਨੰਦ ਕਾਰਜ ਤੇ ਜਾਂਦਾ ਤਾਂ ਵੀ ਸਿੱਖੀ ਦੇ ਪ੍ਰਚਾਰ, ਜੇ ਅਖੰਡ ਪਾਠ ਦੇ ਭੋਗ ਤੇ ਜਾਣਾ ਤਾਂ ਵੀ ਸਿੱਖੀ ਦੇ ਪ੍ਰਚਾਰ, ਜੇ ਗੁਰਦੁਆਰੇ ਦੀ ਨੀਂਹ ਰੱਖਣੀ ਤਾਂ ਵੀ ਕਿਹਦਾ ਪ੍ਰਚਾਰ, ਸਿੱਖੀ ਦੇ ਪ੍ਰਚਾਰ। ਕਿਸੇ ਨੂੰ ਫੁੱਲੀਆਂ ਫਾਲੀਆਂ ਨਹੀਂ ਪਤਾ ਦੇਖਿਆ, ਸਿੱਖੀ ਦੇ ਪ੍ਰਚਾਰ ਕਰੀ ਜਾਂਦੇ। ਤੁਹਾਨੂੰ ਇਕੱਲੇ ਨੂੰ ਸਿੱਖੀ ਦਾ ਪ੍ਰਚਾਰ ਕਰਨ ਦੀ ਲੋੜ ਹੈ ਤਾਂ ਗੁਰੂ ਦੀ ਖੁਸ਼ੀ ਪ੍ਰਾਪਤ ਹੋਣੀ ਹੈ। ਤੁਹਾਡੀ ਖੁਸ਼ੀ ਨਾਲੇ ਗੁਰੂ ਨੇ ਸਾਡੇ ਤੇ ਰਹਿਮਤ ਕਰਨੀ ਹੈ। ਮਿਹਰਬਾਨੀ ਕਰੋ। ਹੁਣ ਕੀਰਤਨ ਦਾ ਲਾਰਾ ਜ਼ਰੂਰ ਸੁਣਨਾ। ਇੰਨਾ ਖਰਚ ਤੁਸੀਂ ਕੀਤਾ, ਥੱਕ ਜਾਂਦੇ ਬੈਠਦੇ, ਪਰ ਨਹੀਂ ਇਹ ਥਕੇਵਾਂ ਵੀ ਕਿਸੇ ਚੰਗੇ ਪਾਸੇ ਪੈਣਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਦੇ। ਫੇਰ ਫਤਿਹ ਬੁਲਾ ਦਿਓ। ਵਾਹਿਗੁਰੂ ਜੀ ਕਾ ਖਾਲਸਾ।